ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ। ਅਤੇ ਗੱਲ ਇੱਦਾਂ ਕਿ ਵੀ ਹਰ ਰੋਜ਼ ਤੁਸੀਂ ਪਿਆਰ ਦਿੰਦੇ ਹੋ, ਉਸ ਤੋਂ ਬਾਅਦ ਤੁਹਾਡੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਵੀ ਆਪਣਾ ਕਮੈਂਟ ਵੀ ਸਾਡੇ ਤੱਕ ਪਹੁੰਚਾਈਏ, ਪਹੁੰਚ ਜਾਂਦਾ ਜੀ, ਤੁਹਾਡੀ ਗੱਲ ਵੀ ਸਾਡੇ ਤੱਕ ਅੱਪੜਦੀ ਹੈ। ਐਂਡ ਅਸੀਂ ਕੋਸ਼ਿਸ਼ ਵੀ ਕਰੀਦੇ ਕਿ ਜਿਵੇਂ ਜਿਵੇਂ ਜੇ ਤੁਹਾਨੂੰ ਠੀਕ ਲੱਗੇ ਉਸ ਹਿਸਾਬ ਨਾਲ ਅਸੀਂ ਆਪਣੇ ਆਪ ਨੂੰ ਚੇਂਜ ਵੀ ਕਰਦੇ ਰਹੀਏ, ਕਿਉਂਕਿ ਪਰਫੈਕਟ ਕੋਈ ਵੀ ਨਹੀਂ ਹੁੰਦਾ, ਕਿਸੇ ਵੇਲੇ ਕੋਈ ਬਾਤ ਘੱਟ ਹੋ ਜਾਂਦੀ ਹੈ। ਸੋ ਉਹਨਾਂ ਚੀਜ਼ਾਂ ਨੂੰ ਦਰੁਸਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਸੋ ਤੁਸੀਂ ਆਪਣੇ ਵੱਲੋਂ ਆਪਣਾ ਰੋਲ ਨਿਭਾਈ ਜਾਓ, ਅਸੀਂ ਆਪਣਾ ਨਿਭਾਈ ਜਾਂਦੇ ਹਾਂ। ਬੰਦਾ ਆਪਣੇ ਨਾਲ ਉਹੀ ਆ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਗੱਲ? ਪਰ ਆਹ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨਾ, ਇਹ ਤੁਹਾਡੀਆਂ ਉਹਨਾਂ ਨਾਲ ਨਹੀਂ ਭਾਈ, ਇਹ 'ਚ ਮੈਂ ਨਹੀਂ ਹੈਗਾ। ਨਹੀਂ ਤੁਸੀਂ ਤੇ ਪਰਫੈਕਟ ਆ। ਨਹੀਂ, ਮੈਂ ਤੇ ਕਿਹਾ ਨਹੀਂ, ਮੈਂ ਤਾਂ ਇਹ ਕਿਹਾ ਵੀ ਇਨਸਾਨ ਗਲਤੀਆਂ ਦਾ ਪੁਤਲਾ, ਉਹ ਮੈਂ ਆਪਣੇ ਆਪ ਨੂੰ ਕਹਿ ਰਿਹਾ। ਅੱਛਾ ਤੁਸੀਂ ਲੀਡਰ, ਅੱਛਾ ਚਲੋ ਕੋਈ ਗੱਲ ਨਹੀਂ। ਮੈਂ ਤਾਂ ਸਿਰਫ ਇਹ ਕਹਿਣਾ ਕਿ ਮੈਂ ਤਾਂ 2 ਸਾਲ ਬਾਅਦ ਦੀ ਵੀ ਗੱਲ ਕਰਦਾ ਕਿ 2 ਸਾਲ ਬਾਅਦ ਵੀ ਜਿਹੜੀਆਂ ਖਬਰਾਂ ਪੜ੍ਹਨੀਆਂ ਉਹ ਆਪਾਂ ਵਧੀਆ ਪੜ੍ਹਨੀਆਂ, ਇਮਾਨਦਾਰੀ ਨਾਲ ਪੜ੍ਹਨੀਆਂ, ਸੱਚੀਆਂ ਪੜ੍ਹਨੀਆਂ। ਤੈਨੂੰ ਵਾਅਦਾ ਨਾ ਸਮਝਿਓ, ਇਹਨੂੰ ਮੇਰੀ ਗਰੰਟੀ ਸਮਝਿਓ। ਨਹੀਂ ਦੇਖੋ ਮੈਂ ਕਿੰਨੀ ਵਾਰ ਕਿਹਾ, ਇਹ ਕੋਈ ਇੱਕ ਹੀ ਨੁਕਸ ਹੈਗਾ, ਤੁਹਾਨੂੰ ਦੱਸਦਾ। ਵੈਸੇ ਤਾਂ ਇਹ ਨਿੱਜੀ ਗੱਲਾਂ ਨਹੀਂ ਕਰਦੇ, ਚਲੋ ਅੱਜ ਕਰ ਲੈਂਦੇ। ਰਾਤ ਦਾ ਕੋਈ 1-2 ਵੀ ਵੱਜਾ ਹੋਵੇ ਨਾ, ਤਾਂ ਉਦੋਂ ਟੂੰ 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 ਆਵਾਜ਼ ਆਉਂਦੀ ਹੈ ਅਤੇ ਬੰਦਾ ਉੱਠ ਕੇ ਫਿਰ ਅੰਗਲੱਟੀਆਂ ਅੱਖਾਂ ਨਾਲ ਐਵੇਂ ਦਾ ਵੀ ਉਹ ਅੱਛਾ ਕਿਹੜੇ ਲੀਡਰ ਨੇ ਕੀ ਕਹਿ ਤਾ। ਪਤਾ ਹੀ ਗੱਲ ਹੁੰਦੀ ਬਾਠ ਸਾਹਿਬ, ਕਿਸੇ ਵੇਲੇ ਅਨਕੌਂਸ਼ੀਅਸ ਮਾਈਂਡ ਹੁੰਦਾ, ਇੱਕ ਹੁੰਦਾ ਕੌਂਸ਼ੀਅਸ ਮਾਈਂਡ, ਇੱਕ ਹੁੰਦਾ ਅਨਕੌਂਸ਼ੀਅਸ ਮਾਈਂਡ। ਮੰਨ ਲਓ ਤੁਸੀਂ ਕੌਂਸ਼ੀਅਸਲੀ ਨਹੀਂ ਚੁੱਕਿਆ ਅਤੇ ਅਨਕੌਂਸ਼ੀਅਸਲੀ ਫੋਨ ਚੁੱਕ ਕੇ ਅਤੇ ਬੰਦੇ ਦੀ ਫੋਟੋ ਵੇਖ ਲਈ ਅਤੇ ਬੰਦੇ ਨੇ ਜਿਹੜੀ ਗੱਲ ਕਹੀ ਤੁਸੀਂ ਮੰਨ ਲਈ। ਐਂਡ ਜਿਹੜੀ ਗੱਲ ਉਹਨੇ ਕਹਿ ਦਿੱਤੀ ਉਹ ਗੋਆ 'ਚ ਕਹੀ ਵੀ ਰਾਹੁਲ ਗਾਂਧੀ ਨੇ, ਮੈਨੂੰ ਪਤਾ ਲੱਗਾ ਜਿੱਥੋਂ ਤੁਸੀਂ ਬੋਲਦੇ ਆ, ਉਹ ਬੰਦਾ ਇਸ ਵੇਲੇ ਵੀ ਇਹ ਗੱਲ ਕਰ ਰਿਹਾ ਤੇ ਇਹਦਾ ਮਤਲਬ ਕਿੰਨਾ ਅਸਰ ਹੋ ਗਿਆ ਤੁਹਾਡੇ 'ਤੇ। ਮੈਂ ਉਹਨਾਂ ਬੰਦਿਆਂ ਨਾਲ ਵੀ ਬਿਲਕੁਲ ਸਹਿਮਤ ਨਹੀਂ ਜਿਹੜੇ ਰੋਜ਼ ਟਿੱਪਣੀਆਂ ਕਰਦੇ ਆ ਜੀ ਸਾਡੇ ਲੀਡਰ ਸਟੈਪ ਅਪ ਨਹੀਂ ਕਰਦੇ, ਸਾਡੇ ਲੀਡਰ ਅੱਗੇ ਨਹੀਂ ਵੱਧਦੇ, ਸਾਡੇ ਲੀਡਰ ਜਿਹੜੇ ਆ ਉਹ ਉੱਥੇ ਹੀ ਖੜੇ ਆ, ਗਲੀਆਂ ਨਾਲੀਆਂ ਦੀ ਗੱਲ ਕਰਦੇ ਆ, ਉਹੀ ਭਾਸ਼ਣ ਨੇ, ਬੇਹੇ ਲਿਬੜੇ ਤਿਬੜੇ ਲੋਕਾਂ ਨੂੰ ਗੱਲ ਨਾਲ ਲਾਉਂਦੇ ਆ। ਇਹਦਾ ਉਸ ਗਾਣੇ ਨਾਲ ਸੰਬੰਧ ਕੋਈ ਨਹੀਂ। ਨਹੀਂ ਉਹ ਤਾਂ ਗੱਲ ਹੈ, ਤੇਰੀ ਬੇਬੇ ਲਿਬੜੀ ਤਿਬੜੀ ਜੀ ਮੈਨੂੰ। ਹਾਂ ਨਹੀਂ ਮਿਊਜ਼ਿਕ ਨਾਲ ਵੈਸੇ ਲਿੰਕ ਹੈਗਾ ਉਹਨਾਂ ਦਾ। ਉਹ ਕਹਿੰਦੇ ਮਿਊਜ਼ਿਕ ਨੂੰ ਆਪਾਂ ਅਪਲਿਫਟ ਕਰਨਾ, ਬਹੁਤ ਛੇਤੀ ਚੰਡੀਗੜ੍ਹ ਦੇ ਕੋਲ ਵਾਹ ਜੀ ਵਾਹ ਫਿਲਮ ਸਿਟੀ ਬਣ ਜਾਣਾ। ਹੁਣ ਸੰਧਾਵਾਲੀਆ ਸਾਹਿਬ, ਮੈਨੂੰ ਐਂ ਲੱਗਦਾ ਸੀ ਕਿ ਜਿਹਨਾਂ ਲੋਕਾਂ ਨੂੰ ਇਹ ਇਤਰਾਜ਼ ਆ ਕਿ ਸਾਡੇ ਲੀਡਰ ਉਦੋਂ ਉੱਥੇ ਕਿੱਥੇ ਖੜੇ ਆ। ਕੋਈ ਸਮਾਂ ਹੁੰਦਾ ਸੀ ਭਾਰਤ ਦੇ ਮਾਣ-ਮੱਤੇ ਵੱਖ-ਵੱਖ ਪਾਰਟੀਆਂ ਦੇ ਲੀਡਰ ਲੋਕਾਂ ਕੋਲ ਜਾਂਦੇ ਸੀ, ਉਹਨਾਂ ਨੂੰ ਕਹਿੰਦੇ ਸੀ ਕੋਈ ਗੱਲ ਨਹੀਂ, ਕੰਮ ਤੁਹਾਡਾ ਹੋ ਜਾਊਗਾ। ਫਿਰ 10 ਸਾਲਾਂ ਬਾਅਦ ਕਹਿੰਦੇ ਕੋਈ ਗੱਲ ਨਹੀਂ, ਮੈਂ ਵਾਅਦਾ ਕਰਦਾ ਕੰਮ ਤੁਹਾਡਾ ਹੋ ਜਾਊਗਾ। ਉਹਦੇ ਤੋਂ ਬਾਅਦ 10 ਸਾਲ ਬਾਅਦ ਲੀਡਰ ਫਿਰ ਅੱਗੇ ਵਧੇ, ਉਹ ਕਹਿੰਦੇ ਜੀ ਆ ਦੇਖੋ ਮੈਂ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਲਿਖ ਕੇ ਦੇ ਦਿੱਤਾ ਕਿ ਤੁਹਾਡੇ ਨਾਲ ਆ ਵਾਅਦਾ, ਸੜਕਾਂ ਗਲੀਆਂ ਨਾਲੀਆਂ ਸਾਰਾ ਕੁਝ ਹੋ ਜਾਏਗਾ। ਫਿਰ ਕਹਿ ਦੇਣਾ ਕਿ ਮੈਂ ਆ ਤੁਹਾਡੇ ਨਾਲ ਤੁਹਾਡੀ ਸੁੱਕੀ ਚਗਾਠ ਤੇ ਬਹਿ ਕੇ ਚੱਲੇ ਹਾਂ, ਜਿੱਥੇ ਬੈਠ ਕੇ ਤੁਹਾਡੇ ਹੱਥਾਂ ਦੀਆਂ ਰੋਟੀਆਂ ਖਾਧੀਆਂ ਤੇ ਹੱਥ ਸੈਨੀਟਾਈਜ਼ ਕਰਨੇ ਆ ਮੈਂ ਬਾਹਰ ਜਾ ਕੇ, ਕਿ ਆਹ ਕੰਮ ਤਾਂ ਬੇਬੇ ਹੋਣਾ ਹੀ ਹੋਣਾ, ਤੂੰ ਘਬਰਾਉਣਾ ਨਹੀਂ ਗੱਲ ਨਾ ਲਾ ਕੇ। ਹੁਣ ਉਹਨਾਂ ਨੇ ਦੇਖਿਆ ਕਿ ਭਾਈ ਇਦਾਂ ਗੱਲ ਸੂਤ ਨਹੀਂ ਆਉਂਦੀ, ਗਰੰਟੀ ਤੇ ਆ ਗਏ, ਇਹਨੂੰ ਵਾਅਦਾ ਨਾ ਸਮਝਿਓ, ਨਿਆਣੇ ਤੁਹਾਡੇ ਨੌਕਰੀਆਂ ਤੇ ਲੱਗਣਗੇ, ਸੜਕਾਂ ਤੁਹਾਡੀਆਂ ਬਣ ਜਾਣਗੀਆਂ, ਭਾਰਤ ਨੰਬਰ 1 ਬਣ ਜਾਊਗਾ। ਇਹ ਗਰੰਟੀ ਆ, ਗਰੰਟੀ। ਮੈਂ ਕਹਿੰਦਾ ਕਿ ਜਿੰਨੀਆਂ ਲੀਡਰ ਗਰੰਟੀਆਂ ਦਿੰਦੇ ਆ, ਜੇ ਕਿਸੇ ਨੇ ਕਰਜ਼ਾ ਲੈਣਾ, ਕਿਸੇ ਨੇ ਕੋਈ ਸਕੂਟਰ ਮੋਟਰਸਾਈਕਲ ਕਾਰ ਲੈਣੀ ਹੈ, ਕਈ ਵਾਰੀ ਬੈਂਕ ਵਾਲੇ ਕਹਿੰਦੇ ਹੁੰਦੇ ਆ ਕਿ ਤੁਹਾਡੇ ਕੋਲ ਕੋਈ ਗਰੰਟੀ ਨਹੀਂ ਹੈਗੀ, ਤੁਹਾਨੂੰ ਕਰਜ਼ਾ ਨਹੀਂ ਮਿਲਣਾ। ਜੇ ਬਾਹਲੀ ਗੱਲ ਹੋਈ ਕੇਜਰੀਵਾਲ ਸਾਹਿਬ ਦਾ ਕੁੰਡਾ ਖੜਕਾ ਲਿਓ, ਜੇ ਉਹਨਾਂ ਦੇ ਫਿਰ ਵੀ ਪੂਰਾ ਕਰਜ਼ਾ ਨਾ ਮਿਲਦਾ ਹੋਵੇ ਫਿਰ ਰਾਹੁਲ ਗਾਂਧੀ ਨੂੰ, ਕਿਉਂਕਿ ਗਰੰਟੀਆਂ ਦੋਨਾਂ ਕੋਲ ਅੱਜਕੱਲ੍ਹ ਬਹੁਤ ਨੇ। ਪਰ ਗੱਲ ਇਹ ਆ ਨਾ, ਇਹ ਤੇ ਜੇ ਤੇ ਰਾਹੁਲ ਗਾਂਧੀ ਸਾਹਿਬ ਹੁਣ ਜਿੱਥੇ ਉਹਨਾਂ ਨੇ ਗੋਆ ਜਾ ਕੇ ਬਿਆਨ ਦਿੱਤਾ, ਮੈਨੂੰ ਨਹੀਂ ਪਤਾ ਉੱਥੇ ਦੀਆਂ ਦੁਕਾਨਾਂ ਦੇ ਬਾਹਰ ਲਿਖਿਆ ਹੁੰਦਾ ਕਿ ਨਹੀਂ ਲਿਖਿਆ ਹੁੰਦਾ। ਗੋਆ ਵਾਲਿਆਂ ਨੇ ਸ਼ਾਇਦ ਇਹ ਸ਼ਬਦ ਪਹਿਲੀ ਵਾਰ ਸੁਣਿਆ ਹੋਵੇ। ਉੱਥੇ ਵੈਸੇ ਵੀ ਬਾਹਰਲੇ ਮੁਲਕਾਂ ਤੋਂ ਟੂਰਿਸਟ ਜ਼ਿਆਦਾ ਆਉਂਦੇ ਨੇ, ਟੂਰਿਸਟ ਬੰਦੇ, ਵਿਦੇਸ਼ਾਂ ਵਾਲੇ ਬੰਦੇ ਸਿੱਧੇ ਪੱਧਰੇ ਹੁੰਦੇ, ਜਿਹੜੀ ਗੱਲ ਕਹਿਤੀ ਉਹ ਹੈਗੀ ਆ, ਜਿਹੜੀ ਨਹੀਂ ਹੈਗੀ ਨਹੀਂ ਹੈਗੀ। ਪਰ ਜਿਹੜਾ ਗਰੰਟੀ ਸ਼ਬਦ ਆ, ਇਹ ਤਾਂ ਮੈਨੂੰ ਲੱਗਦਾ ਵੀ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਤੋਂ ਲੈ ਕੇ ਜਿਹੜੀਆਂ ਪਿੰਡਾਂ ਦੇ ਅੱਡਿਆਂ 'ਤੇ ਦੁਕਾਨਾਂ ਹੁੰਦੀਆਂ ਕਿ ਨਹੀਂ, ਉਹਨਾਂ ਦੇ ਬਾਹਰ ਵੀ ਲਿਖਿਆ ਹੁੰਦਾ ਇੱਥੇ ਪੱਖਿਆਂ ਤੇ ਮੋਟਰਾਂ ਦਾ ਕੰਮ ਗਰੰਟੀ ਸ਼ੁਦਾ ਕੀਤਾ ਜਾਂਦਾ ਹੈ। ਆਪਣਿਆਂ ਨੂੰ ਤਾਂ ਪਤਾ ਵੀ ਗਰੰਟੀ ਸ਼ਬਦ ਦਾ ਕੀ ਮਤਲਬ। ਇੱਥੇ ਧੌਲੇ ਗਰੰਟੀ ਨਾਲ ਕਾਲੇ ਕੀਤੇ ਜਾਂਦੇ। ਹਾਂ ਮਤਲਬ ਹੈ ਨਾ, ਇੱਥੇ ਹੇਅਰ ਕੱਟ ਸਲਮਾਨ ਖਾਨ ਵਾਲਾ ਵੀ ਕੀਤਾ ਜਾਂਦਾ। ਮਤਲਬ ਇਹ ਜਿਹੜਾ ਗਰੰਟੀ ਵਾਲਾ ਸ਼ਬਦ ਆ, ਉਹ ਤਾਂ ਆਪਣੇ ਇੱਥੇ ਤੁਸੀਂ ਦੇਖੋ ਵੀ ਬੁਟੀਕਾਂ ਤੋਂ ਲੈ ਕੇ ਅਤੇ ਹੇਅਰ ਡਾਈ ਤੋਂ ਲੈ ਕੇ ਅਤੇ ਆਪਣਾ ਮੋਟਰਾਂ ਪੱਖਿਆਂ ਤੱਕ ਦੀਆਂ ਦੁਕਾਨਾਂ ਤੋਂ ਲੈ ਕੇ ਸਕੂਟਰ ਬੰਨਣ ਵਾਲੇ, ਇੱਥੇ ਸਕੂਟਰ ਦਾ ਇੰਜਣ ਤਸੱਲੀ ਬਖਸ਼ ਬੰਨਿਆ ਜਾਂਦਾ ਹੈ ਅਤੇ ਮਤਲਬ ਕੰਮ ਦੀ ਗਰੰਟੀ ਦਿੱਤੀ ਜਾਂਦੀ। ਮਤਲਬ ਉਹ ਜਿਹੜੀਆਂ ਗਰੰਟੀਆਂ ਇੰਨੀਆਂ ਪੰਜਾਬ 'ਚ ਨੇ, ਮੇਰਾ ਖਿਆਲ ਪੰਜਾਬ ਆ ਕੇ ਨਾ ਉਹ ਬਿਆਨ ਦੇ ਦੇਣ, ਜਾਂ ਉਹਨਾਂ ਦਾ ਕੋਈ ਲੀਡਰ ਪੰਜਾਬ 'ਚ ਨਾ ਬਿਆਨ ਦੇ ਦੇ ਵੀ ਸਾਡੀ ਗਰੰਟੀ ਆ। ਕਿਉਂਕਿ ਇਹ ਗਰੰਟੀ ਦਾ ਪਤਾ ਹੁੰਦਾ ਵੀ ਉਹ ਕੱਲ੍ਹ ਮੈਂ ਪੱਖਾ ਬਣਾਇਆ ਸੀ, ਓਏ ਕਹਿੰਦਾ ਹਾਂ, ਤੂੰ ਕਹਿੰਦਾ ਗਰੰਟੀ ਆ, ਆਹੋ ਹੈਗੀ ਆ। ਉਹ ਫਿਰ ਰਾਤੀ ਧੂੰਆਂ ਮਾਰ ਗਿਆ, ਉਹ ਕਹਿੰਦਾ ਗਰੰਟੀ ਮੇਰੀ ਪੱਖੇ ਦੀ ਬੱਤੀ ਦੀ ਥੋੜ੍ਹਾ ਜਿਹੜੀ ਵੱਧ ਆਈ ਹੈ। ਬਾਕੀ ਸੰਧਾਲੀਆ ਸਾਹਿਬ, ਮੈਂ ਦੇਖਿਆ ਕਿ ਅੱਖ ਤੁਹਾਡੀ ਲੀਡਰਾਂ ਨੂੰ ਟਿਕੀ ਹੋ ਰਹਿੰਦੀ ਹੈ ਕਿ ਮੈਂ ਵੋਟਾਂ ਵੱਧ ਤੋਂ ਵੱਧ ਇੱਕ ਬਲਕ 'ਚ ਕਿੱਦਾਂ ਲੈਣੀਆਂ।
ਪਿਛਲੇ ਦਿਨੀ ਬੀਬੀ ਪ੍ਰਿਯੰਕਾ ਗਾਂਧੀ ਨੇ ਕਿਹਾ ਸੀ 40% ਦੀ ਟਿਕਟਾਂ ਯੂਪੀ ਦੇ ਵਿੱਚ ਜਿਹੜੀਆਂ ਅਸੀਂ ਔਰਤਾਂ ਨੂੰ ਦੇਣੀਆਂ। ਆਪਣੇ ਵਾਲੇ ਪਾਸੇ ਕੈਪਟਨ ਸਾਹਿਬ ਨੇ ਕਰੀ ਕਿਹਾ ਸੀ 33% ਦੀ ਅਸਾਮੀਆਂ ਜਿਹੜੀਆਂ ਔਰਤਾਂ ਦੇ, ਬੜਾ ਕੁਛ। ਇਸੇ ਤਰੀਕੇ ਸਕੂਟੀ ਦੀ ਗੱਲ ਲੜਕੀਆਂ ਨੂੰ ਦੇਣੀ ਹੈ। ਮੈਂ ਵੀ ਦੇਖਿਆ, ਤੁਹਾਨੂੰ ਪਤਾ ਕਿ ਬੰਦੇ ਤਾਂ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਹਨ, ਦੀਆਂ ਵੋਟਾਂ ਲੈਣੀਆਂ ਔਖੀਆਂ। ਤੁਸੀਂ ਵੀ ਜਦੋਂ ਐਗਜ਼ਾਮਪਲ ਦੇਣੀ ਸ਼ੁਰੂ ਕੀਤੀ, ਇਹ ਨਹੀਂ ਕਿਹਾ ਕਿ ਇੱਥੇ ਕੁੜਤਾ ਪਜਾਮਾ ਗਰੰਟੀ ਨਾਲ ਸੀਤਾ ਜਾਂਦਾ ਹੈ, ਬੁਟੀਕ ਦੀ ਗੱਲ ਕੀਤੀ ਹੈ। ਮੈਂ ਦੇਖਿਆ ਕਿ ਜਿਹੜੀਆਂ 48-49% ਵੋਟਾਂ, ਉਹਨਾਂ ਨੂੰ ਤੁਸੀਂ ਆਪਣੇ ਹੱਕ 'ਚ ਭੁਗਤਾਉਣ ਦੇ ਲਈ ਆਪਣੀ ਸੀਟ ਪੱਕੀ ਕਰਦੇ ਹੋ। 48-49% ਦੀ ਨਹੀਂ ਸਰਦਾਰ ਸਾਹਿਬ, ਇਹ 99% ਦੀ ਹੈ। ਉਹ ਕਿਵੇਂ? ਕਿਉਂਕਿ ਕਾਰਨ ਇਹ ਹੈ ਨਾ, ਅੱਜ ਕੋਈ ਆਗ ਮੰਨ ਲਓ ਲਾਗੀ ਚੋਗੀ, ਕੋਈ ਵੀਰ ਆ ਕੇ ਕੁੰਡਾ ਖੜਕਾ ਕੇ ਉਹਨੇ ਆਖਣਾ ਵੀ ਹਾਂਜੀ ਘਰ ਹੀ ਜੇ, ਹਾਂ ਘਰ ਹੀ ਆ, ਫਿਰ ਵਿਆਹ ਦਾ ਤੁਹਾਨੂੰ ਸੱਦਾ ਸੀਗਾ। ਉਹ ਹੋ ਸਕਦਾ ਵੀ ਸੱਦਾ ਸੁਣ ਕੇ ਤੇ ਸਰਦਾਰ ਜੀ ਰਿਐਕਟ ਨਾ ਕਰਨ, ਚੰਗਾ ਫਿਰ ਉਹ ਚਾਹ ਪਾਣੀ ਤੇ ਪੀਣਾ ਨਹੀਂ, ਚੱਲ ਫਿਰ ਕੋਈ ਨਹੀਂ ਆ ਜਾਵਾਂਗੇ। ਉਹ ਨਾਲ ਹੀ ਬੀਬੀ ਚੁੱਲ੍ਹੇ ਚੌਂਕੇ 'ਚ ਉਹਨੇ 3-4 ਨਾਲ ਕੌਲੀ ਜੀ ਖੜਕਾ ਕੇ ਦੇਣਾ, ਹੈਂ ਸੁਣਦੇ ਹੋ? ਹਾਂ, ਇਹ ਤੇ ਇਹਨਾਂ ਨੇ ਅਚਾਨਕ ਨਹੀਂ ਕੱਢ ਮਾਰੀ ਗੱਲ। ਉਹ ਹੋਇਆ ਕੀ, ਮੇਰੇ ਕੋਲ ਤੇ ਸੂਟ ਹੀ ਕੋਈ ਨਹੀਂ ਗਾ, ਤੇ ਉੱਥੇ ਕੀ ਪਾ ਕੇ ਜਾਣਾ। ਮਤਲਬ ਇਹ ਮੈਂ ਤਾਂ ਬੁਟੀਕ ਦੀ ਗੱਲ ਕੀਤੀ ਵੀ ਸੂਟਾਂ ਵਾਲਾ ਕੰਮ ਮੋਸਟਲੀ ਬੀਬੀਆਂ ਦਾ ਹੁੰਦਾ। ਬੰਦਾ ਤੇ ਵੇਲਾ ਮੇਰਾ ਕੋਟ ਆ, ਫਿਰ ਇੱਕੋ ਹੀ ਰੱਖਿਆ, ਤੁਸੀਂ ਵੀ ਥੋੜ੍ਹਾ ਜਿਹਾ ਬਦਲ ਲੈਂਦੇ ਆ। ਸਾਡਾ ਤਾਂ ਇੱਦਾਂ ਹੀ ਸਰੀ ਸੁਰੀ ਜਾਂਦਾ, ਇਸ ਕਰਕੇ ਸਾਨੂੰ ਲੀੜਿਆਂ ਨਾਲ ਕੋਈ ਬਹੁਤਾ ਫਰਕ ਪੈਂਦਾ ਨਹੀਂ। ਬੀਬੀਆਂ ਦਾ ਜ਼ਰੂਰ ਹੁੰਦਾ, ਉਹਨਾਂ ਨੂੰ ਹੁੰਦਾ ਵੀ ਓਕੇ ਇਹ ਮੰਗਣੇ ਤੇ ਹੈ, ਇਹ ਮੰਗਣੇ ਤੋਂ ਬਾਅਦ ਹੈ, ਇਹ ਫਿਰ ਸ਼ਾਮ ਵਾਲੇ ਸ਼ਗਨ ਤੇ ਹੈ, ਇਹ ਫਿਰ ਸਵੇਰ ਹੈ, ਫਿਰ ਉਸ ਤੋਂ ਬਾਅਦ ਰੋਟੀ ਤੋਂ ਪਹਿਲਾਂ ਹੈ, ਫਿਰ ਰਾਤ ਵਾਲੀ ਮਤਲਬ ਜਾਗੋ ਜਾਂ ਕੋਈ ਗਿੱਧੇ ਡਾਂਸ ਪਾਰਟੀ ਤੇ ਹੈ। ਸਭ ਨਾਂ ਤੇ ਨਾ ਤਾਂ ਲੈਣਾ ਹੀ ਪੈਣਾ। ਨਹੀਂ, ਅੱਗੇ ਪਤਾ ਕੀ ਹੁੰਦਾ ਸੀ, ਦੇਖੋ ਚਲੋ ਤੁਸੀਂ ਗੱਲ ਹੁਣ ਸ਼ੁਰੂ ਜੇ ਕਰੇ ਹੀ ਲਈ ਹੈ, ਕਿਉਂਕਿ ਤੁਸੀਂ ਕਹਿੰਦੇ ਮੇਰੇ ਕੋਲ ਇੱਕੋ ਹੀ ਹੈ। ਮਾਡਲ ਦਾ ਫਰਕ ਹੁੰਦਾ ਨਾ, ਤੁਹਾਡਾ ਮਾਡਲ ਪੁਰਾਣਾ ਹੈ। ਸੰਧਾਲੀਆ ਸਾਹਿਬ ਗੱਲ ਕੀ ਹੈ, ਤੁਸੀਂ ਇਹ ਦੇਖੋ ਅੱਗੇ ਕਿਤੇ ਵਿਆਹ ਵਾਲੇ ਘਰੇ ਜਾਣਾ, ਬਰਾਤ ਜਾਣੀ ਹੈ ਜਾਂ ਕੁਛ ਹੋਣਾ ਹੈ, ਉਹਦੇ ਤੋਂ 2 ਘੰਟੇ ਪਹਿਲਾਂ ਤੁਸੀਂ ਚਲੇ ਜਾਣਾ। ਕੋਈ ਬੀਬੀ ਪਤੀਲਾ ਚੱਕੀ ਫਿਰਦੀ ਹੈ, ਕੋਈ ਬੀਬੀ ਉੱਥੇ ਤਿਆਰ ਹੁੰਦੀ ਹੈ, ਇੱਕ ਬੀਬੀ ਦੂਜੇ ਦਾ ਸਿਰ ਵਾਹੀ ਜਾਂਦੀ ਹੈ, ਕੋਈ ਬੀਬੀ ਕਹਿੰਦੀ ਹੈ ਸੂਟ ਪ੍ਰੈਸ ਕਰੀ ਜਾਂਦੀ ਹੈ ਉੱਥੇ। ਹੁਣ ਤੁਸੀਂ ਵਿਆਹ ਵਾਲੇ ਘਰ 2 ਘੰਟੇ ਪਹਿਲਾਂ ਚਲੇ ਜਾਓ, ਤੁਹਾਨੂੰ ਉੱਥੇ ਕੋਈ ਬੀਬੀ ਨਜ਼ਰ ਨਹੀਂ ਆਊ। ਹਾਂ, ਬਜ਼ੁਰਗ ਬੀਬੀ ਨਜ਼ਰ ਆ ਜੂ, ਆਪਾਂ ਨਹੀਂ ਕਹਿੰਦੇ ਮਾੜੀ ਗੱਲ ਹੈ। ਮੋਸਟਲੀ ਬੀਬੀਆਂ ਤਿਆਰ ਹੋਣ ਗਈਆਂ ਹੁੰਦੀਆਂ, ਉਹਦੇ ਬੰਦੇ ਪੂਣੀ ਕਰਾਉਂਦੇ ਹੁੰਦੇ ਪਾ ਕੇ, ਉਹ ਯਾਰ ਕਿੱਥੇ ਨਿਆਣੇ ਰੋਈ ਜਾਂਦੇ ਆ, ਆਈਆਂ ਨਹੀਂ ਅਜੇ ਤੱਕ। ਉਹ ਫਿਰ ਟੈਲੀਫੋਨ ਕਰਨਾ, ਅਜੇ 2 ਘੜੀਆਂ ਲੱਗਣੀਆਂ, ਰਸ਼ ਪਤਾ ਕਿੰਨਾ ਸੀ, ਬੁਕਿੰਗ ਤੇ ਆ ਅੱਜ। ਅੱਛਾ, ਉਹਦੇ ਤੋਂ ਬਾਅਦ ਮਤਲਬ ਸਰਦਾਰ ਜੀ ਬੈਠੇ ਉੱਥੇ ਡੀਕਦੇ ਹੁੰਦੇ ਆ, ਤੇ ਜਦੋਂ ਅਚਾਨਕ ਐਂ ਬੂਹਾ ਲੰਘਦਾ ਵੇਖਦੇ, ਉਹ ਕਹਿੰਦੇ ਉਹ ਇਹ ਪਛਾਣ ਆਪਣੇ ਵਾਲੀ ਕਿਹੜੀ ਹੈ ਬਈ? ਆਪਣੇ ਵਾਲੀ ਕਿਹੜੀ ਨਹੀਂ, ਪ੍ਰਾਹੁਣੇ ਆ ਗਿਆ ਪਰ ਇਹੋ ਨਿਆਣਾ ਕਿੱਥੇ ਉਹਲੇ ਦਾ ਰੌਲਾ ਪਾਇਆ ਸੀ। ਚਲੋ ਇਹ ਵੀ ਠੀਕ। ਦੇਖੋ ਗੱਲ ਇਹ ਆ ਵੀ ਗੁੱਸੇ ਵਾਲੀ ਗੱਲ ਕੋਈ ਨਹੀਂ। ਮੈਂ ਆਪਣੀਆਂ ਮਾਈਆਂ, ਬੀਬੀਆਂ, ਭਰਜਾਈਆਂ, ਤਾਈਆਂ, ਮੈਂ ਸਾਰਿਆਂ ਕੋਲ ਮਾਫੀ ਮੰਗਦਾ। ਨਹੀਂ, ਕਈ ਵਾਰੀ ਨਿਆਣੇ ਨੂੰ ਭੇਜਦੇ ਆਪਾਂ, ਮੇਰੇ ਤੋਂ ਤਾਂ ਔਖਾ ਹੋ ਗਿਆ, ਤੂੰ ਮੰਮੀ ਪਛਾਣ ਲਾ। ਚਲੋ ਚੀਜ਼ਾਂ ਬਣੀਆਂ, ਅਗਲੇ ਕਰਨ ਭਾਈ ਸਾਹਿਬ। ਨਹੀਂ, ਆਪਾਂ ਇਤਰਾਜ਼ ਨਹੀਂ ਕਰਦੇ, ਵਧੀਆ, ਜਾਣੀ ਉਹਨਾਂ ਨੂੰ ਵੀ ਹੱਕ ਮਿਲਣਾ ਚਾਹੀਦਾ। ਮੇਰੀ ਗੱਲ ਸੁਣੋ, ਜਿਹੜੇ ਬੰਦੇ ਤੋਂ ਗੱਲ ਚੱਲੀ ਸੀ ਉਹਨੇ ਨਾ ਵਿਆਹ ਕਰਾਇਆ, ਨਾ ਉਹਨੇ ਕਰਾਉਣਾ, ਆਪਾਂ ਹੋਰ ਪਾਸੇ ਜਾ ਵੜੇ। ਗੱਲ ਤੁਹਾਡੀ ਠੀਕ ਹੈ, ਆਪਾਂ ਉਧਰ ਆਈਏ। ਗੱਲ ਉਹਨੇ ਕੀਤੀ, ਕੋਟ ਆਪਣੇ ਪੈ ਜਾਣੀ ਆ। ਮੈਨੂੰ ਲੱਗਣ ਦੀ ਗੱਲ ਠੀਕ ਹੈ, ਮੈਨੂੰ ਲੱਗ ਨਹੀਂ ਰਿਹਾ ਰੋਟੀ ਖਾਣ ਦਾ ਇਰਾਦਾ ਆਪਣਾ। ਸੰਧਾਲੀਆ ਸਾਹਿਬ ਗੱਲ ਪਤਾ ਕੀ ਹੈ, ਦੇਖੋ ਮੈਨੂੰ ਐਂ ਲੱਗਦਾ ਸੀਗਾ ਕਿ ਜਿੱਦਾਂ ਲੀਡਰ ਹੁਣ ਗਰੰਟੀਆਂ ਦੇਣ ਲੱਗ ਪਏ ਨਾ, ਉਹ ਵੈਸੇ ਸੱਚ ਬੋਲਦੇ ਆ, ਉਹ ਕਲੀਅਰ ਗੱਲ ਕਰਦੇ ਆ, ਕਿਉਂਕਿ ਗਰੰਟੀ ਹੁੰਦੀ ਹੈ ਕਿ ਲੀਡਰ ਨੇ ਜਿੱਦਣ ਕਾਗਜ਼ ਭਰਨਾ, ਤੁਹਾਨੂੰ ਸਾਰਿਆਂ ਨੂੰ ਟੈਲੀਫੋਨ ਆਉਣੇ ਆ ਜਾਓ ਵੀ ਆਪਾਂ ਕਾਗਜ਼ ਭਰਨੇ ਆ, ਢੋਲੀ ਨੂੰ ਕਹਿ ਦਿੱਤਾ 11 ਵਜੇ ਉੱਥੇ ਪਹੁੰਚ ਜਾਓ, ਆਪਾਂ ਕਾਫਲੇ ਦੇ ਰੂਪ 'ਚ ਤੁਰਨਾ। ਉਹਦੇ ਤੋਂ ਬਾਅਦ ਗਰੰਟੀ ਹੁੰਦੀ ਹੈ ਕਿ ਉਹਨਾਂ ਨੇ ਸਵੇਰੇ ਟੈਲੀਫੋਨ ਕਰਨਾ ਵੀ ਵੋਟਾਂ ਆਪ ਭੁਗਤਾਉਣੀਆਂ, ਚੰਗੇ ਤਰੀਕੇ ਨਾਲ ਬੂਥ ਲਾਉਣਾ ਹੈ, ਵਧੀਆ ਤਰੀਕੇ ਨਾਲ, ਆਹ ਟੈਲੀਫੋਨ ਨੰਬਰ ਹੈ, ਜੇ ਕੋਈ ਦਿੱਕਤ ਆਵੇ, ਕੋਈ ਆਹ ਵੋਟ ਭੁਗਤਣੀ ਨਹੀਂ ਚਾਹੀਦੀ ਜਿਹੜੀ ਕਿ ਇਤਰਾਜ਼ਯੋਗ ਹੈ। ਇਸ ਗੱਲ ਦੀ ਵੀ ਗਰੰਟੀ ਹੁੰਦੀ ਹੈ ਕਿ ਜਦੋਂ ਰਿਜ਼ਲਟ ਆ ਗਿਆ, ਚਾਹੇ ਹਾਰਨ ਚਾਹੇ ਜਿੱਤਣ, ਮੁੜ ਕੇ 4.25 ਸਾਲ ਉਹਨਾਂ ਦਾ ਫੋਨ ਨਹੀਂ ਚੱਲਦਾ। 4.25 ਸਾਲ ਤੁਸੀਂ ਵਿਆਹ ਦੇ ਉੱਤੇ ਲੀਡਰ ਸਾਹਿਬ ਨੂੰ ਉਡੀਕਦੇ ਰਹਿੰਦੇ ਹੋ, ਪਰ ਗੱਡੀ ਨਹੀਂ ਆਉਂਦੀ। ਹਾਂ, ਇਸ ਗੱਲ ਦੀ ਵੀ ਗਰੰਟੀ ਹੁੰਦੀ ਹੈ, ਆਖਰੀ 8-9 ਮਹੀਨੇ ਤੁਹਾਡੇ ਭੋਗ ਹੋਵੇ ਨਾ ਹੋਵੇ, ਕੱਪੜੇ ਅਗਲੇ ਨੇ ਭੋਗ ਵਾਲੇ ਪਾ ਕੇ ਆਉਣਾ ਸਿੱਧੇ ਤੁਹਾਡੇ ਘਰ। ਸਿੱਧਾ ਮਤਲਬ ਉਹ ਭੋਗ ਵਾਲਿਆਂ ਨੇ ਉਦੋਂ ਪਤਾ ਲੱਗਦਾ ਵੀ ਆਹ ਕਿਹਦੀਆਂ ਗੱਡੀਆਂ ਆ ਗਈਆਂ, ਕਹਿੰਦੇ ਉਹ ਫਿਰ ਸ਼ਰਧਾਂਜਲੀ ਦੇਣ ਆਏ ਹਨ। ਨਹੀਂ, ਕਈ ਵਾਰੀ ਇਲੈਕਸ਼ਨ ਦੇ ਨੇੜੇ ਜਾ ਕੇ ਉਹ ਪਿੰਡ 'ਚ 10-12 ਜਗ੍ਹਾ ਜਾਣਾ ਸੀ, ਕੁਛ ਅਫਸੋਸ ਸੀ ਕਦੋਂ ਦੇ, ਪਿਛਲੇ 2-2.5 ਸਾਲ ਦੇ ਇਕੱਠੇ ਹੋਏ ਸੀ। ਜੇ ਨਹੀਂ ਤਾਂ ਲਿਖ ਦਿਓ, ਅਫਸੋਸ ਲੇਟ ਕਰਨ ਆਉਂਦੇ ਕਿ ਨਹੀਂ ਆਉਂਦੇ ਲੀਡਰ। ਇਦਾਂ ਬਿਲਕੁਲ ਸਹੀ। ਅੱਛਾ, ਇਹ ਨਾ ਆਪਾਂ ਹੁਣ ਇਸ ਪਾਸਿਓਂ ਥੋੜ੍ਹਾ ਜਿਹਾ ਵਾਪਸ ਆਈਏ, ਆਪਾਂ ਕਲੀਅਰ ਗੱਲ ਕਰੀਏ ਵੀ ਹੈ ਕੀ ਰੌਲਾ। ਦੇਖੋ, ਰੌਲਾ ਇਹ ਆ ਵੀ ਵੋਟਾਂ ਸਾਰੇ ਪਾਸੇ ਹੈਗੀਆਂ। ਹੁਣ ਰਾਹੁਲ ਗਾਂਧੀ ਸਾਹਿਬ ਵੀ ਗੇੜੇ ਤੇ ਗੇੜਾ ਥਾਂ ਥਾਂ ਹੀ ਮਾਰਦੇ ਆ, ਪਰ ਇੱਕ ਆਪਾਂ ਕਲੀਅਰ ਕਰਦੇ ਵੀ ਪੰਜਾਬ ਨਹੀਂ ਆਈ ਜੀ, ਕਿਉਂਕਿ ਵੋਟਾਂ ਪੰਜਾਬ 'ਚ ਵੀ ਆ। ਉਦੋਂ ਬਾਅਦ ਗੋਆ ਵੀ ਚਲ ਗਏ, ਯੂਪੀ ਵੀ ਚਲ ਗਏ, ਉੱਤਰਾਖੰਡ ਵੀ ਗੇੜਾ ਮਾਰ ਆਏ, ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਮਨੀਪੁਰ ਵਾਲੇ ਪਾਸੇ ਵੀ ਮਾਰਿਆ। ਉਦੋਂ ਬਾਅਦ ਜੇ ਆਪਾਂ ਪ੍ਰਿਅੰਕਾ ਗਾਂਧੀ ਹੋਰਾਂ ਦੀ ਗੱਲ ਕਰੀਏ, ਉਹ ਵੀ ਗੇੜੇ ਤੇ ਗੇੜਾ। ਜੇ ਆਪਾਂ BJP ਵਾਲਿਆਂ ਦੀ ਗੱਲ ਕਰੀਏ ਤਾਂ ਉਹ ਵੀ ਗੇੜੇ ਤੇ ਗੇੜਾ। ਮਤਲਬ ਮੋਦੀ ਸਾਹਿਬ ਨੇ ਯੂਪੀ ਕਿੰਨੀਆਂ ਰੈਲੀਆਂ ਕਰਤੀਆਂ, ਕਿੰਨੇ ਐਲਾਨ ਕਰਦੇ, ਮੇਰੇ ਖਿਆਲ ਇਕੱਲੇ ਜ਼ਿਲ੍ਹੇ 'ਚ ਪਿਛਲੇ ਦਿਨੀਂ ਆਉਂਦੇ ਮੈਡੀਕਲ ਕਾਲਜ ਖੋਲ੍ਹ ਦਿੱਤੇ ਆ। ਇਹ ਤੁਹਾਨੂੰ ਯੂਪੀ ਵਾਲੇ ਜਾਣਨ ਵੀ ਉੱਥੇ ਉਹਨੇ ਮੈਡੀਕਲ ਕਾਲਜ ਕਰਨੇ ਕੀ ਉਹਨਾਂ ਨੇ।
ਜੇ ਆਪਾਂ ਅਮਿਤ ਸ਼ਾਹ ਹੋਰਾਂ ਦੀ ਗੱਲ ਕਰੀਏ, ਉਹ ਵੀ ਗੇੜੇ ਤੇ ਗੇੜਾ ਹੁਣ ਗੋਆ ਗਏ, ਉੱਥੇ ਵੀ ਕਹਿੰਦੇ ਮੇਰਾ ਪਰਿਵਾਰ, ਉੱਤਰਾਖੰਡ ਵੀ ਕਹਿੰਦੇ ਮੇਰਾ ਪਰਿਵਾਰ, ਸਾਨੂੰ ਇੱਕ ਵਾਰ ਫੇਰ ਮੌਕਾ ਦਿਓ। ਪੰਜਾਬ ਵੱਲ ਨੂੰ ਨਹੀਂ ਆਉਂਦੇ। ਦੇਖੋ ਗਰੰਟੀ ਆ ਇਹਦੇ ਵਿੱਚ ਵੀ। ਅੱਛਾ, ਇਹਦੇ ਵਿੱਚ ਵੀ ਗਰੰਟੀ ਆ ਕਿ ਜੇ ਗੋਆ ਜਾਣਗੇ ਸਾਰੇ ਲੀਡਰ, ਚਾਹੇ ਉਹ ਰਾਹੁਲ ਗਾਂਧੀ ਹੋਰੀ ਜਾਣ, ਮਮਤਾ ਬੈਨਰਜੀ ਜਾਣ, ਮੋਦੀ ਸਾਹਿਬ ਜਾਣ, ਅਮਿਤ ਸ਼ਾਹ ਜਾਣ, ਗਰੰਟੀ ਆ ਕਿ ਲੋਕ ਉੱਥੇ ਜੁੜਨਗੇ, ਉਹ ਭਾਸ਼ਣ ਦੇਣਗੇ, ਕੁਝ ਗਰੰਟੀਆਂ ਦੇਣਗੇ। ਯੂਪੀ ਜਾਣਗੇ, ਮਣੀਪੁਰ ਜਾਣਗੇ, ਉੱਤਰਾਖੰਡ ਜਾਣਗੇ, ਸਾਰੇ ਪਾਸੇ ਲੋਕ ਜੁੜਨਗੇ ਤੇ ਗਰੰਟੀ ਹੈ ਕਿ ਭਾਈ ਉੱਥੇ ਤਾੜੀਆਂ ਵੀ ਵੱਜਣਗੀਆਂ, ਸਭ ਕੁਝ ਹੋਏਗਾ। ਇਸ ਗੱਲ ਦੀ ਵੀ ਗਰੰਟੀ ਹੈ ਕਿ ਕੋਈ ਵੀ ਪਾਰਟੀ ਦਾ ਲੀਡਰ ਕੋਈ ਪੰਜਾਬ ਦੇ ਵਿੱਚ ਵੱਡੀ ਰੈਲੀ ਕਰੂਗਾ ਤਾਂ ਉਹਦਾ ਠੋਕ ਕੇ ਵਿਰੋਧ ਹੋਊਗਾ ਤੇ ਉਹਦੇ ਤੋਂ ਠੋਕ ਵਜਾ ਕੇ ਸਵਾਲ ਪੁੱਛੇ ਜਾਣਗੇ, ਕਿਉਂਕਿ ਕਿਸਾਨ ਅੰਦੋਲਨ ਪੰਜਾਬ 'ਚੋਂ ਸ਼ੁਰੂ ਹੋਇਆ ਸੀ। ਲੋਕਾਂ ਨੂੰ ਇਸ ਗੱਲ ਦੇ ਨਾਲ ਲੈਣਾ ਦੇਣਾ ਕੋਈ ਨਹੀਂ। ਅੱਜ ਕੋਈ ਕਹਿੰਦਾ ਜੀ ਭਾਜਪਾ ਨੇ ਕਾਨੂੰਨ ਲਿਆਂਦੇ ਆ। ਤੁਸੀਂ ਇਹ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਜੇ ਕੋਈ ਬੰਦਾ ਕਹਿੰਦਾ ਨਾ ਕਿ ਲੋਕਾਂ ਦੀ ਔਖ ਜਿਹੜੀ ਹੈ ਕੱਲੀ ਖੇਤੀਬਾੜੀ ਕਾਨੂੰਨਾਂ ਤੋਂ, ਤਾਂ ਇਦਾਂ ਦੀ ਗੱਲ ਨਹੀਂ। ਅਕਾਲੀ ਭਾਜਪਾ ਸਰਕਾਰ ਰਹੀ, ਕਾਂਗਰਸ ਦੀ ਸਰਕਾਰ ਰਹੀ, ਕੇਂਦਰ ਦੇ ਵਿੱਚ ਤੀਸਰੇ ਮੋਰਚੇ ਦੀਆਂ ਵੀ ਸਰਕਾਰਾਂ ਰਹੀਆਂ। ਲੋਕਾਂ ਦੇ ਅੰਦਰੋਂ ਕੱਲਾ ਖੇਤੀਬਾੜੀ ਵਾਲਾ ਮੁੱਦਾ ਨਹੀਂ ਉੱਠਦਾ। ਲੋਕ ਜਦੋਂ ਕਿਸੇ ਰੈਲੀ ਦੇ ਵਿੱਚ ਵਿਰੋਧ ਕਰਨ ਜਾਂਦੇ ਆ ਜਾਂ ਬੈਠਣ ਜਾਂਦੇ ਆ, ਆਪਣੇ ਪਿੰਡ ਦੇ ਸਕੂਲ ਦੇ ਕੋਲ ਦੀ ਜਾਂਦੇ ਆ। ਫਿਰ ਜਿਹੜੀ ਸਿਆਸੀ ਬੱਸ ਦੇ ਵਿੱਚ ਬੈਠ ਕੇ ਜਾਂਦੇ ਆ ਤਾਂ ਉਹ ਨੇੜੇ ਹਸਪਤਾਲਾਂ ਲਕੇਰੀ ਨਿਗਾਹ ਪੈ ਜਾਂਦੀ ਹੈ। ਉਹਦੇ ਤੋਂ ਬਾਅਦ ਅੱਗੇ ਜਾਂਦੇ ਆ ਤਾਂ ਕੋਈ ਨਾ ਕੋਈ ਨਿਆਣਾ ਨਿੱਕਾ ਉੱਪਰ ਟੈਂਕੀ ਤੇ ਚੜਿਆ ਹੁੰਦਾ, ਉਹਦੇ ਵੱਲ ਵੀ ਨਿਗਾਹ ਪੈ ਜਾਂਦੀ ਹੈ। ਰੌਲਾ ਕੱਲਾ ਖੇਤੀ ਕਾਨੂੰਨਾਂ ਦਾ ਨਹੀਂ। ਭਾਜਪਾ ਵਾਲੇ, ਕਾਂਗਰਸ ਦੇ ਵੱਡੇ ਲੀਡਰ ਜਾਂ ਹੋਰ ਪਾਰਟੀਆਂ ਦੇ ਵੱਡੇ ਲੀਡਰ ਕਹਿੰਦੇ ਯਾਰ ਚਲੋ ਪੰਜਾਬ ਵਾਲੇ ਪਾਸੇ ਰਹਿਣ ਹੀ ਦਿਓ। ਅਗਲੇ ਫਿਰ ਸਵਾਲ ਵੀ ਪੁੱਛ ਲੈਂਦੇ ਆ, ਸਵਾਲ ਵੀ ਐਸਾ ਕਸੂਤਾ ਪੁੱਛਦੇ ਆ, ਕਦੇ ਧਾਰਾ 370 ਵਾਲਾ ਪੁੱਛ ਲੈਂਦੇ ਆ, ਕਦੇ ਸੂਬਿਆਂ ਦੇ ਵੱਧ ਅਧਿਕਾਰ ਦਾ ਪੁੱਛ ਲੈਂਦੇ ਆ, ਕਦੇ ਜ਼ਰੂਰੀ ਵਸਤਾਂ ਦੀ ਜਿਹੜੀ ਗਰੰਟੀ ਹੈ ਉਹਦੇ ਵਾਲਾ ਮਸਲਾ ਪੁੱਛ ਲੈਂਦੇ ਆ। ਰਹਿਣ ਹੀ ਦਿਓ, 13 ਦਾ ਸੀਟਾਂ ਆ, ਉੱਥੇ ਕੀ ਲੈਣਾ, ਆਪਾਂ 80 85 ਸੀਟਾਂ ਵਾਲੇ ਸੂਬੇ ਵੱਲ ਚੱਲਦੇ ਆ। ਇਸ ਕਰਕੇ ਗਰੰਟੀ ਪੰਜਾਬ ਦੇ ਲੋਕਾਂ ਨੇ ਵੇਦਕੀ ਦਿੱਤੀ ਹੈ। ਨਹੀਂ ਚਲੋ ਇਹ ਤਾਂ 13 ਸੀਟਾਂ ਵਾਲਾ ਕੰਮ ਤੇ ਜੇ 24 'ਚ ਚੱਲਣਾ, ਪਰ ਉਦੋਂ ਪਹਿਲਾਂ ਜਿਹੜਾ ਕੰਮ 22 'ਚ ਹੋਣਾ, ਉਹਦਾ ਕਰਕੇ ਤਾਂ ਮੇਰੇ ਖਿਆਲ ਨਾਲ ਗੇੜਾ ਮਾਰਨਾ ਚਾਹੀਦਾ। ਖੈਰ ਉਹ ਮਾਰ ਨਾ ਮਾਰ ਨਹੀਂ ਦੱਸੂ ਟਾਈਮ। ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇਦਾਂ ਲੱਗਦਾ ਵੀ ਹੁਣ ਜਿਹੜੀ ਪਿਛਲੇ ਦਿਨੀ ਚੰਨੀ ਸਾਹਿਬ ਨੇ ਦਿੱਲੀ ਗੇੜੇ ਤੇ ਗੇੜਾ ਰੱਖਿਆ ਸੀ, ਜਾਂ ਇੱਧਰੋਂ ਸਿੱਧੂ ਸਾਹਿਬ ਨੇ ਟਵੀਟੋ ਟਵੀਟੀ ਕੰਮ ਰੱਖਿਆ ਸੀਗਾ, ਉਹਦਾ ਅਸਰ ਥੋੜ੍ਹਾ ਥੋੜ੍ਹਾ ਹੋਣ ਲੱਗ ਪਿਆ ਹੁਣ। ਕਿਉਂਕਿ ਇਹ ਸੁਣਨ 'ਚ ਆਇਆ ਵੀ ਆਹ ਜਿਹੜੀ 8 ਤਰੀਕ ਹੈ ਸੁੱਖ ਨਾਲ, ਉਦੋਂ ਇੱਕ ਚਿੱਟੇ ਰੰਗ ਵਾਲਾ ਕਾਗਜ਼ ਜਾਰੀ ਕਰਨਾ ਸਰਕਾਰ ਨੇ, ਤੇ ਉਹਦਾ ਲਿੰਕ ਕਹਿੰਦੇ ਬੱਤੀ ਨਾਲ ਹੋਣਾ। ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊ ਕਿ 12-13 ਸਾਲ ਹੋ ਗਿਆ ਬਿਜਲੀ ਵਾਲੇ ਸਮਝੌਤਿਆਂ ਨੂੰ। ਅਸੀਂ ਨਾ ਉਹਨਾਂ ਨੂੰ ਠੀਕ ਕਹਿੰਦੇ ਆ, ਨਾ ਉਹਨਾਂ ਨੂੰ ਗਲਤ ਕਹਿੰਦੇ ਆ। ਇਹ ਵਾਈਟ ਪੇਪਰ ਦੱਸੂਗਾ ਜਿਹੜਾ ਤੁਸੀਂ ਚਿੱਟੇ ਰੰਗ ਦਾ ਕਾਗਜ਼ ਕਿਹਾ, ਜਿਹਦੇ ਵਿੱਚ ਸਾਰਾ ਕੁਝ ਕਲੀਅਰ ਹੋਣਾ ਕਿ ਸਮਝੌਤੇ ਕਿੱਦਾਂ ਕੀਤੇ, ਸਹੀ ਕੀਤੇ, ਗਲਤ ਕੀਤੇ, ਨੁਕਸਾਨ ਕੀ, ਫਾਇਦਾ ਕੀ। ਪਰ ਇੱਕ ਗੱਲ ਮੰਨਣੀ ਪਊਗੀ ਕਿ 2017 ਤੱਕ ਕਿਸੇ ਨੇ ਇਸ ਮੁੱਦੇ ਤੇ ਰੌਲਾ ਨਹੀਂ ਸੀ ਪਾਇਆ। ਸਾਰਿਆਂ ਨੇ ਕਿਹਾ ਸੀ ਠੀਕ ਹੀ ਆ ਜੀ, ਠੀਕ ਹੀ ਆ ਜੀ, ਕੰਮ ਜਾਣੀ ਬਿਜਲੀ ਸਰਪਲਸ ਹੋ ਗਈ। ਅਸੀਂ ਬਿਜਲੀ ਪੱਖੋਂ ਸੂਬੇ ਦੇ ਸਰਪਲਸ ਹੋਣ ਦੇ ਪੋਸਟਰ ਤਾਂ ਪੜ੍ਹਦੇ ਸੀ, ਪਰ ਇਹ ਗੱਲ ਕਦੇ ਨਹੀਂ ਸੀ ਸੁਣੀ ਕਿ ਭਾਈ ਮਹਿੰਗੇ ਭਾਅ ਦੇ ਸਮਝੌਤੇ ਕੀਤੇ ਆ। 2017 ਦੀਆਂ ਚੋਣਾਂ ਤੋਂ ਪਹਿਲਾਂ ਰੌਲਾ ਪਿਆ, ਵੋਟਾਂ ਪੈ ਗਈਆਂ, ਕਾਂਗਰਸ ਦੀ ਸਰਕਾਰ ਬਣ ਗਈ, 4 ਸਾਲ ਡੁੰਨ ਵੱਟੇ ਹੋ ਕੇ ਬਣੇ ਰਹੇ। 4 ਸਾਲ ਸਿੱਧੂ ਕਦੇ ਕਦੇ ਰੌਲਾ ਪਾਉਂਦਾ ਸੀ ਬੰਦਾ, ਇਹਦੇ ਤੋਂ ਇਲਾਵਾ ਤਾਂ ਨਹੀਂ ਕੋਈ ਬੋਲਦਾ ਸੀ। ਭਾਵੇਂ ਚੰਨੀ ਸਾਹਿਬ ਨੇ, ਕੋਈ ਨੇ, ਮੈਂ ਕੋਸ਼ਿਸ਼ ਕੀਤੀ ਪਿਛਲੇ ਦਿਨੀ ਕਿ ਸਟੇਟਮੈਂਟ ਕੋ ਪੁਰਾਣੀ ਕੱਢ ਕੇ ਦੇਖੀਏ ਕਿ ਇਸ ਮੁੱਦੇ ਦੇ ਉੱਤੇ ਜੇ ਕੋਈ ਬੰਦਾ ਝੰਡਾ ਹੀ ਕੱਢ ਕੇ ਬਹਿ ਗਿਆ ਹੋਵੇ। ਨਹੀਂ, ਆਪਾਂ ਇੰਨਾ ਜ਼ਰੂਰ ਜ਼ਿਕਰ ਕਰ ਦਈਏ, ਫਿਰ ਉਹ ਕਹਿਣ ਨਾਲ ਗੁੱਸਾ ਕਰ ਜਾਂਦੇ ਹੁੰਦੇ ਵੀ ਯਾਰ ਸਾਡਾ ਤੁਸੀਂ ਨਾਂ ਨਹੀਂ ਲੈਂਦੇ, ਸਾਡੀ ਪਾਰਟੀ ਨੇ ਕੀ ਤਾਂ ਕਰਕੇ। ਮੁੱਦਾ ਸ਼ੁਰੂ ਕਰਨ ਦਾ ਕ੍ਰੈਡਿਟ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਾਂਦਾ, ਉਹ ਹਮੇਸ਼ਾ ਹੀ ਉਹਨਾਂ ਨੂੰ ਜਾਂਦਾ, ਉਦੋਂ ਬਾਅਦ ਛੱਡ ਦਿੰਦੇ ਹੈ ਨਾ। ਮਤਲਬ ਇਹ ਉਹਨਾਂ ਨੂੰ ਕ੍ਰੈਡਿਟ ਜਾਂਦਾ ਵੀ ਇਹ ਮਹਿੰਗੀ ਬਿਜਲੀ ਦੀ ਗੱਲ ਉਹਨਾਂ ਨੇ ਸ਼ੁਰੂ ਜ਼ਰੂਰ ਕੀਤੀ। ਉਦੋਂ ਬਾਅਦ ਜਿੱਦਾਂ ਨਿਆਣਾ ਗੇਂਦ ਤੇ ਆਪਣੀ ਲਿਆਉਂਦਾ ਖੇਡਣ ਨੂੰ, ਤੇ ਮੁੜ ਕੇ ਗੇਂਦ ਕੋਈ ਹੋਰ ਲੈ ਜਾਂਦਾ ਤੇ ਉਹ ਵਿਚਾਰਾ ਮੁੜ ਕੇ ਕੰਢੇ ਤੇ ਖਲੋਤਾ ਰਿਹਾ, ਰੋਂਦਾ ਰਹਿੰਦਾ, ਉਹ ਕੰਮ ਹੋਇਆ ਉਹਦੇ ਨਾਲ। ਬੈਟ ਬਾਲ ਆਪਣਾ ਹੋਵੇ ਤਾਂ ਮੁੜ ਕੇ ਟੀਮ ਨਾਲ ਰਲ ਕੇ ਉਹ ਵੀ ਛੱਡਿਆ ਉੱਥੇ। ਚਲੋ ਆਮ ਆਦਮੀ ਪਾਰਟੀ ਨੂੰ ਵਧਾਈ ਕਿ ਤੁਸੀਂ ਕੰਮ ਸ਼ੁਰੂ ਕੀਤਾ। ਹੁਣ ਸੰਧਾਲੀਆ ਸਾਹਿਬ, ਬਿਜਲੀ ਸਮਝੌਤਿਆਂ ਦੇ ਮੁੱਦੇ ਤੇ 2 ਕੰਮ ਜਿਹੜੇ ਹੈ ਉਹ 8 ਤਰੀਕ ਨੂੰ ਜਿਹੜਾ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਹੈ ਪੰਜਾਬ ਵਿਧਾਨ ਸਭਾ ਦਾ, ਉਹਦੇ ਵਿੱਚ ਹੋਣ ਲੱਗੇ। ਬਹੁਤ ਚੰਗੀ ਗੱਲ ਹੈ। ਰੌਲਾ ਇਸ ਗੱਲ ਦਾ ਨਹੀਂ ਕਿ ਦੋਸ਼ੀ ਕੌਣ ਸਾਬਿਤ ਹੋਏਗਾ। ਜੇ ਤਾਂ ਸਮਝੌਤੇ ਗਲਤ ਹੋਏ ਆ, ਕਰਨ ਵਾਲੇ ਦੋਸ਼ੀ। ਜੇ ਸਮਝੌਤੇ ਸਹੀ ਹੋਇਆ ਤਾਂ ਐਵੇਂ ਬਿਨਾਂ ਸਿਰ ਪੈਰ ਤੋਂ ਦੋਸ਼ ਲਾਉਣ ਵਾਲੇ ਦੋਸ਼ੀ। ਇੱਕ ਬੰਦਾ ਤਾਂ ਦੋਸ਼ੀ ਹੈਗਾ, ਇਹ ਗੱਲ ਬੜੀ ਕਲੀਅਰ ਹੈ। ਹੁਣ ਇੱਥੇ ਵਾਈਟ ਪੇਪਰ ਆਊਗਾ ਤੇ ਕਲੀਅਰ ਹੋ ਜੂ। ਅਕਾਲੀ ਕਹਿੰਦੇ ਸੀ, ਤੁਸੀਂ ਇਹ ਦੇਖੋ ਕਿ ਵਾਈਟ ਪੇਪਰ ਦੀ ਲੋੜ ਕਿੰਨੀ ਹੈ, ਲੋਕਾਂ ਦੇ ਮਨ 'ਚੋਂ ਦਚਿੱਤੀ ਖਤਮ ਹੋਵੇ। ਤੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ 8 ਤਰੀਕ ਦੇ ਵਿਧਾਨ ਸਭਾ ਸੈਸ਼ਨ 'ਚ ਕੋਈ ਧਿਰ ਬਾਈਕਾਟ ਨਾ ਕਰੇ, ਸਾਰੇ ਅੰਦਰ ਬੈਠਣ, ਕਿਉਂਕਿ ਬਿਜਲੀ ਵਾਲੇ ਮੁੱਦੇ ਤੇ ਵਾਈਟ ਪੇਪਰ ਆਉਣਾ। ਅਕਾਲੀ ਕਹਿੰਦੇ ਸੀ ਕਿ ਭਾਈ ਬਿਜਲੀ ਦੀ ਕਮੀ ਸੀ, ਸਾਡੀ ਸਰਕਾਰ ਸੀ, ਕੇਂਦਰ ਸਰਕਾਰ ਨੇ ਇੱਕ ਡਰਾਫਟ ਦਿੱਤਾ ਕਿ ਤੁਸੀਂ ਸਮਝੌਤੇ ਕਰ ਲਓ ਤੇ ਇਸ ਮੁਤਾਬਕ ਕਰੋ। ਅਸੀਂ ਕਹਿੰਦੇ ਇਨ ਬਿਨ ਉਹਦੇ ਮੁਤਾਬਕ ਕੀਤਾ, ਸਾਡਾ ਵਿੱਚ ਕੋਈ ਅੱਖਰ ਨਹੀਂ। ਅਸੀਂ ਬਾਕੀ ਸੂਬਿਆਂ ਤੋਂ ਸਸਤੀ ਬਿਜਲੀ ਦੇ ਸਮਝੌਤੇ ਕੀਤੇ, ਠੀਕ ਹੈ, ਤੁਸੀਂ ਕਰਦੇ। ਉਹਦੇ ਤੋਂ ਬਾਅਦ ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਜਦੋਂ ਕਾਂਗਰਸ ਨੇ 17 ਦੀਆਂ ਚੋਣਾਂ ਲੜੀਆਂ, ਮੈਨੂੰ ਉਮੀਦ ਹੈ ਕਿ ਉਦੋਂ ਤੱਕ ਸ਼ਾਇਦ ਕੈਪਟਨ ਸਾਹਿਬ ਪਾਰਟੀ ਬਣਾ ਲੈਣ 8 ਤੱਕ। ਉਹ ਉਦੋਂ ਕਹਿੰਦੇ ਸੀ ਕਿ ਦੇਖਿਓ ਸਹੀ,
ਸਮਝੌਤੇ ਗਲਤ ਕੀਤੇ ਆ, ਮੁੜ ਕੇ ਆ ਕੇ ਕਹਿੰਦੇ ਅਸੀਂ ਰੱਦ ਨਹੀਂ ਹੋ ਸਕਦੇ ਜਦੋਂ ਸਰਕਾਰ ਬਣ ਗਈ। ਵਾਈਟ ਪੇਪਰ ਐਸੇ ਸਾਲ ਦੇ ਜਨਵਰੀ 'ਚ ਕਿਹਾ ਸੀ ਤਾਂ ਨਵੰਬਰ ਆ ਚੱਲਿਆ, ਵਾਈਟ ਪੇਪਰ ਤੱਕ ਨਹੀਂ ਆਇਆ। ਹੁਣ ਵਾਈਟ ਪੇਪਰ ਦੇ ਵਿੱਚੋਂ ਇਹ ਗੱਲ ਕਲੀਅਰ ਹੋ ਜੂ ਕਿ ਕੀ ਸਮਝੌਤੇ ਠੀਕ ਕੀਤੇ ਸੀ, ਕੀ ਬਾਕੀ ਸੂਬਿਆਂ ਦੇ ਨਾਲੋਂ ਸਸਤੇ ਕੀਤੇ ਸੀ, ਕੀ ਕੇਂਦਰ ਸਰਕਾਰ ਦੇ ਡਰਾਫਟ ਤੋਂ ਇੱਕ ਵੀ ਸ਼ਬਦ ਅੱਗੇ ਪਿੱਛੇ ਨਹੀਂ ਸੀ ਹੋਇਆ ਜਾ ਸਕਦਾ, ਕਿਉਂਕਿ ਰੌਲਾ ਪੈਂਦਾ ਸੀ ਕਿ ਗੁਜਰਾਤ ਵਾਲਿਆਂ ਨੇ ਇਦਾਂ ਸਮਝੌਤੇ ਕੀਤੇ ਕਿ ਜਿੰਨੀ ਲੋੜ ਆ ਉਦਾਂ ਖਰੀਦਾਂਗੇ, ਤੇ ਇੱਥੇ ਰੌਲਾ ਇਹ ਪੈਂਦਾ ਸੀ ਕਿ ਭਾਈ ਖਰੀਦੀਏ ਨਾ ਖਰੀਦੀਏ ਹੱਥੀਂ ਬੱਧੀ ਪੈਸੇ ਜ਼ਰੂਰ ਦੇਾਂਗੇ। ਸੱਚਾ ਕੌਣ ਹੈ, ਝੂਠਾ ਕੌਣ ਹੈ? ਸਿੱਧੂ ਸੱਚ ਬੋਲਦਾ ਹੈ, ਆਮ ਆਦਮੀ ਪਾਰਟੀ ਸੱਚ ਬੋਲਦੀ ਹੈ, ਕੈਪਟਨ ਸਾਹਿਬ ਸੱਚ ਬੋਲਦੇ ਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਚ ਬੋਲਦੇ ਨੇ? ਘੱਟੋ ਘੱਟ ਵਾਈਟ ਪੇਪਰ ਦੇ ਵਿੱਚੋਂ ਇਹ ਗੱਲ ਕਲੀਅਰ ਹੋ ਜਾਵੇ। ਤੇ ਅਸੀਂ ਸਿਆਸੀ ਪਾਰਟੀਆਂ ਦੇ ਵਰਕਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪੋ ਆਪਣੀ ਪਾਰਟੀਆਂ ਦਾ ਝੰਡਾ ਨਾ ਚੱਕਿਓ 8 ਤਰੀਕ ਨੂੰ, ਪਹਿਲਾਂ ਕਲੀਅਰ ਕਰਿਓ ਕਿ ਪਿਛਲੇ 8-10 ਸਾਲਾਂ ਦੇ ਵਿੱਚ ਜੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਖਰੀਦਣੀ ਪਈ ਹੈ, ਬਿੱਲ ਨਾ ਦੇ ਸਕਣ ਕਰਕੇ ਲੋਕਾਂ ਨੂੰ ਮੱਛਰ ਗਰਮੀਆਂ ਨੂੰ ਵੱਡ-ਵੱਡ ਖਾਂਦਾ ਰਿਹਾ, ਤਾਂ ਉਹਦਾ ਅਸਲ ਦੇ ਵਿੱਚ ਕਸੂਰਵਾਰ ਕੌਣ ਹੈ? ਆਪਣੀ ਪਰਾਈ ਪਾਰਟੀ ਨੇ ਦੇਖਿਓ, ਅਸਲ ਦੇ ਵਿੱਚ ਇਹ ਪੰਜਾਬ ਦਾ ਨੁਕਸਾਨ ਹੈ। ਇਹ ਕਿੱਥੇ ਆਪਾਂ ਬੇਨਤੀ ਹੋਰ ਕਰ ਦਈਏ, ਉਹ ਬੇਨਤੀ ਇਹ ਆ ਕਿ ਵੀ ਇਸ ਵਕਤ ਜਿੰਨਾ ਕੁ ਪ੍ਰੈਸ਼ਰ ਚੰਨੀ ਸਰਕਾਰ ਤੇ ਹੈਗਾ, ਉਹਨਾਂ ਦਾ ਹੋ ਸਕਦਾ ਵੀ ਜੇ ਉਹ ਥੱਲਿਓਂ ਕੋਈ 2-4 ਅਫਸਰ ਕਹਿੰਦੇ ਵੀ ਹੁਣ ਵੀ ਮਹਾਰਾਜ ਦੇਖੋ ਜੀ ਆਹ ਕਰ ਦਿਆਂਗੇ, ਇਹਦੇ ਨਾਲ ਇਦਾਂ ਹੋ ਜਾਣਾ ਜੀ, ਨੁਕਸਾਨ ਆਉਣ ਵਾਲੇ ਦਿਨਾਂ 'ਚ, ਉਹ ਤੂੰ ਚੁੱਪ ਰਹਿ ਯਾਰ, ਟੱਕਿਆ ਰਹਿ, ਬਸ ਇਹ ਬੰਦ ਕਰਕੇ ਇਸ ਤਰ੍ਹਾਂ ਖਹਿੜਾ ਛਡਾ, ਇੱਕ ਤਰ੍ਹਾਂ ਆਪਾਂ ਇਲੈਕਸ਼ਨਾਂ ਜਾਣਾ। ਕਿਉਂਕਿ ਜਿੱਦਾਂ ਦੇ ਫੈਸਲੇ ਆ ਰਹੇ ਨੇ ਆਪਾਂ ਉਹਨਾਂ 'ਤੇ ਵੀ ਆਉਣੇ ਬਾਅਦ 'ਚ। ਪਹਿਲਾਂ ਆਪਾਂ ਇਹ ਜਿਹੜੇ ਸਮਝੌਤੇ ਨੇ ਬਿਜਲੀ ਵਾਲੇ, ਇਹਨਾਂ ਦੀ ਗੱਲ ਕਰ ਲਈਏ। ਦੇਖੋ ਇੱਕ ਗੱਲ ਤੇ ਕਲੀਅਰ ਆ ਵੀ ਜੇ ਹੁਣ ਉਹ ਗੋਂਦਵਾਲ ਸਾਹਿਬ ਵਾਲਾ ਜਿਹੜਾ ਪ੍ਰੋਜੈਕਟ ਆ ਥਰਮਲ ਪਲਾਂਟ, ਕਹਿੰਦੇ ਵੀ ਉਹਦੇ ਨਾਲ ਜੋ ਕੁਝ ਵੀ ਸਮਝੌਤਾ ਸੀ ਆਪਾਂ ਰੱਦ ਕਰਤਾ ਜੀ, ਸਾਡਾ ਕੋਈ ਲੈਣ ਦੇਣਾ ਹੈ ਨਹੀਂ। ਹੁਣ ਇਹ ਤਾਂ ਗੱਲ ਕਲੀਅਰ ਹੈ ਵੀ ਜਿਹਨਾਂ ਨੇ ਏਡਾ ਵੱਡਾ ਜੁਗਾੜ ਲਾਇਆ, ਉਹ ਮਤਲਬ ਉੱਧਰੋਂ ਸਰਕਾਰ ਆ ਕੇ ਵੀ ਅਸੀਂ ਨਹੀਂ ਖੇਡਦੇ, ਅਸੀਂ ਨਹੀਂ ਲੈਣੀ ਬੱਤੀ, ਅਤੇ ਉਹ ਉਦੋਂ ਬਾਅਦ ਆਖਣ ਵੀ ਚੰਗਾ ਆਵੇ ਵੀ ਚਿਮਨੀਆਂ ਢਾਹ ਲਓ, ਫਿਰ ਟੈਚੀ ਚੁੱਕੀ ਅਤੇ ਆਪਾਂ ਵਾਪਸ ਚਲੇ ਜਾਂਦੇ। ਅਗਲੇ ਵੀ ਅਦਾਲਤ ਜਾਣਗੇ, ਹੈ ਨਾ, ਅਦਾਲਤ ਤੋਂ ਅੱਜ ਜਾਣ, ਕੱਲ੍ਹ ਜਾਣ, ਪਰਸੋਂ ਜਾਣ, ਉੱਥੋਂ ਸਟੇ ਮਿਲਦਾ, ਕੀ ਮਿਲਦਾ। ਇੱਕ ਤਰ੍ਹਾਂ ਨਾਲ ਕਾਨੂੰਨੀ ਪਚੜੇ 'ਚ ਤੇ ਗੱਲ ਇਹ ਪੈਣੀ ਆ। ਪਰ ਸਵਾਲ ਇਹ ਹੈ ਕਿ ਜੇ ਇਹੀ ਕੰਮ 17 ਦੇ 17.5 ਦਾ ਜਦੋਂ ਸਾਲ ਹੋ ਗਿਆ ਸੀ ਉਦੋਂ ਕੀਤਾ ਹੁੰਦਾ, ਤਾਂ ਸ਼ਾਇਦ 18-19 ਤੱਕ ਕੁਛ ਨਾ ਕੁਛ ਕਲੀਅਰ ਹੁੰਦਾ, ਅਤੇ 20 ਤੱਕ ਆਉਂਦਿਆਂ ਉਹ ਜੋ ਕੁਛ ਵੀ ਕੀਤਾ ਕਰਾਇਆ ਸੀ ਉਹ ਲੀਹ 'ਤੇ ਆ ਜਾਂਦਾ, ਅਤੇ 21-22 ਤੱਕ ਇਹ ਕਹਿਣ ਜੋਗੇ ਹੁੰਦੇ ਵੀ ਆਹ ਗਲਤ ਹੋਇਆ ਸੀ, ਅਸੀਂ ਇੱਦਾਂ ਠੀਕ ਕਰ ਲਿਆ, ਹੁਣ ਅਸੀਂ ਇੱਥੇ ਅੱਪੜ ਗਏ ਅਤੇ ਤੁਸੀਂ ਸਾਨੂੰ ਇੱਕ ਵਾਰ ਫਿਰ ਮੌਕਾ ਦਿਓ। ਇਹ ਸੰਧਾਲੇ ਸਾਹਿਬ ਬਹੁਤ ਵਧੀਆ ਤੁਸੀਂ ਤਰੀਕਾ ਦੱਸਦਾ ਕਿ ਬਿਮਾਰੀ ਲੱਗੇ, ਤੁਸੀਂ ਦੱਸਿਆ ਕਿ ਉਹ ਡਾਕਟਰ ਨੇ ਫਲਾਨੀ ਜਗ੍ਹਾ ਦੇ ਉੱਤੇ। ਮੇਰੇ ਕੋਲ ਤਰੀਕਾ ਇੱਕ ਹੋਰ ਸੀ ਕਿ ਡਾਕਟਰ ਉਹ ਵੀ ਹੈਗੇ ਬਹੁਤ ਵਧੀਆ, ਜੇ ਨਾ ਮਿਲੇ ਤਾਂ ਫਲਾਨੇ ਦੇ ਚੱਲ ਜਿਓ। ਉਹਦਾ ਤਰੀਕਾ ਕੀ ਹੈ? ਜੇ ਮੰਨ ਲਓ ਕਿ ਆਉਂਦੇ ਹੀ ਨਹੀਂ ਸੀ, ਜਿੱਦਾਂ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਕਰ ਦਿਓ ਰਾਤ, ਬੱਤੀ ਕਿੱਥੋਂ ਲੈਣੀ ਹੈ? ਮੈਂ ਕਹਿੰਦਾ ਕਿ 2017 'ਚ ਆਉਂਦੇ ਆਂ ਕੈਪਟਨ ਸਾਹਿਬ ਪ੍ਰਬੰਧ ਸ਼ੁਰੂ ਕਰ ਦਿੰਦੇ ਕਿ ਅਸੀਂ 2 ਸਾਲ ਦੇ ਵਿੱਚ ਇੰਨੇ ਜੋਗੇ ਬਣ ਜਾਣਾ ਕਿ ਭਾਈ ਜੇ ਉਹਦੇ ਨਾਲ ਸਮਝੌਤਾ ਰੱਦ ਕਰਨਾ ਪਿਆ, ਸਾਡੇ ਕੋਲ ਬੱਤੀ ਆਪਣੀ ਹੋਵੇ। ਕੋਈ ਸ਼ੁਰੂ ਤਾਂ ਕਰਦੇ, ਮਾੜਾ ਮੋਟਾ ਜੁਗਾੜ ਕਰਦੇ, ਤੇ ਅੱਜ ਵੀ ਜੇ ਰੱਦ ਕਰਨੇ ਪੈਂਦੇ ਜਾਂ ਸਾਲ ਪਹਿਲਾਂ ਰੱਦ ਕਰਨੇ ਪੈਂਦੇ ਤਾਂ ਘੱਟੋ ਘੱਟ ਉਸ ਵੇਲੇ ਅਲਟਰਨੇਟਿਵ ਹੁੰਦਾ, ਉਸ ਵੇਲੇ ਬੱਤੀ ਦੀ, ਬਿਜਲੀ ਦੀ ਘਾਟ ਦਾ ਸਾਹਮਣਾ ਨਾ ਕਰਨਾ ਪੈਂਦਾ। ਨਾ ਆਪਾਂ ਰੱਦ ਕੀਤੇ 4 ਸਾਲ, ਨਾ ਆਪਾਂ ਵਾਈਟ ਪੇਪਰ ਲਿਆਂਦਾ, ਨਾ ਆਪਾਂ ਕੋਈ ਉਹਦਾ ਬਦਲ ਪੈਦਾ ਕੀਤਾ ਕਿ ਭਾਈ ਜੇ ਕੱਲ ਨੂੰ ਇਹ ਭੱਜ ਜਾਣਗੇ ਕਰਾਂਗੇ ਕੀ। ਹੁਣ ਸੰਧਾਲੀਆ ਸਾਹਿਬ ਇਹ ਬਹੁਤ ਵੱਡਾ ਫੈਸਲਾ, ਇਹ ਛੋਟਾ ਫੈਸਲਾ ਨਹੀਂ ਕਿ ਗੋਇੰਦਵਾਲ ਸਾਹਿਬ ਦੇ ਜਿਹੜੇ ਉਹ ਪਾਵਰ ਪਲਾਂਟ ਦੇ ਨਾਲ ਬਿਜਲੀ ਸਮਝੌਤਾ ਪੰਜਾਬ ਸਰਕਾਰ ਨੇ ਰੱਦ ਕਰ ਦਿੱਤਾ, ਕਿ ਚੰਨੀ ਸਾਹਿਬ ਦੇ ਦਸਖਤ ਹੋਏ ਨੋਟਿਸ। ਹੁਣ 4 ਦੋਸ਼ ਲੱਗੇ। ਪਹਿਲੀ ਗੱਲ ਉਹ ਕਹਿੰਦੇ ਕਿ ਤੁਹਾਡੇ ਨਾਲ ਸਮਝੌਤਾ ਸੀ ਕਿ ਤੁਸੀਂ ਸਾਨੂੰ ਇੰਨੀ ਬੱਤੀ ਦੀ ਸਪਲਾਈ ਕਰੋਗੇ, ਤੁਸੀਂ 25-30% ਵੀ ਬਿਜਲੀ ਸਪਲਾਈ ਨਹੀਂ ਕੀਤੀ, ਤੁਸੀਂ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ, ਇਸ ਕਰਕੇ ਅਸੀਂ ਤੁਹਾਡੇ ਨਾਲ ਇਹ ਕਰਾਰ ਜਾਰੀ ਨਹੀਂ ਰੱਖਣਾ। ਦੂਸਰਾ, ਕੋਲੇ ਦਾ ਪ੍ਰਬੰਧ, ਕੋਲੇ ਦੀ ਖੱਡ ਦਾ ਪ੍ਰਬੰਧ ਉਹਨਾਂ ਨੇ ਕਰਨਾ ਸੀ, ਉਹ ਕਹਿੰਦੇ ਜੀ ਤੁਸੀਂ ਕਰ ਨਹੀਂ ਸਕੇ। ਤੀਸਰਾ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਤੁਸੀਂ ਸਾਨੂੰ ਬਿਜਲੀ ਜਿਹੜੀ ਹੈ ਉਸ ਕੀਮਤ ਦੇ ਉੱਤੇ ਨਹੀਂ ਦਿੰਦੇ ਰਹੇ ਜਿਹੜੀ ਤੇ ਦੇਣੀ ਚਾਹੀਦੀ ਸੀ। ਚੌਥੀ ਗੱਲ ਕਿ ਤੁਸੀਂ ਕਰਜ਼ਾ ਜਿਹੜਾ ਜਿਸ ਤਰੀਕੇ ਦੇ ਨਾਲ ਵਾਪਸ ਕਰਨਾ ਸੀ ਉਸ ਤਰੀਕੇ ਦੇ ਨਾਲ ਕੀਤਾ ਨਹੀਂ, ਸ਼ਰਤਾਂ ਦੀ ਉਲੰਘਣਾ ਕੀਤੀ ਹੈ, ਇਸ ਕਰਕੇ ਆ ਚੱਕੋ, ਤੁਸੀਂ ਸਮਝੌਤੇ ਦੀ ਉਲੰਘਣਾ ਕੀਤੀ, ਅਸੀਂ ਤੁਹਾਡੇ ਨਾਲ ਉਹ ਹੁਣ ਐਗਰੀਮੈਂਟ ਅੱਗੇ ਨਹੀਂ ਲਿਜਾਣਾ। ਮੈਨੂੰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਚੇਤੇ ਆਉਂਦੀ ਹੈ। ਉਹ ਕਹਿੰਦੇ 250 ਤੋਂ ਵੱਧ ਸਮਝੌਤੇ ਨੇ, ਸਮਝੌਤਾ ਇੱਕ ਰੱਦ ਹੋਇਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਵੀ ਅਧਿਕਾਰੀ ਇਹ ਸਾਰੀ ਪ੍ਰਕਿਰਿਆ ਨੂੰ ਦੇਖਦੇ ਸੀ, ਜਿਹੜਾ ਵੀ ਮੰਤਰੀ ਮੰਡਲ ਦਾ ਮੰਤਰੀ, ਮੇਰੇ ਖਿਆਲ ਬਿਜਲੀ ਮਹਿਕਮਾ ਕੈਪਟਨ ਸਾਹਿਬ ਕੋ ਵੀ ਰਿਹਾ, ਸਿੱਧੂ ਸਾਹਿਬ ਨੂੰ ਵੀ ਦਿੰਦੇ ਸੀ ਉਦੋਂ, ਕੀ ਉਹਨਾਂ ਨੇ ਪਿਛਲੇ ਸਮੇਂ 'ਚ ਦੇਖਿਆ ਨਹੀਂ ਕਿ ਇਹ ਬਿਜਲੀ ਦੀ ਸਪਲਾਈ ਘੱਟ ਦਿੰਦੇ ਆ? ਜੇ ਦੇਖਿਆ ਤਾਂ ਕੀ ਉਹਨਾਂ ਨੂੰ ਲਿਖਤੀ ਨੋਟਿਸ ਜਾਰੀ ਕੀਤਾ ਸੀ? ਤੇ ਜੇ ਲਿਖਤੀ ਨੋਟਿਸ ਦਾ ਉਹਨਾਂ ਨੇ ਜਵਾਬ ਦਿੱਤਾ ਤੇ ਇਹਨਾਂ ਨੇ ਕਾਰਵਾਈ ਕੀਤੀ, ਜੇ ਜਵਾਬ ਨਹੀਂ ਦਿੱਤਾ ਤਾਂ ਕਾਰਵਾਈ ਕੀ ਕੀਤੀ? ਮੈਨੂੰ ਗਰਮੀਆਂ ਚੇਤੇ ਆਉਂਦੀਆਂ, ਗਰਮੀਆਂ ਦੇ ਵਿੱਚ ਕਿੱਡੇ ਵੱਡੇ ਕੱਟ ਲੱਗੇ ਸੀ, ਕਿਸਾਨ ਕਿੰਨੇ ਤੰਗ ਹੋਏ ਸੀ ਕਿ 4 ਘੰਟੇ ਵੀ ਬਿਜਲੀ ਨਹੀਂ ਆਉਂਦੀ। ਉਦੋਂ ਇਦਾਂ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਹਨੇਰਾ ਘੁੱਪ ਛਾ ਜਾਣਾ। ਜੇ ਵੇਲੇ ਸਿਰ, ਕਿਉਂਕਿ ਇੱਕ ਦਿਨ ਤਾਂ ਹੋਇਆ ਨਹੀਂ ਕਿ ਅੱਜ ਜੀ ਇਹਨਾਂ ਦੀ ਬਿਜਲੀ ਸਪਲਾਈ ਘੱਟ ਹੋਈ ਤਾਂ ਅਸੀਂ ਰੱਦ ਕਰਤਾ, ਇਹਦਾ ਮਤਲਬ ਪਿਛਲੇ ਕਈ ਸਾਲਾਂ ਤੋਂ ਚੱਲਿਆ ਆਉਂਦਾ। ਤੇ ਜੇ ਸਾਲਾਂ ਤੋਂ ਚੱਲਿਆ ਆਉਂਦਾ, ਜਿਹੜੇ ਮੋਟੀਆਂ ਤਨਖਾਹਾਂ
ਅਫਸਰ ਪੰਜਾਬ ਸਰਕਾਰ ਦੇ ਖਾਤੇ 'ਚੋਂ ਤਾਂ ਲੋਕਾਂ ਦੇ ਟੈਕਸ ਦੇ ਪੈਸੇ 'ਚੋਂ ਲੈਂਦੇ ਆ, ਤਾਂ ਜਿਹੜੇ ਮੰਤਰੀਆਂ ਨੂੰ ਸਰਕਾਰੀ ਗੱਡੀਆਂ, ਸਰਕਾਰੀ ਤੇਲ, ਸਰਕਾਰੀ ਡਰਾਈਵਰ, ਸਰਕਾਰੀ ਘਰ ਸਭ ਕੁਝ ਮਿਲਦਾ ਤੇ ਬਿਜਲੀ ਮਹਿਕਮਾ ਉਹਨਾਂ ਦੇ ਕੋਲ ਰਿਹਾ ਹੋਣਾ ਤੇ ਹੈਗਾ, ਉਹ ਫਿਰ ਉਸ ਵੇਲੇ ਕੜਛਮਾਈਦੇ ਸੀ ਜਾਂ ਕਰਦੇ ਕੀ ਸੀ ਪਤਾ ਲੱਗੇ। ਇੱਕ ਚੀਜ਼ ਹੋਰ ਆ ਜੀ, ਜਿਹਦੇ ਗੋਂਦਵਾਲ ਸਾਹਿਬ ਦੇ ਉਹ ਜੀਵੀਕੇ ਵਾਲੇ ਪਲਾਂਟ ਦੀ ਗੱਲ ਕਰੀਏ ਨਾ, ਤੇ ਮੈਨੂੰ ਲੱਗਦਾ ਵੀ ਸ਼ਾਇਦ ਉਸ ਇਲਾਕੇ ਦੇ ਲੋਕ ਬੜੀ ਚੰਗੀ ਤਰ੍ਹਾਂ ਜਾਣਦੇ ਆ ਵੀ ਉੱਥੇ ਇੱਕ ਬੋਰਡ ਦਹਾਕਿਆਂ ਪਹਿਲਾਂ ਲੱਗਾ ਹੁੰਦਾ ਸੀ, ਜ਼ਮੀਨ ਅਕਵਾਇਰੀ ਤੋਂ ਬਾਅਦ ਵੀ ਇਹ ਜੀਵੀਕੇ ਦਾ ਪਲਾਂਟ ਲੱਗਣਾ। ਉਦੋਂ ਕਿਸੇ ਨੂੰ ਪਤਾ ਵੀ ਨਹੀਂ ਸੀ ਵੀ ਯਾਰ ਇਹ ਜੀਵੀਕੇ ਕੀ ਹੈ। ਜੇ ਮੈਂ ਗਲਤ ਨਹੀਂ ਤੇ ਮੇਰੇ ਖਿਆਲ ਨਾਲ ਅਕਾਲੀ ਭਾਜਪਾ ਸਰਕਾਰ ਜਿਹੜੀ ਪਹਿਲਾਂ ਰਹੀ ਉਹ ਤੋਂ ਵੀ ਪਹਿਲਾਂ ਦੀ ਗੱਲ ਕਰਦਾ ਵੀ ਜੇ ਉਹ ਤੋਂ ਪਹਿਲਾਂ ਵੀ ਕਿਤੇ ਉਹਨਾਂ ਦਾ ਇੱਕ ਦਿਮਾਗ 'ਚ ਸੀ ਵੀ ਇੱਥੇ ਇੱਕ ਜਗ੍ਹਾ ਆ ਤੇ ਉਸ ਜਗ੍ਹਾ 'ਤੇ ਆਪਾਂ ਥਾਂ ਲੈ ਕੇ ਫਿਰ ਥਰਮਲ ਪਲਾਂਟ ਬਣਾਵਾਂਗੇ। ਜੇ 3-4 ਸਰਕਾਰਾਂ ਲੰਘਣ ਤੋਂ ਬਾਅਦ ਜਿਹੜੀ ਚੀਜ਼ ਉਦੋਂ ਪਲਾਨ ਕੀਤੀ ਵੀ ਆਪਾਂ ਇਦਾਂ ਕਰਾਂਗੇ, 3-4 ਸਰਕਾਰਾਂ ਲੰਘ ਗਈਆਂ। 3-4 ਸਰਕਾਰਾਂ ਦਾ ਮਤਲਬ ਵੀ ਮੁੰਡਾ ਜੰਮ ਕੇ ਵਿਆਹ ਗਿਆ, ਗਾਂ ਉਹਦੇ ਨਿਆਣਾ ਵੀ ਹੋ ਗਿਆ। ਉਸ ਤੋਂ ਬਾਅਦ ਅੱਜ ਆਪਾਂ ਬਹਿ ਕੇ ਇਹ ਫੈਸਲਾ ਕਰ ਰਹੇ ਵੀ ਹੋ ਇਹਨਾਂ ਤੇ ਠੀਕ ਨਹੀਂ ਕੀਤਾ ਕੰਮ। ਤੇ ਫਿਰ ਉਦੋਂ ਕਿਹੜੀ ਮਤਲਬ ਆਪਾਂ ਹਿਸਾਬ ਕਿਤਾਬ ਦੇ ਹਿਸਾਬ ਨਾਲ ਉਹ ਸਾਰੀ ਜ਼ਮੀਨ ਦਿੱਤੀ ਜਾਂ ਸਮਝੌਤੇ ਕੀਤੇ, ਫੈਸਲੇ ਕੀਤੇ, ਤੇ ਫਿਊਚਰ ਪਲਾਨ ਫਿਰ ਕੀ ਸੀਗਾ ਭਾਈ? ਫਿਊਚਰ ਪਲਾਨ ਅੱਛਾ ਜਿਹੜਾ ਹੋ ਗਿਆ ਚਲੋ ਫਿਰ ਤੇ ਵਧੀਆ, ਫਿਰ ਤੇ ਨਿਬੜ ਗਿਆ ਕੰਮ। ਫਿਊਚਰ ਪਲਾਨ ਆ ਕਿ ਹੁਣ 3 ਮਹੀਨੇ ਪੋਸਟਰ ਲੱਗਣਗੇ, ਠਾ ਕਰਕੇ ਦੇਖਿਆ ਬਿਜਲੀ ਸਮਝੌਤੇ ਆਂਦਿਆਂ ਹੀ ਰੱਦ ਕਰ ਦਿੱਤੇ ਆ। ਹੁਣ ਸੰਧਾਰੀਆ ਸਾਹਿਬ ਦੂਸਰੀ ਗੱਲ ਮੇਰੀ ਸੁਣੋ, ਕਿਉਂਕਿ ਦੇਖੋ ਜਿਹੜੇ ਗੋਲ ਰੋਕਣੇ ਹੁੰਦੇ ਆ ਨਾ ਉਹ ਬਹੁਤ ਜ਼ਰੂਰੀ ਹੁੰਦੇ ਆ ਕਿ ਤੁਸੀਂ ਗੋਲ ਕਿੱਦਾਂ ਰੋਕਣੇ ਆ, ਤੁਸੀਂ ਸ਼ਗਨ ਕਿੱਦਾਂ ਦੇਣਾ, ਬਹੁਤ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਹੁਣ ਉਸੇ ਹੀ 8 ਤਰੀਕ ਦਾ ਇੱਕ ਝਗੜਾ ਹੋਰ ਹੈ। ਹੁਣ ਤੁਸੀਂ ਇਹ ਦੇਖੋ ਕਿ ਜੰਗਵੀਰ ਸਿੰਘ ਚੌਹਾਨ ਕਿਸਾਨ ਜਥੇਬੰਦੀ ਦੇ ਪ੍ਰਧਾਨ ਨੇ, ਆਗੂ ਨੇ ਦੁਆਬੇ ਤੋਂ, ਉਹ ਇੱਕ ਕੁਰਸੀ ਤੇ ਬੈਠੇ ਆ, ਨਾਲ ਦੀ ਕੁਰਸੀ ਦੇ ਉੱਤੇ ਚਰਨਜੀਤ ਸਿੰਘ ਚੰਨੀ ਬੈਠੇ ਆ, ਮੁੱਖ ਮੰਤਰੀ ਪੰਜਾਬ, ਤੇ ਉਹ ਖੰਡ ਮਿੱਲਾਂ ਦਾ ਮਸਲਾ ਉੱਥੇ ਲੈ ਕੇ ਗਏ ਕਿ ਭਾਈ ਆ ਦੇਖੋ ਪੈਸੇ ਧੇਲੇ ਦਾ ਮਸਲਾ, ਮਿੱਲਾਂ ਕਦੋਂ ਚੱਲਣੀਆਂ, ਪਰਚੀਆਂ ਕਿੱਦਾਂ ਮਿਲਣੀਆਂ। ਚੰਨੀ ਸਾਹਿਬ ਨੇ ਉਸੇ ਵੇਲੇ ਹੀ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਟੈਲੀਫੋਨ ਲਵਾਇਆ। ਉਹ ਕਹਿੰਦੇ ਜੀ ਮਿੱਲਾਂ ਵਾਲੇ ਤਾਂ ਰਾਜੇਵਾਲ ਸਾਹਿਬ ਹੁਣੇ ਸੱਦ ਲੈਣੇ ਆ, ਪਹਿਲਾਂ ਅਫਸੋਸ ਕੀਤਾ, ਉਹਨਾਂ ਦੇ ਪਰਿਵਾਰ ਦੇ ਵਿੱਚ ਨੁਕਸਾਨ ਹੋਇਆ, ਘਾਟਾ ਹੋਇਆ। ਕਹਿੰਦੇ ਜੀ ਮਿੱਲਾਂ ਵਾਲੇ ਤਾਂ ਹੁਣੇ ਸੱਦ ਲੈਣੇ ਆ, ਮਿੱਲਾਂ ਤੁਸੀਂ ਉਹ ਮੇਰੇ ਤੇ ਰਹਿਣ ਦਿਓ, ਮਿੱਲਾਂ ਚੱਲਣਗੀਆਂ, ਸਾਰਾ ਗੰਨਾ ਚੱਕਣਗੀਆਂ, ਉਹ ਤੁਸੀਂ ਛੱਡ ਦਿਓ ਗੱਲ ਨੂੰ, ਉਹ ਮੇਰੀ ਆਪ ਦੀ ਡਿਊਟੀ ਹੈ। ਨਾਲ ਹੀ ਫਿਰ ਉਹ ਕਹਿੰਦੇ ਜੀ ਦੇਖੋ ਜੀ ਅਸੀਂ ਖੇਤੀ ਕਾਨੂੰਨ ਪੰਜਾਬ ਵਿਧਾਨ ਸਭਾ 'ਚ ਰੱਦ ਕਰਨੇ ਆ, ਰਾਜੇਵਾਲ ਸਾਹਿਬ ਬੇਨਤੀ ਕਰਦੇ ਆ ਕਿ ਤੁਸੀਂ ਸਾਨੂੰ ਲਿਖ ਕੇ ਭੇਜ ਦਿਓ ਕਿ ਕਿਹੜਾ ਤੁਸੀਂ ਇਬਾਰਤ ਉੱਥੇ ਚਾਹੁੰਦੇ ਹੋ, ਅਸੀਂ ਕੰਨਾ ਵੀ ਨਹੀਂ ਕੱਟਣਾ, ਬਿੰਦੀ ਵੀ ਨਹੀਂ ਕੱਟਣੀ, ਟਿੱਪੀ ਵੀ ਨਹੀਂ ਕੱਟਣੀ, ਜੋ ਲਿਖ ਕੇ ਭੇਜ ਦਿਓਗੇ 8 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਅਸੀਂ ਉਦਾਂ ਹੀ ਪਾਸ ਕਰ ਦੇਣਾ ਹੈ। ਪਰ ਬੇਨਤੀ ਇਹ ਹੈ ਕਿ ਲਿਖ ਕੇ ਤੁਸੀਂ ਭੇਜ ਦਿਓ ਸਾਰੀਆਂ ਯੂਨੀਅਨਾਂ ਦੇ ਨਾਲ ਤੁਸੀਂ ਹਿਸਾਬ ਕਰਕੇ। ਤੇ ਜਿਹੜਾ ਸਭ ਤੋਂ ਅਹਿਮ ਗੱਲ ਉਹਨਾਂ ਨੇ ਕਰ ਦਿੱਤੀ, ਕਿਉਂਕਿ ਚੰਨੀ ਸਾਹਿਬ ਦੀ ਕੈਪਟਨ ਸਾਹਿਬ ਨਾਲ ਮੀਟਿੰਗ ਵੀ ਹੋਈ ਸੀ ਤੇ ਬਾਰ-ਬਾਰ ਉਹ ਕੈਪਟਨ ਸਾਹਿਬ ਵੀ ਕਹਿੰਦੇ ਸੀ ਸਿੱਧੂ ਹੀ ਮਾੜਾ ਬੰਦਾ, ਚੰਨੀ ਠੀਕ ਹੈ। ਉਹ ਕਹਿੰਦੇ ਜੀ ਦੇਖੋ ਰਾਜੇਵਾਲ ਸਾਹਿਬ ਇੱਕ ਗੱਲ ਪੱਕੀ ਹੈ, ਤੁਸੀਂ ਜੋ ਲਿਖ ਕੇ ਭੇਜ ਦੋਗੇ ਖੇਤੀ ਕਾਨੂੰਨ ਰੱਦ ਕਰਨ ਦੇ ਬਾਰੇ, ਉਹੀ ਕਰਦੇ ਆ, ਮੈਨੂੰ ਸਰਕਾਰ ਟੁੱਟਣ ਦਾ ਖਤਰਾ ਨਹੀਂ। ਤੇ ਨਾਲ ਇਹ ਵੀ ਕਹਿ ਦਿੱਤਾ ਰੱਦ ਉਦੋਂ ਵੀ ਕਰ ਦੇਣੇ ਸੀ, ਉਦੋਂ ਅਫਸਰਾਂ ਨੇ ਡਰਾ ਰੂ ਦਿੱਤੇ। ਇਹਦਾ ਮਤਲਬ ਕੀ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੋਧ ਕੀਤੀ ਸੀ। ਇਹਦਾ ਮਤਲਬ ਇਹ ਹੋਇਆ ਕਿ ਉਦੋਂ ਅਫਸਰਾਂ ਨੇ ਕੁਝ ਐਸਾ ਦੱਸ ਦਿੱਤਾ ਕਿ ਕੈਪਟਨ ਸਾਹਿਬ ਡਰ ਗਏ। ਮੰਤਰੀ ਮੰਡਲ ਦੇ ਵਿੱਚ ਤਾਂ ਚੰਨੀ ਸਾਹਿਬ ਵੀ ਸੀਗੇ। ਇਹਦੇ ਤੋਂ ਬਾਅਦ ਹੁਣ ਕੈਪਟਨ ਸਾਹਿਬ ਥੋੜਾ ਜਿਹਾ ਭੁੜਕਿਆ ਤੇ ਟਵੀਟ ਉਹਨਾਂ ਦਾ ਵੀ ਆ ਗਿਆ। ਇਹ ਆਪਾਂ ਉਹਦੇ ਤੇ ਵੀ ਆਉਂਦੇ ਆ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਰਾਜੇਵਾਲ ਸਾਹਿਬ ਨੂੰ ਫੋਨ ਕੀਤਾ ਉਤੇ ਇੰਨੀ ਗੱਲ ਕੀਤੀ ਹੋਊਗੀ। ਰਾਜੇਵਾਲ ਸਾਹਿਬ ਜਿੱਦਾਂ ਉਹ ਗੱਲ ਪੁਰਾਣੀ ਲੈ ਜਾਂਦੇ, ਉਹਨਾਂ ਕਹਿਣਾ ਵੀ ਮੈਂ ਤੇ ਉਦੋਂ ਵੀ ਕਿਹਾ ਸੀ ਚੰਨੀ ਸਾਹਿਬ 2017 ਦੀ ਗੱਲ ਹੈ, ਫਰਵਰੀ ਮਹੀਨਾ ਮੈਂ ਬੰਦੇ ਮੈਂ ਸਾਰੇ ਭਾਏ, ਪਹਿਲਾਂ ਮੈਂ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ, ਮੈਨੂੰ ਉਦੋਂ ਪਤਾ ਲੱਗ ਗਿਆ ਸੀ ਵੀ ਇਹਨਾਂ ਨੇ ਆਹ ਕਰਤੂਤ ਕਰਨੀ ਹੈ। ਮੈਂ ਤੁਹਾਡੇ ਇਕੱਲੇ ਬੰਦੇ ਨੂੰ ਇਕੱਲੀ ਪਾਰਟੀ ਨੂੰ ਦੱਸਿਆ, ਉਦੋਂ ਤੁਸੀਂ ਕੀ ਕਰਦੇ ਹਾਂ ਭਾਈ। ਤੇ ਹੁਣ ਜਿਹੜਾ ਤੁਸੀਂ ਮੈਨੂੰ ਕਹਿੰਦੇ ਵੀ ਕਾਗਜ਼ ਮੈਂ ਲਿਖ ਕੇ ਦੇ ਦੇਵਾਂ, ਜੇ ਕਾਗਜ਼ ਮੈਂ ਹੀ ਲਿਖ ਕੇ ਦੇਣਾ ਫਿਰ ਤੁਸੀਂ ਕੀ ਕਰਦੇ ਹੋ ਭਾਈ? ਮਾਰੇ ਇੱਧਰ ਬਹਿ ਕੇ ਦੇ ਦੇ ਇੱਥੇ। ਮਤਲਬ ਇਹ ਇੱਥੋਂ ਤੱਕ ਦੇਖੋ ਕੰਮ ਅੱਪੜ ਗਿਆ ਵੀ ਜੇ ਹੁਣ ਆਪਾਂ ਨੂੰ ਲੱਗਦਾ ਵੀ ਜਿਹੜਾ ਕੰਮ ਜਿਹੜੇ ਬੰਦੇ ਦੇ ਹਿਸਾਬ ਨਾਲ ਹੋ ਸਕਦਾ ਜਾਂ ਜਿਹਨੂੰ ਜ਼ਿਆਦਾ ਤਜਰਬਾ ਆਪਾਂ ਉਹਨੂੰ ਪੁੱਛ ਲਈਏ। ਪਿੰਡ 'ਚ ਵੀ ਹੁੰਦਾ ਨਾ ਵੀ ਜੇ ਮੰਨ ਲਓ ਵੀ ਕਿਸੇ ਨੇ ਕੋਈ ਕੰਮ ਪਹਿਲੀ ਵਾਰ ਕਰਨਾ, ਮੰਨ ਲਓ ਕੋਈ ਫਲਾਨਾ ਯਾਰ ਉਹ ਫਲਾਣੇ ਨੂੰ ਪੁੱਛ ਗਿਆ ਯਾਰ ਆਪਾਂ ਕਦੀ ਛੋਲੇ ਬੀਜੇ ਨਹੀਂ, ਉਹਨੂੰ ਵਾਹਵਾ ਹਿਸਾਬ ਆ ਹੈ ਨਾ। ਜਾਂ ਕੋਈ ਕਿਸੇ ਵੇਲੇ ਇਹ ਹੁੰਦਾ ਵੀ ਉਹ ਯਾਰ ਆਪਾਂ ਨਾ ਬਈ ਛੱਟੇ ਵਾਲੀ ਕਣਕ ਨਹੀਂ ਬੀਜੀ, ਉਹਨਾਂ ਫਲਾਨਾ ਬੰਦਾ ਛੱਟਾ ਬਹੁਤ ਵਧੀਆ ਦਿੰਦੇ, ਉਹਨੂੰ ਲੈ ਕੇ ਆਓ। ਮਤਲਬ ਜੇ ਪਿੰਡਾਂ ਥਾਵਾਂ ਤੇ ਵੀ ਇਹ ਕੰਮ ਚੱਲ ਸਕਦਾ ਤੇ ਸਰਕਾਰੀ ਲੈਵਲ ਤੇ ਆਪਾਂ ਨੂੰ ਕੀ ਸੱਪ ਸਮਝ ਜਾਂਦਾ? ਨਹੀਂ, ਇਹ ਬਹੁਤ ਇੰਪੋਰਟੈਂਟ ਗੱਲ ਹੈ। ਆਪਾਂ ਘਰਾਂ ਦੇ ਵਿੱਚ ਦੇਖਿਆ ਆਟੇ ਪਾਣੀ ਪਾਉਣਾ ਹੋਵੇ ਤਾਂ ਬੀਬੀ ਕਿਸੇ ਬਜ਼ੁਰਗ ਨੂੰ ਸੱਦੋ, ਕੋਈ ਨਿੱਕਾ ਨਿਆਣਾ ਘਰੇ ਹੋਇਆ ਉਹਦਾ ਕੋਈ ਦਿਨ ਸੁੱਧ ਕਰਨਾ ਹੈ, ਕੋਈ ਬੀਬੀ ਬਜ਼ੁਰਗ ਨੂੰ ਸੱਦੋ। ਅਸੀਂ ਤਾਂ ਮਰਨ ਦੇ ਵੇਲੇ ਘੜਾ ਭੰਨਣ ਤੱਕ ਵੀ ਬਜ਼ੁਰਗਾਂ ਤੋਂ ਸਲਾਹਾਂ ਲਈਦੇ ਹਾਂ ਕਿ ਭਾਈ ਉਹਨਾਂ ਕੋਲ ਤਜਰਬਾ ਹੈ, ਆਹ ਵੀ ਫਲਾਨਾ ਸੋਨੂੰ ਸੱਦ ਲਓ ਭਾਈ। ਤੇ ਹੁਣ ਤਾਂ ਸਾਡੇ ਕੋਲ ਸੁਖਨਾ ਮੰਤਰੀ ਮੰਡਲ ਤੇ ਸਿਆਸੀ ਲੀਡਰ ਵੀ ਇਦਾਂ ਦੇ ਜਿਹੜੇ ਕਹਿੰਦੇ ਅਸੀਂ ਆਮ ਲੋਕਾਂ ਦੇ ਵਿੱਚੋਂ ਆ। ਚੰਗੀ ਗੱਲ ਹੈ। ਚੰਗਾ ਇਹ ਹੁੰਦਾ ਕਿ ਉਹਨਾਂ ਨੂੰ ਲਿਖ ਕੇ ਨਾ ਭੇਜਦੇ, ਉਹਨਾਂ ਨੂੰ ਸੱਦ ਲੈਂਦੇ ਕਿ ਘੰਟਾ ਕਿ ਸਾਨੂੰ ਸਮਝਾ ਜਾਓ ਯਾਰ ਮਾੜਾ ਜਿਹਾ ਵੀ, ਕਿਉਂਕਿ ਫਾਰਮੂਲਾ ਸਮਝ ਆ ਜਾਵੇ ਵੀ ਕਹਾਣੀ ਕੀ ਹੈ
ਉਹਦੇ ਤੋਂ ਬਾਅਦ ਆਪ ਹੀ ਲਿਖ ਲਈਏ ਕੇਂਦਰ ਸਰਕਾਰ ਦੇ ਨਾਲ ਗੱਲਾਂ ਤੁਸੀਂ ਕਰਨੀਆਂ। ਨਹੀਂ, ਪਰ ਇੱਥੇ ਇੱਕ ਸਵਾਲ ਇਹ ਵੀ ਆ ਹੈ, ਜਾਓ। ਆਪਾਂ ਅੱਗੇ ਵੀ ਬੜੀ ਵਾਰਾਂ ਕਿਹਾ ਕੈਪਟਨ ਸਾਹਿਬ ਵੀ 4.5 ਸਾਲ ਉਹਨਾਂ ਕੋਲੇ ਫੌਜ ਸੀ ਜਿਨ੍ਹਾਂ ਨੇ ਕੰਮ ਸੀ ਸਲਾਹਕਾਰ ਦੇ ਤੌਰ ਤੇ। ਹੁਣ ਉਹ ਕਾਰ ਤੇ ਤਾਂ ਰਹੇ, ਸਲਾਹ ਉਹਨਾਂ ਨੇ ਕੀਤੀ ਇਹ ਨਹੀਂ ਪਤਾ। ਤੇ ਉਸ ਤੋਂ ਬਾਅਦ ਜਿਹੜੀ ਥੱਲੇ ਵਾਲੇ ਬੰਦੇ ਨੇ ਅਫਸਰ ਸਾਹਿਬਾਨ ਜਿਨ੍ਹਾਂ ਨੇ ਸਾਰਾ ਕੁਝ ਕਾਗਜ਼ ਪੱਤਰ ਉਹ ਜਿਹਨਾਂ ਤੋਂ ਪਹਿਲਾਂ ਤੁਸੀਂ ਜ਼ਿਕਰ ਕੀਤਾ ਵੀ ਹਾਂਜੀ ਅਫਸਰਾਂ ਨੇ ਡਰਾਤਾ ਸੀ ਜੀ, ਉਹ ਸਿਰਫ ਡਰਾਉਣ ਦਾ ਕੰਮ ਹੀ ਕਰਦੇ ਕਿ ਜਾਂ ਮਾੜਾ ਮੋੜ ਸਮਝਾਉਣ ਦਾ ਕੰਮ ਹੀ ਕਰਦੇ ਵੀ ਮਹਾਰਾਜ ਇਦਾਂ ਕਰ ਲਓ, ਕਿਉਂਕਿ ਉਹਨਾਂ ਨੇ ਤਾਂ ਉੱਥੇ ਹੀ ਰਹਿਣਾ ਨਾ। ਅਫਸਰਾਂ ਦੇ ਹੱਥ 'ਚ ਬਹੁਤ ਵੱਡੀ ਤਾਕਤ ਹੁੰਦੀ ਆ। ਜੇ ਉਹ ਡਰਾਉਣ ਨਾਲੋਂ ਸਮਝਾਉਣ ਵਾਲੇ ਪਾਸੇ ਤੁਰ ਪੈਂਦੇ ਤੇ ਬੰਦਾ ਵੀ ਸਮਝਣ ਵਾਲਾ ਹੁੰਦਾ ਤੇ ਸ਼ਾਇਦ ਅੱਜ ਵਿਚਾਰੇ ਜਿਹੜੇ ਮਤਲਬ ਪੰਜਾਬ ਦੇ ਲੋਕ ਇੱਧਰ ਉੱਧਰ ਵੇਂਦੇ ਯਾਰ ਸਮਝ ਲੱਗੀ ਕੋਈ, ਉਹ ਨਹੀਂ ਮੈਨੂੰ ਨਹੀਂ ਲੱਗੀ। ਦੇਖੋ ਗੱਲ ਉਹ ਅਫਸਰ ਚੰਗੀ ਤਰ੍ਹਾਂ ਜਾਣਦੇ ਆ। ਤੁਸੀਂ ਆਪਦੇ ਘਰੇ ਬੱਚੇ ਨੂੰ ਪੜਾਉਣਾ ਹੈ, ਤੁਹਾਡੇ ਕੋਲੇ ਇੱਕ ਤਰੀਕਾ ਚੂੰ ਕੀਤੀ ਤਾਂ ਦੇਖੀ ਉਹ ਦੁਬਕ ਗਿਆ। ਦੂਜੇ ਪਾਸੇ ਪੁੱਤ ਰੋਈਦਾ ਨਹੀਂ ਹੁੰਦਾ, ਪੁੱਤ ਰੌਲਾ ਨਹੀਂ ਪਾਈਦਾ ਹੁੰਦਾ, ਪੁੱਤ ਗੁਆਂਢੀ ਫਿਰ ਤੰਗ ਕਰਨਗੇ, ਉਹ 10 ਸਵਾਲ ਕਰੂਗਾ, ਇਹਨਾਂ ਚੰਗਾ ਨਹੀਂ ਇੱਕ ਵਾਰੀ ਘੂਰੀ ਵੱਟ ਦਿਓ ਇਦਾਂ ਕਰਕੇ। ਅਗਲਿਆਂ ਨੇ ਉਹ ਕੰਮ ਕਰ ਲਿਆ। ਡਰਾਉਣ ਤੇ ਸਮਝਾਉਣ 'ਚ ਇੰਨਾ ਹੀ ਫਰਕ ਆ। ਹੁਣ ਸੰਧਾਲੀਆ ਸਾਹਿਬ ਤੁਸੀਂ ਇੱਥੇ ਦੇਖੋ ਜੀ, ਪਹਿਲੀ ਵਾਰ ਹੀ ਰੌਲਾ ਪਿਆ। ਹੁਣ ਤੱਕ ਲੱਗਦਾ ਸੀ ਕਿ ਭਾਈ ਚੰਨੀ ਸਾਹਿਬ ਤੇ ਕੈਪਟਨ ਸਾਹਿਬ ਆਪਸ ਦੇ ਵਿੱਚ ਇਦਾਂ ਹੀ ਚੱਲ ਲੈਣਗੇ, ਕੋਈ ਬਹੁਤਾ ਰੌਲਾ ਨਹੀਂ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਕਿਸਾਨ ਮੁੱਦਿਆਂ ਤੇ ਚੰਨੀ ਸਾਹਿਬ ਐਵੇਂ ਲੋਕਾਂ ਨੂੰ ਭਰਮਾਓ ਨਾ, ਝੂਠਾ ਪ੍ਰਚਾਰ ਨਾ ਕਰੋ। ਤੁਹਾਨੂੰ ਵੀ ਪਤਾ ਹੈ ਕਿ ਮਤੇ ਆਪਾਂ ਵੀ ਪਾਸ ਕੀਤੇ ਸੀ, ਰਾਜਪਾਲ ਸਾਹਿਬ ਨੇ ਅੱਗੇ ਨਹੀਂ ਭੇਜੇ, ਤਾਂ ਹੋ ਸਕਦਾ ਤੁਹਾਡੇ ਵਾਲੇ ਬਿਨਾਂ ਭੇਜਣ। ਮੈਂ ਵੀ ਕਹਿੰਦੇ ਕਿਸਾਨ ਆਗੂਆਂ ਤੋਂ ਪੂਰੀਆਂ ਸਲਾਹਾਂ ਲਈਆਂ ਸੀ, ਜਿੱਦਾਂ ਕਿਸਾਨ ਆਗੂਆਂ ਨੇ ਕਿਹਾ ਸੀ ਮੈਂ ਵੀ ਕੰਮ ਉਦਾਂ ਹੀ ਕੀਤਾ। ਹੁਣ ਤੁਸੀਂ ਵੀਡੀਓ ਜਾਰੀ ਕਰਕੇ ਜੇ ਇਦਾਂ ਕਹੋ ਕਿ ਖਰੇ ਤੁਸੀਂ ਉਹ ਕਰਨ ਲੱਗੇ, ਇਹ ਗੱਲ ਗਲਤ ਹੈ। ਤੁਹਾਨੂੰ ਵੀ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਮੁੱਦੇ ਤੇ ਸਿਆਸਤ ਕਰਨਾ ਚਾਹੁੰਦੇ ਆ, ਤਾਂ ਜੇ ਉਸ ਮੁੱਦੇ ਦੇ ਉੱਤੇ ਚੰਨੀ ਸਾਹਿਬ ਦੀ ਵੀਡੀਓ ਆ ਜਾਵੇ ਕਿ ਭਾਈ ਆ ਦੇਖੋ ਕਿਸਾਨ ਜਥੇਬੰਦੀਆਂ ਨੂੰ ਕਿਹਾ ਕੋਈ ਕੰਨਾ, ਕੋਈ ਬਿੰਦੀ, ਕੋਈ ਟਿੱਪੀ, ਕੋਈ ਸਿਹਾਰੀ, ਕੋਈ ਬਿਹਾਰੀ, ਕੋਈ ਸਭ ਕੁਝ ਕੱਟਣਾ ਹੀ ਕੁਝ ਨਹੀਂ, ਉਦਾਂ ਹੀ ਫਿਰ ਚੇਪ ਦਿਆਂਗੇ। ਪਰ ਕੈਪਟਨ ਸਾਹਿਬ ਦਾ ਰਿਐਕਟ ਕਰਨਾ ਤਾਂ ਬਣਦਾ ਹੀ ਸੀ ਨਾ। ਨਹੀਂ, ਕੈਪਟਨ ਸਾਹਿਬ ਦਾ ਰਿਐਕਸ਼ਨ ਜਿਹੜਾ ਨਾ ਉਹ ਕਈ ਗੱਲਾਂ ਮਤਲਬ ਇੱਕ ਤਾਰ ਨਹੀਂ ਜੁੜਦੀ, ਇੱਕ 3 ਫੇਸ ਵਾਲਾ ਕੰਮ। ਉਹ 3 ਫੇਸ ਵਾਲਾ ਟਰਾਂਸਫਾਰਮਰ ਜੋੜਨ ਨੂੰ ਫਿਰਦੇ ਆ ਤੇ ਮੈਨੂੰ ਐਂ ਲੱਗਦਾ ਵੀ ਕਦੀ ਇੱਕ ਤਾਰ ਜੁੜ ਜਾਂਦੀ ਹੈ, ਕਦੀ ਦੂਜੀ ਜੁੜ ਜਾਂਦੀ ਹੈ, ਕਦੀ ਅਰਥ ਵਾਲੀ ਰਹਿ ਜਾਂਦੀ ਹੈ ਜੀ। ਪਿਛਲੇ ਦਿਨ ਜਦੋਂ ਉਹਨਾਂ ਨੇ ਮਤਲਬ ਪ੍ਰੈਸ ਕਾਨਫਰੰਸ ਕੀਤੀ ਉਦੋਂ ਤੇ ਆਸ ਸੀਗੀ ਵੀ ਲੈ ਵੀ ਸਾਰੀਆਂ ਤਾਰਾਂ ਜੋੜ ਕੇ ਉਹ ਘੋੜਾ ਜਿਹਾ ਹੀ ਚੁੱਕਣੇ ਤੇ ਲੈ ਬਲਬ ਜਗਿਆ ਲੈ ਨਵੀਂ ਪਾਰਟੀ ਵਾਲਾ। ਪਰ ਉਧਰ ਵੀ ਰਹਿ ਗਿਆ ਕੰਮ। ਉਧਰ ਕਿਉਂ ਕੋਈ ਬਾਅਦ 'ਚ ਕਹਿੰਦੇ ਵੀ ਨਹੀਂ ਉਹ ਲਾਲ ਰੰਗ ਵਾਲੀ ਤਾਰ ਉੱਥੇ ਨਹੀਂ, ਉੱਥੇ ਲਾਉਣੀ ਸੀ ਮਹਾਰਾਜ, ਉਹ ਇਦਾਂ ਨਹੀਂ ਹੋ ਗਈ ਗੱਲਬਾਤ। ਪਰ ਹੁਣ ਜਿੱਦਾਂ ਕੈਪਟਨ ਸਾਹਿਬ ਹਰੇਕ ਵਾਰ ਬਿਆਨ ਦਿੰਦੇ, ਹੁਣ ਵੀ ਦਿੱਤਾ ਉਹਨਾਂ ਨੇ, ਕਾਂਗਰਸ ਨਾਲ ਤੇ ਕਹਿੰਦੇ ਕੋਈ ਗੱਲ ਨਹੀਂ ਆਪਣੀ, ਠੀਕ ਹੈ ਸੋਨੀਆ ਗਾਂਧੀ ਨੂੰ ਹਿਮਾਇਤ ਕਰਦੇ, ਵਧੀਆ ਗੱਲ ਹੈ, ਉਹਨਾਂ ਦਾ ਧੰਨਵਾਦੀ ਅਸੀਂ। ਪਰ ਸੋਨੀਆ ਗਾਂਧੀ ਸਮਾਂ ਲੰਘ ਗਿਆ, ਹੁਣ ਟਾਈਮ ਲੰਘ ਗਿਆ, ਹੁਣ ਤਾਂ ਵੱਖਰੀ ਪਾਰਟੀ ਬਣਨੀ ਆ ਤੇ ਪਾਰਟੀ ਤੋਂ ਬਾਅਦ ਤੁਸੀਂ ਦੇਖਿਓ ਪੰਜਾਬ ਦੇ ਵਿੱਚ ਨਵਾਂ ਵਿਕਾਸ ਕਰਨਾ। ਮੈਨੂੰ ਸਮਝ ਇਹ ਵੀ 4.5 ਸਾਲ ਜਿਹੜਾ ਸੀਗਾ ਉਹ ਪਤਾ ਨਹੀਂ ਕਿਹੜਾ ਰਹਿ ਗਿਆ ਵਿਕਾਸ। ਹੁਣ ਪਰ ਚਲੋ ਜੇ ਬੀਜੇਪੀ ਆਂਦੀ ਵੀ ਨਵਾਂ ਪੰਜਾਬ ਬਣਾਉਣਾ, ਇਹਨਾਂ ਨੇ ਨਵਾਂ ਵਿਕਾਸ ਕਰਨਾ, ਕੁਛ ਨਾ ਕੁਛ ਤੇ ਨਵਾਂ ਕਰਨਾ ਹੀ ਹੈ ਨਾ। ਨਹੀਂ ਜ਼ਰੂਰੀ ਹੈ ਉਧਰਲੇ ਪਾਸੇ ਤੁਰ ਪੈਣਾ। ਹੁਣ ਤੁਸੀਂ ਦੇਖੋ ਇਹ ਗੱਲ ਬੜੀ ਕਲੀਅਰ ਹੋ ਗਈ। ਪਿੰਡ ਦੇ ਵਿੱਚ ਹੋ ਸਕਦਾ ਅਸੀਂ ਘਰੇ ਵਿਆਹ ਧਰਿਆ ਹੋਵੇ, ਸੰਧਾਲੀਆਂ ਨੂੰ ਕਾਰਡ ਆਈ ਦਿੱਤਾ ਨਾ ਹੋਵੇ, ਤੇ ਉਹ ਆਪਣੇ ਪੱਧਰ ਦੇ ਉੱਤੇ ਸਾਰੇ ਪਿੰਡ ਤੋਂ ਰਿਹਾ ਬਰਾਤੇ ਜਾਣਾ ਉਦੋਂ ਨੂੰ, ਯਾਰ ਸਵਾਉਣ ਚੱਲਾ ਸੀ ਕੋਟ ਪੈਂਟ, ਦੱਸੋ ਮਾੜੀ ਜਿਹਾ ਕਿਹੜਾ ਕੋਈ ਚੰਗੀ ਹੱਟੀ ਦੱਸੋ, ਕੋਈ ਚੰਗਾ ਟੇਲਰ ਦੱਸੋ। ਕੈਪਟਨ ਸਾਹਿਬ ਨੇ ਆੜਾ ਟਵੀਟ ਕੀਤਾ ਨਾ, ਇਹਦੇ ਵਿੱਚ ਉਹਨਾਂ ਨੇ ਵੀਰ ਕਹਿਤਾ, ਕਹਿੰਦੇ ਭਾਜਪਾ ਨਾਲ ਸੀਟ ਸ਼ੇਅਰ ਕਰਾਂਗੇ, ਕਿੰਨੀਆਂ ਉਹਨਾਂ ਨੇ ਲੈਣੀਆਂ, ਤੇ ਅਕਾਲੀ ਦਲ ਤੋਂ ਰੁੱਸੇ ਹੋਏ ਲੀਡਰਾਂ ਦੇ ਨਾਲ ਗੱਠਜੋੜ ਕਰਾਂਗੇ। ਉਹ ਬਥੇਰੀ ਵਾਲੇ ਬ੍ਰਹਮਪੁਰਾ ਸਾਹਿਬ ਯਾਰ ਸਾਡੀ ਨਹੀਂ ਕੋਈ ਗੱਲ ਹੈਗੀ, ਢੀਂਡਸਾ ਸਾਹਿਬ ਵੀ ਕਹਿੰਦੇ ਸਾਡੀ ਕੋਈ ਗੱਲ ਹੀ ਨਹੀਂ ਹੋਈ, ਇਦਾਂ ਕੋਈ ਗੱਲ ਹੀ ਨਹੀਂ ਹੈ। ਕੈਪਟਨ ਸਾਹਿਬ ਤੀਜੇ ਦਿਨ ਟਵੀਟ ਕਰਾ ਦਿੰਦੇ ਆ ਕਿ ਭਾਈ ਕਰ ਦਿਓ ਕਿ ਅਸੀਂ ਉਹਨਾਂ ਬੰਦਿਆਂ ਦੇ ਨਾਲ ਗੱਠਜੋੜ ਕਰਨਾ ਹੈ, ਉਹਨਾਂ ਪਾਰਟੀਆਂ ਦੇ ਨਾਲ ਸਮਝੌਤਾ ਕਰਕੇ ਅੱਗੇ ਵਧਣਾ ਹੈ। ਹੁਣ ਪਤਾ ਸੰਧਾਲੀਆ ਸਾਹਿਬ ਵੀ ਲੱਗਾ ਸੀ ਕਿ ਬੀਬੀ ਸੋਨੀਆ ਗਾਂਧੀ ਖੁਦ ਸਰਗਰਮ ਹੋਏ ਆ, ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਵੀਂ ਪਾਰਟੀ ਬਣਾਉਣੀ ਹੈ। ਇਹ ਵੀ ਗੱਲ ਬੜੀ ਕਲੀਅਰ ਹੈ ਕਿ ਪੰਜਾਬ ਦੇ 117 ਹਲਕਿਆਂ ਦੇ ਵਿੱਚੋਂ 60 ਦੇ ਕਰੀਬ ਹਲਕੇ ਇਦਾਂ ਦੇ ਨੇ ਜਿੱਥੇ ਕਾਂਗਰਸ ਪਾਰਟੀ ਦੇ ਇੱਕ ਤੋਂ ਵੱਧ 2-3 ਤਕੜੇ ਦਾਅਵੇਦਾਰ ਹੈ। ਟਿਕ ਨੂੰ ਦੇ ਹੋਣੀ ਆ, ਦੂਜੇ ਨੇ ਗੁੱਸੇ ਹੋ ਜਾਣਾ। ਜੇ ਗੁੱਸੇ ਹੋ ਗਿਆ ਤੇ ਉਸ ਵੇਲੇ ਹੋ ਸਕਦਾ ਕੈਪਟਨ ਸਾਹਿਬ ਟੈਲੀਫੋਨ ਕਰਨ ਕੇ ਦੇਖ ਲਓ ਮੈਨੂੰ ਪਤਾ ਲੱਗਿਆ ਕਿ ਨਹੀਂ ਟਿਕਟ ਮਿਲੀ, ਅਸੀਂ ਦੇ ਦਿੰਦੇ ਆ, ਪਾਰਟੀ ਵੱਲੋਂ ਟਿਕਟ ਦੇ ਦਿੰਦੇ, ਤੁਸੀਂ ਆ ਜਾਓ। ਉਹ ਇੱਕ ਬਹੁਤ ਵੱਡਾ ਖਤਰਾ ਹੈ ਕਿ ਕਾਂਗਰਸ ਪਾਰਟੀ 'ਚ ਕਿਤੇ ਫੁੱਟ ਨਾ ਪੈ ਜਾਏ, ਬੰਦੇ 2 ਜਾਣ, ਬੰਦੇ 22 ਜਾਣ, ਬੰਦੇ 32 ਜਾਣ, ਉਹ ਵੱਖਰੀ ਗੱਲ ਹੈ। ਸੋਨੀਆ ਗਾਂਧੀ ਹੋਰਾਂ ਨੇ ਕੁਝ ਸੀਨੀਅਰ ਕਾਂਗਰਸੀ ਆਗੂ ਕੈਪਟਨ ਸਾਹਿਬ ਦੇ ਕੋਲ ਭੇਜੇ ਸੀ, ਕਈਆਂ ਦੀ ਟੈਲੀਫੋਨ ਤੇ ਗੱਲ ਹੋਈ, ਕਈਆਂ ਦੀ ਮੁਲਾਕਾਤ ਹੋਈ। ਉਹਦੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਇਹ ਟਵੀਟ ਆਇਆ, ਕਿਉਂਕਿ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਸੀ ਕਿ ਰੁਕ ਜਾਓ, ਕਿਉਂਕਿ ਇਹ ਵੀ ਹੈ ਕਿ ਬੀਬੀ ਪ੍ਰਨੀਤ ਕੌਰ MP ਨੇ ਅੱਗੋਂ ਰਾਣਿੰਦਰ ਸਿੰਘ ਹੋਰਾਂ ਦਾ ਸਿਆਸੀ ਭਵਿੱਖ ਵੀ ਦੇਖਣਾ ਹੈ, ਹੋ ਸਕਦਾ ਕੋਈ ਆਫਰ ਦਿੱਤੀ ਹੋਵੇ। ਪਰ ਕੈਪਟਨ ਸਾਹਿਬ ਨੇ ਕਲੀਅਰ ਕਰਤਾ, ਕਹਿੰਦੇ ਹੁਣ ਸਮਾਂ ਬਹੁਤ ਲੰਘ ਗਿਆ, ਹੁਣ ਨਵੀਂ ਪਾਰਟੀ ਬਣੂਗੀ, ਭਾਜਪਾ ਨਾਲ ਸੀਟਾਂ ਵੰਡੀਆਂ ਜਾਣਗੀਆਂ, ਢੀਂਡਸਿਆਂ ਦੇ ਨਾਲ ਗੱਠਜੋੜ ਹੋਏਗਾ ਤੇ ਆਪਾਂ ਫਿਰ ਅਗਲੇ ਪਾਸੇ ਜਾ ਕੇ ਨਵੇਂ ਪੰਜਾਬ ਦੀ ਰਾਹ ਤਿਆਰ ਕਰ ਦੇਣੀ ਹੈ। ਇਹ ਪਰ ਇੱਕ ਗੱਲ ਤੇ ਜਾਪਦੀ ਹੈ ਵੀ ਕੈਪਟਨ ਸਾਹਿਬ ਜਦੋਂ ਗੱਲ ਕਰਦੇ ਇਹੋ ਹੀ ਕਰਦੇ। ਇੱਕ ਤਾਂ ਹੁੰਦਾ ਨਾ ਵੀ ਥੋੜਾ ਬਿਆਨ ਅੱਗੇ ਪਿੱਛੇ ਹੋ ਜਾਵੇ, ਬਿਆਨ ਕੋਈ ਅੱਗੇ ਪਿੱਛੇ ਨਹੀਂ ਹੋ ਰਿਹਾ। ਖੇਤੀ ਕਾਨੂੰਨ ਹੱਲ ਹੋ ਜਾਣੇ ਇਹ ਵੀ ਕਹਿੰਦੇ ਆ, ਬੀਜੇਪੀ ਨਾਲ ਗੱਲ ਬਣ ਜਾਣੀ ਇਹ ਵੀ ਕਹਿੰਦੇ ਆ, ਚਲੋ ਆ ਜਿਹੜੇ ਬਾਕੀ ਦੇ ਬਜ਼ੁਰਗ ਨੇਤਾ ਨੇ ਇਹਨਾਂ ਨੂੰ ਨਾਲ ਲੈ ਲੈਣਾ ਇਹ ਵੀ ਕਹਿੰਦੇ ਆ।
ਇਹਦਾ ਮਤਲਬ ਕੋਈ ਇਸ਼ਾਰਾ, ਕੋਈ ਵਾਅਦਾ ਉਧਰੋਂ ਹੋਇਆ। ਇਸੇ ਕਰਕੇ ਤੇ ਮੇਰੇ ਖਿਆਲ ਨਾਲ ਕੈਪਟਨ ਸਾਹਿਬ ਨੂੰ ਇਹ ਯਕੀਨ ਹੈ ਵੀ ਇਹ ਖੇਤੀ ਕਾਨੂੰਨ ਨਾਲ ਆਪਾਂ ਹੱਲ ਕਰ ਲੈਣਾ। ਤੇ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਈਏ ਪਰਿਵਾਰ ਦੇ ਮੈਂਬਰਾਂ ਨੂੰ, ਤੇ ਜਦੋਂ ਦਾ ਇਹ ਰੇੜਕਾ ਪਿਆ, ਆਪਾਂ ਪਿਛਲੀ ਸਤੰਬਰ ਨਵੰਬਰ 'ਚ ਜਾ ਵੜਦੇ ਹਾਂ, ਉਦੋਂ ਵੀ ਜੋ ਪਹਿਲਾਂ ਸੀ ਨਾ ਨੁੱਕਰ ਜੀ ਨਹੀਂ ਇੱਦਾਂ ਕੋਈ ਨਹੀਂ, ਆਪਾਂ ਗੱਲ ਕਰਦੇ। ਤੇ ਜਦੋਂ 11ਵੀਂ ਮੀਟਿੰਗ ਹੋਣ ਤੋਂ ਬਾਅਦ 26 ਤੋਂ ਅਪਰੋਕਸੀਮੇਟਲੀ ਫਰਵਰੀ ਤੋਂ ਬਾਅਦ ਹੀ ਲਾ ਲਓ ਤੁਸੀਂ, ਫਰਵਰੀ ਤੋਂ ਬਾਅਦ ਜਦੋਂ ਕੋਈ ਮੀਟਿੰਗ ਨਹੀਂ ਹੁੰਦੀ, ਰੌਲਾ ਰੱਪਾ ਉਸੇ ਤਰ੍ਹਾਂ ਚੱਲੀ ਜਾਂਦਾ। ਤੇ ਫਿਰ ਜਿੰਨੇ ਬੀਜੇਪੀ ਦੇ ਪੰਜਾਬ ਵਾਲੇ ਲੀਡਰ ਸੀ ਉਹ ਵੀ ਇਹੋ ਬਿਆਨ ਦਿੰਦੇ ਸੀ। ਇਹ ਤੇ ਤੁਸੀਂ ਵੇਖਿਓ ਸਤੰਬਰ ਤੱਕ ਫਿਰ ਐਸੀ ਗੱਲ ਹੋ ਜਾਣੀ, ਫਿਰ ਉਸ ਤੋਂ ਬਾਅਦ ਲੈ ਪੰਜਾਬ ਦੀ ਸਰਕਾਰ ਹੀ ਆਪਣੀ। ਹੁਣ ਮੈਨੂੰ ਨਹੀਂ ਪਤਾ ਵੀ ਉਹ ਹੈ ਕੀ ਆ ਕਾਗਜ਼ ਜਾਂ ਉਹ ਵਾਅਦਾ ਕੀ ਆ, ਪਰ ਕੁਛ ਨਾ ਕੁਛ ਤੇ ਐਸਾ ਹੈ ਜਿਹੜਾ ਪੰਜਾਬ ਦੀ ਬੀਜੇਪੀ ਵਾਲੀ ਲੀਡਰਸ਼ਿਪ ਕੋਲ ਸੀਗਾ, ਤੇ ਸੇਮ ਹੀ ਕਾਗਜ਼ ਕੈਪਟਨ ਸਾਹਿਬ ਨੂੰ ਅਗਲੇ ਨੇ ਵਿਖਾਤਾ। ਤੇ ਉਸੇ ਮੇਰੇ ਖਿਆਲ ਨਾਲ ਕਾਗਜ਼ ਜਾਂ ਉਸੇ ਵਾਅਦੇ ਜਾਂ ਉਸੇ ਲਾਰੇ ਦੇ ਸਿਰ ਤੇ ਉਹ ਇਹ ਦਾਅਵਾ ਕਰਦੇ ਵੀ ਵੇਖਿਓ ਫਿਰ ਉਹ ਅਟ ਕਿੱਦਾਂ ਕਰਦੇ। ਅਸੀਂ ਨਹੀਂ ਕਹਿੰਦੇ, ਪਰ ਸੋਸ਼ਲ ਮੀਡੀਆ ਤੇ ਚਰਚਾ ਪੂਰੀ ਹੈ, ਤੇ ਚਰਚਾ ਇਸ ਗੱਲ ਦੀ ਚੱਲਦੀ ਹੈ ਕਿ ਕਾਗਜ਼ ਵਿਖਾਇਆ ਨਹੀਂ, ਕਾਗਜ਼ ਹੋ ਸਕਦਾ ਇਕੱਠਿਆਂ ਨੇ ਲਿਖਿਆ ਹੋਵੇ। ਤੁਸੀਂ ਇਹ ਦੇਖੋ ਨਾ, ਪਿਛਲੇ 3 ਮਹੀਨਿਆਂ ਦੇ ਵਿੱਚ ਆਪਾਂ ਘੱਟੋ ਘੱਟ 4 ਪ੍ਰੋਗਰਾਮਾਂ ਦੇ ਵਿੱਚ ਇਹ ਕਿਹਾ ਸੀ ਕਿ ਪੰਜਾਬ ਪ੍ਰਤੀ ਭਾਜਪਾ ਦੀ ਰਣਨੀਤੀ ਆ ਕਿ ਉਹ ਠੋਕ ਕੇ ਦਾਅਵੇ ਕਿਉਂ ਕਰਦੇ ਆ। ਇੱਕ ਲਗਾਤਾਰ ਕੰਮ ਚੱਲਿਆ। ਕਿਸੇ ਨੇ ਸੋਚਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਜੇ ਪਾਰਟੀ ਬਣੀ ਨਹੀਂ, ਨਾਂ ਰੱਖਿਆ ਨਹੀਂ, ਚੋਣ ਨਿਸ਼ਾਨ ਮਿਲਿਆ ਨਹੀਂ, ਇਹ ਪਤਾ ਨਹੀਂ ਕਿ ਕੈਪਟਨ ਸਾਹਿਬ ਦੇ ਨਾਲ ਦੂਸਰਾ ਬੰਦਾ ਕੌਣ ਹੋਏਗਾ, ਕਿਉਂਕਿ ਕੈਪਟਨ ਸੰਦੀਪ ਸੰਧੂ ਉਧਰਲੇ ਪਾਸੇ ਬਹਿ ਗਏ, ਬਲਵੀਰ ਸਿੱਧੂ ਹੋਰਾਂ ਦੇ ਨਾਲ, ਰਾਣਾ ਗੁਰਮੀਤ ਸੋਢੀ ਹੋਰਾਂ ਦੇ ਨਾਲ, ਧਰਮਸੋਤ ਸਾਹਿਬ ਦੇ ਨਾਲ, ਖੁਦ ਰਾਹੁਲ ਗਾਂਧੀ ਮੀਟਿੰਗਾਂ ਕਰਦੇ ਆ, ਬੰਦੇ ਜਾਣਗੇ ਕਿੱਥੇ। ਡਾਕਟਰ ਰਾਜਕੁਮਾਰ ਵੇਰਕਾ, ਰਵਨੀਤ ਬਿੱਟੂ, ਕਿੰਨੇ ਬੰਦੇ ਆ ਜਿਹੜੇ ਠੋਕ ਕੇ ਬੀਬੀ ਭੱਠਲ ਬਿਆਨ ਦੇਈ ਜਾਂਦੇ ਆ। ਉਹ ਸਾਰਿਆਂ ਦਾ ਪਤਾ ਲੱਗ ਗਿਆ ਕਿ ਭਾਈ ਉੱਥੇ ਟਿਕੇ ਰਹਿਣਗੇ। ਅਜੇ ਕੁਝ ਨਹੀਂ ਪਤਾ ਪਾਰਟੀ ਦਾ ਨਾਂ ਕੀ ਆ, ਚੋਣ ਨਿਸ਼ਾਨ ਕੀ ਆ, ਬੰਦਾ ਨਾਲ ਕਿਹੜਾ ਹੋਣਾ। ਇਹਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਭਾਜਪਾ ਦੇ ਨਾਲ ਗੱਠਜੋੜ ਹੋਊਗਾ। ਇਹਦਾ ਮਤਲਬ ਹੈ ਕਿ ਜੇ ਅਕਾਲੀ ਦਲ ਪਰੇ ਗਿਆ ਸੀ ਤਾਂ ਭਾਜਪਾ ਦੇ ਕੋਲੇ ਇੱਕ ਹਾਂਡੀ ਹੈਗਾ, ਰਾਮੂਵਾਲੀਆ ਸਾਹਿਬ ਦੀ ਧੀ, ਕਿੰਨੇ ਹੋਰ ਬੰਦੇ ਭਾਜਪਾ 1-1, 2-2, 3-3 ਕਰਕੇ ਸ਼ਾਮਲ ਕਰੀ ਜਾਂਦੀ ਆ। 3 ਕੇਂਦਰੀ ਮੰਤਰੀਆਂ ਦੀ ਡਿਊਟੀ ਲਾਉਂਦੀ ਆ ਕਿ ਭਾਈ ਪੰਜਾਬ ਤੁਸੀਂ ਦੇਖਣਾ ਹੈ। BSF ਦਾ ਦਾਇਰਾ ਵੱਧ ਕੇ 50 ਕਿਲੋਮੀਟਰ ਤੱਕ ਹੋ ਜਾਂਦਾ ਹੈ। ਬਹੁਤ ਕੁਝ ਹੋ ਰਿਹਾ। ਨਹੀਂ ਇੱਕ ਅਖੀਰ ਵਾਲੀ ਉਦਾਹਰਨ ਦੇ ਦਈਏ, ਮੇਰੇ ਖਿਆਲ ਉਸ ਤੋਂ ਬਾਅਦ ਕਲੀਅਰ ਹੀ ਹੋ ਜਾਣਾ ਜੀ। ਪੰਜਾਬ ਦੇ ਵਿੱਚ ਕਿੰਨੇ ਪਿੰਡ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਕਦੀ ਕਿਸੇ ਪੰਚ ਦੀ ਆਵਾਜ਼ ਆਉਂਦੀ, ਕਦੀ ਕਿਸੇ ਸਰਪੰਚ ਦੀ ਆਵਾਜ਼ ਆਉਂਦੀ ਹੈ ਵੀ ਉਹ ਬੀਜੇਪੀ ਚਲ ਗਿਆ, ਜਾਂ ਵੀ ਪਹਿਲਾਂ ਕਦੀ ਸੁਣਿਆ ਵੀ ਫਲਾਨਾ ਸੋ ਵੀ ਉਹ ਫਿਰ ਕਿਹੜੀ ਪਾਰਟੀ, ਉਹ ਕਹਿੰਦਾ ਵੀ ਮੈਂ ਬੀਜੇਪੀ ਜਾਣਾ ਹੈ ਨਾ, ਅਕਾਲੀ ਹੋ ਜੇ, ਕਾਂਗਰਸੀ ਹੋ ਜੇ, ਆਪ ਵਾਲੇ ਵੀ ਚੱਲ ਆਪਾਂ ਸੁਣ ਲਏ ਸੀ। ਇਹ ਪੰਜਾਬ ਦੇ ਜੇ ਪਿੰਡਾਂ ਤੱਕ ਵੀ ਇਹ ਗੱਲ ਚੱਲ ਗਈ ਹੈ ਤੇ ਇਹਦਾ ਮਤਲਬ ਕੋਈ ਗੁਪਤ ਕਾਗਜ਼ ਤੇ ਹੈਗਾ ਜਿਹਨੂੰ ਇੱਕ ਵਾਰ ਵਿਖਾ ਦਿੱਤਾ ਜਾਂਦਾ ਨਾ, ਉਹ ਸੰਮੋਹਨ ਕਿਰਿਆ ਦੇ ਨਾਲ, ਉਹ ਕਹਿੰਦਾ ਬਸ ਮੈਂ ਤੁਹਾਡਾ ਹੀ ਹਾਂ ਵੀ ਬਾਅਦ ਤੁਸੀਂ ਨਾ ਵੀਰਵਾਰ ਆਇਆ ਕਰਾਂਗੇ, ਮੰਗਲਵਾਰ ਆਇਆ ਕਰਾਂ, ਚਾਹੇ 5 ਮਿੰਟ ਆਉਂਗਾ ਜ਼ਰੂਰ। ਹਾਂ, ਪੰਜਾਬ ਦੇ ਵਿੱਚ ਅਜੇ ਕਿਸਾਨ ਧਿਰਾਂ ਜਿਹੜੀਆਂ ਉਹਨੂੰ ਰੜਕਣ ਨਹੀਂ ਦਿੰਦੀਆਂ, ਪਰ ਉੱਪਰ ਆਪਣਾ ਲੇਪ ਜਿਹੜਾ ਉਹ ਬਣਾਈ ਜਾਂਦੇ ਆ ਕਿ ਭਾਈ ਅਸੀਂ ਇਸ ਤਰੀਕੇ ਦੇ ਨਾਲ ਕੰਮ ਕਰਨਾ। ਹੁਣ ਸੰਧਾਲੀਆ ਸਾਹਿਬ ਇੱਕ ਗੱਲ ਦੀ ਫਿਰ ਗਰੰਟੀ ਹੈ ਪੂਰੀ ਰਾਹੁਲ ਗਾਂਧੀ ਹੋਰਾਂ ਦੇ ਸਾਹਮਣੇ ਕਿ ਭਾਈ ਰਾਹੁਲ ਗਾਂਧੀ ਸਾਹਿਬ ਸਾਨੂੰ ਨਹੀਂ ਪਤਾ ਗੋਆ 'ਚ ਤੁਸੀਂ ਕੀ ਕਰਨਾ ਹੈ, ਉੱਤਰਾਖੰਡ, ਯੂਪੀ, ਮਣੀਪੁਰ 'ਚ ਤੁਸੀਂ ਕੀ ਕਰਨਾ, ਪਰ ਇੱਕ ਗੱਲ ਦੀ ਗਰੰਟੀ ਹੈ ਕਿ ਜੇ ਤੁਹਾਡੀ ਅਗਵਾਈ 'ਚ ਜਾਂ ਤੁਹਾਡੀ ਮਾਤਾ ਜੀ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਫੈਸਲੇ ਇਦਾਂ ਦੀ ਲੈਂਦੀ ਰਹੀ, ਇੱਕ ਗੱਲ ਦੀ ਗਰੰਟੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਾਫ਼ ਵਲੇਟ ਲੈਣੀ ਹੈ। ਤੁਸੀਂ ਮਤਲਬ ਉਸੇ ਟਰੈਕਟਰ ਤੇ ਮਗਰ ਰੱਖਣਾ ਬਿਸਤਰਾ ਰੱਖ ਲੈਣਾ ਹੀ, ਤੇ ਚਲਾਉਣਾ ਇਦਾਂ ਦਾ ਹੱਥ ਰੱਖਣਾ ਜ਼ਰੂਰ ਪਿੱਛੇ, ਡਿੱਗੇ ਨਾ, ਕਿਉਂਕਿ ਬੰਦਾ ਨਾਲ ਹੁੰਦਾ ਹੀ ਕੋਈ ਨਹੀਂ, ਰੱਸੀ ਪਾਉਣ ਵਾਲਾ ਵੀ ਨਹੀਂ ਲੱਭਦਾ। ਹੁਣ ਤੁਸੀਂ ਦੇਖੋ ਕਿ ਜਗਦੀਸ਼ ਟਾਈਟਲਰ ਪਰਮਾਨੈਂਟ ਮੈਂਬਰ ਦਿੱਲੀ ਕਾਂਗਰਸ ਕਮੇਟੀ ਨੇ ਬਣਾਤੇ ਆ। ਉਹਦੇ ਉੱਤੇ ਤਰਨ ਚੁੱਗ ਸਾਹਿਬ ਨੇ ਸਵਾਲ ਪੁੱਛੇ ਸਿੱਧੇ ਸਿੱਧੂ ਤੇ ਚੰਨੀ ਤੋਂ। ਉਹਦੇ ਉੱਤੇ ਹੁਣ ਜਿਹੜਾ ਇੱਕ ਟੇਢਾ ਜਿਹਾ ਟਵੀਟ ਆਇਆ ਹਨਾ, ਉਹਦੇ ਵਿੱਚ ਜਿਸ ਤਰੀਕੇ ਸੁਨੀਲ ਜਾਖੜ ਸਾਹਿਬ ਨੇ ਬੀਬੀ ਅੰਬਿਕਾ ਸੋਨੀ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਜ਼ਿਕਰ ਕਰ ਦਿੱਤਾ, ਜਿਸ ਤਰੀਕੇ ਮਨਜਿੰਦਰ ਸਿੰਘ ਸਿਰਸਾ, ਬੀਬੀ ਜਗੀਰ ਕੌਰ, ਸੁਖਬੀਰ ਸਿੰਘ ਬਾਦਲ ਸਾਹਿਬ, ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ, ਨਾਲ ਦੀ ਨਾਲ ਭਗਵੰਤ ਮਾਨ ਤੇ ਨਾਲ ਚੀਮਾ ਸਾਹਿਬ ਹਰਪਾਲ ਸਿੰਘ ਹੋਰੀ, ਉਹਨਾਂ ਸਾਰਿਆਂ ਨੇ ਕਹਿਤਾ ਕਿ ਦੇਖਿਆ ਕਾਂਗਰਸ ਪਾਰਟੀ ਦਾ ਅਸਲ ਚਿਹਰਾ ਸਾਹਮਣੇ ਆ ਗਿਆ। ਇਹ ਅਜੇ ਤੱਕ ਵੀ ਪੰਜਾਬੀ ਤੇ ਸਿੱਖ ਭਾਈਚਾਰੇ ਦੇ ਜ਼ਖਮਾਂ ਦੇ ਉੱਤੇ ਲੂਣ ਭੁੱਕਣ ਦੇ ਵਿੱਚ ਕਸਰ ਕੋਈ ਨਹੀਂ ਛੱਡਦੇ। ਹੁਣ ਸਾਰੇ ਹੀ ਟੁੱਟ ਕੇ ਪੈ ਗਿਆ। ਤੁਸੀਂ ਦੇਖੋ ਕਿ ਪੰਜਾਬ 'ਚ ਮੁਸੀਬਤਾਂ ਤਾਂ ਪਹਿਲਾਂ ਹੀ ਥੋੜੀਆਂ ਬਥੇਰੀਆਂ। ਹੁਣ ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਸਿੱਧੇ ਪੁੱਛਦੇ ਆ, ਚੰਨੀ ਸਾਹਿਬ ਮਾੜਾ ਜਿਹਾ ਦੱਸਿਓ, ਹੈ ਮਾੜਾ ਜਿਹਾ ਦੱਸਣਾ ਤੁਸੀਂ ਨਾ, ਸਿੱਧੂ ਸਾਹਿਬ ਤੁਸੀਂ ਭੋਰਾ ਕੁ ਵੱਧ ਦੱਸਣਾ ਹੈ ਕਿ ਫਿਰ ਜਗਦੀਸ਼ ਟਾਈਟਲਰ ਦੀ ਨਿਯੁਕਤੀ ਠੀਕ ਆ, ਫਿਰ ਤੁਸੀਂ ਉਹਨੂੰ ਠੀਕ ਹੀ ਮੰਨਦੇ ਹੋਣੇ ਆ, ਫਿਰ ਤੁਹਾਡੀ ਸਹਿਮਤੀ ਹੋਣੀ ਆ। ਉਧਰ ਜਦੋਂ ਅੰਬਿਕਾ ਸੋਨੀ ਉਹ ਤੋਂ ਪੁੱਛ ਲਿਆ, ਜਾਖੜ ਸਾਹਿਬ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਜਾਖੜ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲੀ ਸੀ ਤਾਂ ਬਿਆਨ ਅੰਬਿਕਾ ਸੋਨੀ ਦਾ ਹੀ ਸੀ ਕਿ ਸਿੱਖ ਬੰਦਾ ਹੀ ਮੁੱਖ ਮੰਤਰੀ ਚਾਹੀਦਾ। ਤੇ ਜਾਖੜ ਸਾਹਿਬ ਨੇ ਪੁੱਛਿਆ, ਬੀਬੀ ਜੀ ਤੁਸੀਂ ਦਿੱਲੀ ਤੁਹਾਡੇ ਤੋਂ ਪੁੱਛਿਆ ਹੀ ਹੋਣਾ, ਉਹਨਾਂ ਨੇ ਮਾੜਾ ਜਿਹਾ ਤਾਂ ਥੋੜੀ ਸਹਿਮਤੀ ਹੋਣੀ। ਦੇ ਨਾਲ ਜਿਹੜਾ ਚੰਨੀ ਸਾਹਿਬ ਨੂੰ ਵਲੇਟਿਆ, ਇਹ ਥੋੜਾ ਜਿਹਾ ਵੱਖਰਾ ਇਸ਼ਾਰਾ ਜੀ, ਕਿਉਂਕਿ ਹੁਣ ਤੱਕ ਤੇ ਇਹੋ ਜਾਪਦਾ ਸੀ ਵੀ ਜਾਖੜ ਸਾਹਿਬ ਦਾ ਇਤਰਾਜ਼ ਕੋਈ ਬਹੁਤਾ ਹੈ ਨਹੀਂ,
ਕਿਉਂਕਿ ਜਾਖੜ ਸਾਹਿਬ ਨੂੰ ਜੇ ਹੈ ਤਾਂ ਉਹ ਕਹਿੰਦੇ ਵੀ ਠੀਕ ਹੈ ਯਾਰ, ਪਹਿਲਾਂ ਮੇਰੇ ਕੋਲ ਪ੍ਰਧਾਨਗੀ ਖੋਲੀ, ਕੋਈ ਨਾ ਕੋਈ ਕੁਰਸੀ ਹੋਰ ਦੇ ਦੇਣਗੇ। ਤੇ ਕੁਰਸੀ ਇੱਕ ਪਿਛਲੇ ਦਿਨ ਹੀ ਖਾਲੀ ਹੋਈ ਸੀ ਐ, ਜਿੱਦਾਂ ਅੱਗੋਂ ਦੀ ਨਹੀਂ ਲੰਘਦੀ ਐ, ਜਿੱਦਾਂ ਇੱਕ ਉਹ ਨਾ ਮਿਊਜ਼ੀਕਲ ਚੇਅਰਸ ਖੇਡਦਿਆਂ ਇੱਕ ਆਖਰੀ ਕੁਰਸੀ ਦੀ ਵੀ ਲੈ ਹੁਣ ਮੈਂ ਬਹਿ ਚੱਲੇ ਤੇ ਨਾਲ ਇੱਕ ਹੋਰ ਬਹਿ ਜੀ, ਉਹ ਕੰਮ ਹੋਇਆ ਮਿਊਜ਼ੀਕਲ ਚੇਅਰਸ ਵਾਲਾ। ਤੇ ਉਹ ਮੇਰੇ ਖਿਆਲ ਨਾਲ ਰੋਜ਼ ਤੇ ਉਹਨਾਂ ਦੇ ਮਨ 'ਚ ਹੈਗਾ ਵੀ ਅੰਬਿਕਾ ਸੋਨੀ ਹੋਰੀ ਉਦੋਂ ਨਾ ਕਹਿੰਦੇ ਸਿੱਖ ਕਚਹਿਰੀ ਵਾਲੀ ਗੱਲ, ਤੇ ਮੇਰਾ ਦਾਅ ਲੱਗ ਗਿਆ ਹੈ। ਤੇ ਮੇਰੇ ਖਿਆਲ ਨਾਲ ਐਤਕੀ ਵੀ ਜਦੋਂ ਹੁਣ ਚੰਨੀ ਸਾਹਿਬ ਤੇ ਅੰਬਿਕਾ ਸੋਨੀ ਹੋਰਾਂ ਦੀ ਮੁਲਾਕਾਤ ਹੋਈ, ਉਹਨਾਂ ਨੇ ਬਸ ਓਨੀ ਲਾਈਨ ਹੀ ਕਹੀ ਹੈ, ਕਹਿੰਦੇ ਫਿਰ ਅੰਬਿਕਾ ਸੋਨੀ ਤੇ ਚੰਨੀ ਹੋਰਾਂ ਨਾਲ ਸਲਾਹ ਕਰਕੇ ਹੀ ਕਿਹਾ ਹੋਣਾ ਉਹਨਾਂ ਨੇ, ਫਿਰ ਇਹਨਾਂ ਦੀ ਫਿਰ ਸਹਿਮਤੀ ਹੋਣੀ ਹੈ ਫਿਰ ਵੀ ਟਾਈਟਲਰ ਸਾਹਿਬ ਨੂੰ ਜ਼ਰੂਰ ਉੱਥੇ ਕੁਰਸੀ ਹਾਂ ਵੀ ਨਹੀਂ ਤਾਂ ਸਰਦਾ ਨਹੀਂ ਹੈ ਨਾ, ਵੀ ਇਹਦੇ ਬਿਨਾਂ ਗੱਲ ਨਹੀਂ ਬਣਦੀ। ਅੱਛਾ, ਇੱਕ ਸਵਾਲ ਇਹ ਵੀ ਹੈ ਕਿ ਵੀ ਜੇ ਮੰਨ ਲਓ ਇਹ ਇਸੇ ਤਰ੍ਹਾਂ ਹੀ ਆ ਵੀ ਰਾਹੁਲ ਗਾਂਧੀ ਸਾਹਿਬ ਜਦੋਂ ਗੋਆ ਜਾਂਦੇ ਨੇ ਤੇ ਮਗਰ ਪੌੜਾ ਦਿੱਲੀ 'ਚ ਪੈ ਜਾਂਦਾ, ਜੇ ਯੂਪੀ ਜਾਂਦੇ ਆ ਤੇ ਮਗਰ ਗੋਆ 'ਚ ਪੌੜਾ ਪੈ ਜਾਂਦਾ, ਜੇ ਪੰਜਾਬ ਵਾਲੇ ਪਾਸੇ ਨੂੰ ਤੇ ਉਧਰ ਦਿੱਲੀ 'ਚ ਕੋਈ ਨਾ ਕੋਈ ਆਣ ਕੇ ਬਹਿ ਜਾਂਦਾ ਵੀ ਨਹੀਂ ਜੀ ਇਹ ਫਿਰ ਹੁਣ ਪੁਰਾਣਿਆਂ ਨੂੰ ਤੁਸੀਂ ਪਾਸੇ ਕਰੀ ਜਾਂਦੇ, ਇਹ ਫਿਰ ਹੁਣ ਨਵਿਆਂ ਦੀ ਗੱਡੀ ਚੱਲੂਗੀ। ਹੋਰ ਕੁਝ ਹੋਵੇ ਨਾ ਹੋਵੇ, ਮੇਰਾ ਖਿਆਲ ਇਹ ਵੀ ਯਾਦ ਕਰਾ ਦਈਏ ਵੀ ਆਪਾਂ ਕੱਲ੍ਹ ਕੇ ਪਰਸੋਂ ਗੱਲ ਕੀਤੀ ਸੀ ਪ੍ਰਸ਼ਾਂਤ ਕਿਸ਼ੋਰ ਵਾਲੀ ਜੀ, ਵੀ ਪ੍ਰਸ਼ਾਂਤ ਕਿਸ਼ੋਰ ਵਰਗਾ ਬੰਦਾ ਜਿਹਨੂੰ ਅਜੇ ਕੱਲ੍ਹ ਤੱਕ ਉਹ ਪਾਰਟੀ 'ਚ ਗਏ ਸੀ ਲਿਆਉਣ, ਉਹ ਕਹੇ ਵੀ ਰਾਹੁਲ ਗਾਂਧੀ ਸਾਹਿਬ ਭੁਲੇਖੇ 'ਚ ਨਾ ਰਹੇ, ਉਹ ਬੀਜੇਪੀ ਕਿਤੇ ਨਹੀਂ ਚੱਲੀ। ਇਹਦਾ ਮਤਲਬ ਕੁਛ ਤੇ ਐਸਾ ਹੈਗਾ, ਤੁਸੀਂ ਕਹਿਣ ਡਏ ਵੀ ਟਰੈਕਟਰ ਮਗਰ ਬਿਸਤਰਾ, ਮੈਨੂੰ ਲੱਗਦਾ ਨਹੀਂ ਬਿਸਤਰਾ ਵੀ ਜਾਵੇ। ਨਹੀਂ ਗੱਲ ਤਾਂ ਉਹਦਾ ਗੱਦੀ ਵਾਲਾ ਟਰੈਕਟਰ ਵੀ ਅਗਲਾ ਰੱਖ ਲੈਣਾ, ਕਹਿੰਦੇ ਵੀ ਇਹਦੇ ਪੰਜਾਬ ਦਾ ਸੀ, ਮਾਰਾ ਤੁਸੀਂ ਆਪਣਾ ਦੇਖੋ। ਨਹੀਂ ਬਿਸਤਰੇ ਦਾ ਕੀ ਹੈ, ਜੇ ਨਾਲ ਲੈਣ ਦੇਣ ਦਾ ਉਹ ਕੰਮ ਔਖਾ, ਉਹ ਸਿੱਧੂ ਸਾਹਿਬ ਦੇ ਬਿਸਤਰੇ ਦੇ ਨਾਲ ਹੀ ਉਹ ਰੱਖ ਦੇਣ, ਕਿਉਂਕਿ ਪੈ ਹੀ ਯਾਦੋਂ ਨਹੀਂ ਉਹ ਦੋਵੇਂ ਬਿਸਤਰੇ ਚੁੱਕ ਕੇ ਸੁਖਬੀਰ ਬਾਲ ਸਾਹਿਬ ਵਾਲੀ ਗੱਡੀ ਰਖਾ ਦੇਣ, ਉਹਨਾਂ ਦਾ ਆਪਣਾ ਅੱਗੇ ਗੱਡੀ ਜਗਾ ਜਿੱਥੇ ਇੱਕ ਪਿਆ ਉੱਥੇ ਤਿੰਨ ਪਏ ਰਹਿਣਗੇ, ਦਿੱਲੀ ਨੂੰ ਉਹ ਵੀ ਆਉਂਦੇ ਜਾਂਦੇ ਆ, ਛੱਡੇ ਹੋਣਗੇ ਉੱਥੇ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਪੱਕੀ ਹੈ, ਗੋਆ ਦਾ ਬਾਰ-ਬਾਰ ਜ਼ਿਕਰ ਆਉਂਦਾ। ਤੇ ਬੀਜੇਪੀ ਦੀ ਇੱਕ ਗੱਲ ਥੋੜੀ ਜਿਹੀ ਹੋਰ ਕਰ ਲਈਏ, ਬੀਜੇਪੀ ਦਾ ਮੈਨੂੰ ਲੱਗਦਾ ਹੈ ਕਿ ਵੀ ਜਿਸ ਹਿਸਾਬ ਨਾਲ ਉਹ ਇਸ ਵਕਤ ਚੱਲਦੇ ਪਏ ਆ, ਮੈਨੂੰ ਨਹੀਂ ਪਤਾ ਵੀ ਹੋਵੇ ਨਾ ਹੋਵੇ, ਕਿਉਂਕਿ ਆ ਜਿੱਦਾਂ ਜਿਹਦਾ ਮਾਹੌਲ ਚੱਲ ਪੰਜਾਬ ਦੇ ਵਿੱਚ ਬਣਦਾ ਪਿਆ, ਐਂਡ ਹਰ ਵਾਰ ਆਪਾਂ ਇਹ ਦੇਖਦੇ ਹਾਂ ਵੀ ਜਦੋਂ ਚੰਡੀਗੜ੍ਹ ਆਏ ਤੇ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਦਫ਼ਤਰ ਦੇ ਵਿੱਚ, ਜਦੋਂ ਇੱਥੇ ਅਹੁਦੇਦਾਰੀਆਂ ਦੀ ਗੱਲ ਹੁੰਦੀ ਹੈ ਤੇ ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਚਿਹਰੇ ਸਾਹਮਣੇ ਆਉਂਦੇ ਆ। ਤੇ ਇਹ ਗੱਲ ਪਹਿਲਾਂ ਵੀ ਉਹ 2-4 ਵਾਰ ਕਹਿ ਚੁੱਕੇ, ਤੇ ਹੁਣ ਮੇਰੇ ਖਿਆਲ ਨਾਲ ਟਾਈਟਲਰ ਸਾਹਿਬ ਦੇ ਇਸ ਜੋ ਵੀ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਜਾਂ ਨੁਮਾਇੰਦਗੀ ਦਿੱਤੀ ਗਈ ਹੈ, ਉਹਦੇ ਤੋਂ ਬਾਅਦ ਅਗਲਿਆਂ ਨੇ ਜੇ ਲਿਸਟ ਕੱਢਤੀ ਵੀ ਠੀਕ ਹੈ ਵੀ 84 ਵਾਲਾ ਇਨਸਾਫ ਤੇ ਬੀਜੇਪੀ ਨੇ ਦਿੱਤਾ ਸੀ ਤੇ ਆਹ ਬੰਦੇ ਅਸੀਂ ਅੰਦਰ ਕੀਤੇ ਆ, ਤੇ ਜਿਨ੍ਹਾਂ ਕੀਤਾ ਸੀ ਉਹ ਅਜੇ ਵੀ ਵੇਖ ਲਓ ਕੀ ਕਰਦੇ ਫਿਰਦੇ, ਤੇ ਫਿਰ ਬਾਕੀ ਕੀ ਜਵਾਬ ਦੇਣਗੇ ਵੀ? ਨਹੀਂ ਜਵਾਬ ਉਹਨਾਂ ਦੇ ਕੋਲੇ ਬਹੁਤ ਸਾਰੇ, ਉਹ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰਦੇ ਆ ਕਿ ਭਾਈ ਸਾਡੀ ਸਰਕਾਰ ਬਣੀ ਤਾਂ ਅਸੀਂ ਖੋਲਿਆ, ਪਹਿਲਾਂ ਨਹੀਂ ਕਿਸੇ ਨੇ ਖੋਲ ਦਿੱਤਾ, ਅਸੀਂ ਉਹਨਾਂ ਦੇ ਪੱਖ 'ਚ ਨਹੀਂ ਭੁਗਤਦੇ। ਉਹ ਬਾਰ-ਬਾਰ ਇਹ ਗੱਲਾਂ ਸੁਣਾਉਂਦੇ, ਇੱਕ ਕਿਤਾਬਚਾ ਛਾਪਿਆ ਸੀ ਉਹਨਾਂ ਨੇ, ਉਹ ਕਿਤਾਬਚੇ ਦੇ ਵਿੱਚ ਇਹ ਸਾਰਾ ਕੁਝ ਛਾਪਿਆ, ਪਰ ਬੀਜੇਪੀ ਦੇ ਲਈ ਰਾਹ ਸੁਖਾਲੀ ਨਹੀਂ। ਅਮਿਤ ਸ਼ਾਹ ਸਾਹਿਬ ਉੱਤਰਾਖੰਡ ਗਏ, ਉੱਥੇ ਜਾ ਕੇ ਕਹਿੰਦੇ ਜੀ ਇੱਕ ਵਾਰੀ ਸਾਡੀ ਪਾਰਟੀ ਨੂੰ ਮੌਕਾ ਹੋਰ ਦਿਓ, ਪਿੱਛੇ ਕਹਿੰਦੇ ਦੋ ਪੱਤਰਕਾਰ ਬੈਠੇ ਸੀ, ਉਹ ਕਹਿੰਦੇ ਵੀ 4 ਮੁੱਖ ਮੰਤਰੀ ਅਗਲੇ ਰੁਪਏ ਬਦਲਣੇ ਹੋਣੇ, ਸ਼ਾਇਦ ਕੋਈ ਰਹਿ ਗਿਆ ਹੋਊਗਾ ਜਿਹਨੂੰ ਉਹਨਾਂ ਤਾਂ ਲਿਆ ਵੀ ਇੱਕ ਮੌਕਾ ਤੁਸੀਂ ਦਿਓ, 4 ਨੂੰ ਮੌਕਾ ਅਸੀਂ ਦੇ ਦੇਵਾਂਗੇ। ਤੁਸੀਂ ਦੇਖੋ ਕਿ ਕਿੰਨਾ ਅਸੀਂ ਡੀਸੈਂਟਰਲਾਈਜੇਸ਼ਨ ਕਰਦੇ ਹਾਂ ਪਾਵਰ ਨੂੰ। ਉਹਦੇ ਤੋਂ ਬਾਅਦ ਨਾਲ ਹੀ ਉੱਤਰਾਖੰਡ ਦੇ ਯੂਪੀ ਹੈ, 7 MLA ਸਮਾਜਵਾਦੀ ਪਾਰਟੀ ਸ਼ਾਮਲ ਹੋ ਗਏ, ਉਹਦੇ ਵਿੱਚੋਂ 6 ਬਹੁਜਨ ਸਮਾਜ ਪਾਰਟੀ ਦੇ ਆ, 1 ਭਾਜਪਾ ਦਾ। ਇਹਦਾ ਮਤਲਬ ਹੈ ਕਿ ਸੁਖਾਲਾ ਨਹੀਂ ਹੈ ਕੰਮ। ਹੁਣ ਮੁਲਾਇਮ ਸਿੰਘ ਯਾਦਵ ਦਾ ਪੁੱਤ ਅਖਿਲੇਸ਼ ਯਾਦਵ ਅਗਵਾਈ ਕਰਦਾ, ਉੱਥੇ ਇੱਕ ਯਾਤਰਾ ਵੀ ਕੱਢੀ ਜਾਂਦਾ ਹੈ। 7 MLA ਜੇ ਇੱਕੋ ਵਾਰ 1 ਭਾਜਪਾ ਦਾ ਤੇ 6 BSP ਦੇ ਛੱਡ ਕੇ ਉਧਰਲੇ ਪਾਸੇ ਜਾਂਦੇ ਆ, ਇਹਦਾ ਮਤਲਬ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁਕਾਬਲਾ ਤਕੜਾ ਹੋ ਜਾਏ। ਹਾਂ, ਜਿਹੜੀ ਗੱਲ ਤੁਸੀਂ ਇਹ ਕੀਤੀ ਸੀ ਕਿ ਨਵੇਂ ਕਾਂਗਰਸੀ ਪੁਰਾਣੇ ਕਾਂਗਰਸੀ, ਰਾਹੁਲ ਗਾਂਧੀ ਸਾਹਿਬ ਇੱਕ ਗੱਲ ਦਾ ਚੇਤਾ ਰੱਖਣ ਕਿ ਪੁਰਾਣੇ ਗੁੱਸੇ ਹੋ ਗਏ ਆ, ਤੇ ਜਿੱਦਾਂ ਤੁਸੀਂ ਚੱਲਦੇ ਹੋ ਤੇ ਇਸ ਗੱਲ ਦੀ ਗਾਰੰਟੀ ਹੈ ਕਿ ਹੋ ਸਕਦਾ ਕਿ ਕੰਮ ਕਿਸੇ ਪਾਸੇ ਵੀ ਸੂਤ ਨਾ ਆਵੇ, ਕਿਉਂਕਿ ਜਿਹੜਾ ਬੰਦਾ ਪਿਛਲੀ ਵਾਰ 2019 ਦੇ ਵਿੱਚ ਬੀਬੀ ਪ੍ਰਿਯੰਕਾ ਗਾਂਧੀ ਦੇ ਨਾਲ ਕਾਂਗਰਸ ਦਾ ਯੂਪੀ ਦਾ ਅੱਧਾ ਇੰਚਾਰਜ ਸੀ, ਉਹ ਭਾਜਪਾ ਜਾ ਚੁੱਕਿਆ। ਆਪਾਂ ਰਾਹੁਲ ਗਾਂਧੀ ਦੀ ਬ੍ਰਿਗੇਡ ਦਾ ਸਭ ਤੋਂ ਅਹਿਮ ਮੰਗ ਹੁੰਦਾ ਸੀ ਜੋਤਿਰਾਦਿੱਤਿਆ ਸਿੰਧੀਆ, ਉਹ ਹੁਣ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਵਿੱਚ ਕੈਬਨਿਟ ਮਿਨਿਸਟਰ ਹੈ। ਰਾਜਸਥਾਨ ਤੋਂ ਜਿਹੜਾ ਸਭ ਤੋਂ ਨੇੜਲਾ ਬੰਦਾ ਸਚਿਨ ਪਾਇਲਟ ਹੈ, ਉਹਦਾ ਕੋਈ ਪਤਾ ਨਹੀਂ ਉਹਨੇ ਕਿਹੜੇ ਵੇਲੇ ਜਾ ਕੇ ਜੋਤਿਰਾਦਿੱਤਿਆ ਸਿੰਧੀਆ ਦੇ ਨਾਲ ਦੀ ਕੁਰਸੀ ਦੇ ਉੱਤੇ ਬਹਿ ਜਾਣਾ। ਤੇ ਜਿਹੜੇ ਗੋਆ ਦੇ ਵਿੱਚ ਜਾ ਕੇ ਗਾਰੰਟੀ ਦਿੱਤੀ ਸੀ, ਉੱਥੋਂ ਕਾਂਗਰਸ ਪਾਰਟੀ ਦਾ ਸਾਬਕਾ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕਿਆ। ਜੇ ਤਾਂ ਹਾਲਾਤ ਇਹੀ ਰਹੇ ਫਿਰ ਸੱਚੀ ਮੁੱਚੀ ਕੰਮ ਖਰਾਬ ਹੋ ਜਾਊਗਾ। ਵੈਸੇ ਬੀਬੀ ਮਮਤਾ ਬੈਨਰਜੀ ਜਿਸ ਤਰੀਕੇ ਦੇ ਨਾਲ ਅੱਜਕੱਲ ਤ੍ਰਿਣਮੂਲ ਕਾਂਗਰਸ ਨੂੰ ਗੋਆ 'ਚ ਲੈ ਕੇ ਜਾ ਰਹੀ ਹੈ, ਤੁਸੀਂ ਦੇਖੋ ਕਿ ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਵੀ ਲੈ ਆਂਦਾ, ਟੈਨਿਸ ਦਾ ਬਹੁਤ ਵੱਡਾ ਖਿਡਾਰੀ ਆ, ਬੱਚਾ ਜਾਣਦਾ ਲੀਐਂਡਰ ਪੇਸ, ਉਹ ਗੋਆ ਦੇ ਵਿੱਚ ਤ੍ਰਿਣਮੂਲ ਕਾਂਗਰਸ ਸ਼ਾਮਲ ਹੋ ਗਿਆ। ਇੱਕ ਬੀਬੀ ਆ ਨਫੀਸਾ ਅਲੀ, ਉਹ ਬੀਬੀ ਨਫੀਸਾ ਅਲੀ ਨੇ ਕਿਸੇ ਵੇਲੇ ਬੀਬੀ ਮਮਤਾ ਬੈਨਰਜੀ ਦੇ ਖਿਲਾਫ ਚੋਣ ਲੜੀ ਸੀ, ਉਹ ਤ੍ਰਿਣਮੂਲ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਈ ਹੈ। ਹੁਣ ਜਿਸ ਹਿਸਾਬ ਕਿਤਾਬ ਦੇ ਨਾਲ ਕੰਮ ਚੱਲੀ ਜਾਂਦਾ, ਕਦੇ ਐਂ ਵੀ ਲੱਗਦਾ ਹੁੰਦਾ ਕਿ ਗੋਆ ਦੇ ਵਿੱਚ ਕਿਤੇ ਮੁਕਾਬਲਾ ਜਿਹੜਾ ਹੈ, ਕਿਉਂਕਿ ਆਮ ਆਦਮੀ ਪਾਰਟੀ ਵੀ ਵੈਸੇ ਕੋਸ਼ਿਸ਼ ਕਰ ਰਹੀ ਹੈ ਕਿਤੇ ਭਾਜਪਾ ਵਰਸਸ ਤ੍ਰਿਣਮੂਲ ਕਾਂਗਰਸ ਹੀ ਨਾ ਹੋ ਜਾਏ, ਕਾਂਗਰਸ ਪਿੱਛੇ ਨਾ ਰਹਿ ਜਾਏ। ਨਹੀਂ ਹੋ ਸਕਦਾ, ਕਿਉਂਕਿ ਆਪਾਂ ਇਹ ਵੀ ਦੱਸ ਦਈਏ ਵੀ ਉਹੀ ਪ੍ਰਸ਼ਾਂਤ ਕਿਸ਼ੋਰ ਸਾਹਿਬ ਜਿਹੜੇ ਕਿ ਹੁਣੇ ਇੱਧਰੋਂ ਕਹਿ ਕੇ ਹਟਿਆ ਵੀ ਰਾਹੁਲ ਗਾਂਧੀ ਸਾਹਿਬ ਭੁਲੇਖੇ 'ਚ ਨਾ ਰਹਿਣ,
ਤ੍ਰਿਣਮੂਲ ਕਾਂਗਰਸ ਨੇ ਗੋਆ ਦੇ ਵਿੱਚ ਕੰਮ ਉਹਨਾਂ ਨੂੰ ਦਿੱਤਾ ਵੀ ਸਾਡੀ ਸਰਕਾਰ ਤੁਸੀਂ ਬਣਾਉਣੀ, ਮਾੜਾ ਜਿਹਾ ਦੇਖਿਓ ਉੱਥੇ ਨਾ ਮਤਲਬ ਇਹਦਾ ਇਹ ਮਤਲਬ ਹੋ ਗਿਆ ਵੀ ਪੱਛਮੀ ਬੰਗਾਲ ਦੇ ਵਿੱਚ ਪੀਕੇ ਸਾਹਿਬ ਉਹਨੂੰ ਮੁੱਖ ਮੰਤਰੀ ਬਣਾਏ ਬੀਬੀ ਨੂੰ, ਤੇ ਉਹਨੇ ਅਗਲਾ ਠੇਕਾ ਗੋਆ ਦਾ ਉਹਨੂੰ ਦਿੱਤਾ ਆਲਰੇਡੀ। ਤੇ ਜੇ ਉਹ ਆਪਣੇ ਰਿਕਾਰਡ ਦੇ ਹਿਸਾਬ ਨਾਲ ਹੀ ਚੱਲੀ ਜਾਵੇ ਵੀ ਚਲੋ ਬਹੁਤਾ ਕਰਕੇ ਉਹ ਜਿਤਾ ਦਿੰਦਾ ਹੁੰਦਾ ਪਾਰਟੀ ਨੂੰ, ਮੈਨੂੰ ਨਹੀਂ ਲੱਗਦਾ ਵੀ ਐਡੀ ਛੇਤੀ ਗੋਆ 'ਚ ਜਾ ਕੇ ਤ੍ਰਿਣਮੂਲ ਕਾਂਗਰਸ ਜਿੱਤ ਜਵੇ। ਪਰ ਜੇ ਉਹਨੂੰ ਦੂਜੀ ਤੀਜੀ ਧਿਰ ਬਣਾਉਣ 'ਚ ਵੀ ਕਾਮਯਾਬ ਹੋ ਗਿਆ, ਤੇ ਇੱਕ ਗੱਲ ਤੇ ਹੈਗੀ ਆ, ਮਾਲ ਵਿੱਚ ਸਰਦਾਰ ਹੈਗੇ ਇੱਕ ਟਿਕਟ ਉਹਨਾਂ ਨੂੰ ਮਿਲੀ ਹੈ ਐਤਕੀ, ਉਹ ਅੰਦਰੋਂ ਦੁਖੀ ਜ਼ਰੂਰ ਹੋਣੇ ਆ। ਉਹ ਕਹਿੰਦੇ ਨੇ ਵੀ ਯਾਰ ਚੰਗਾ ਭਲਾ ਮੈਂ ਪੰਜਾਬ 'ਚ ਪ੍ਰਧਾਨ ਹੁੰਨਾ ਉਸੇ ਪਾਰਟੀ ਦਾ ਜਿਹਦੀ ਗੱਲ ਹੁਣ ਸੈਂਟਰ ਤੱਕ ਵੀ ਚੱਲਣ ਲੱਗ ਪਈ ਹੈ, ਤੇ ਕੈਪਟਨ ਸਾਹਿਬ ਨੇ ਕਾਂਗਰਸ 'ਚ ਮੈਨੂੰ ਸ਼ਾਮਲ ਹੋਣ ਨਾ ਦਿੱਤਾ, ਆਪ ਕਾਂਗਰਸ 'ਚ ਰਹੇ ਨਾ ਹੈ ਨਾ। ਜਿਨ੍ਹਾਂ ਨੂੰ ਮੈਂ ਛੱਡ ਕੇ ਆਇਆ ਉਹ ਕਹਿੰਦੇ ਵੀ ਕਾਂਗਰਸ ਦਾ ਬਣਨਾ ਕੁਛ ਨਹੀਂ ਆ। ਇੱਧਰ ਜਿੱਧਰ ਆ ਗਿਆ, ਇੱਧਰ ਵੀ ਪਤਾ ਨਹੀਂ ਜਿਹੜੇ ਹਲਕੇ ਤੋਂ ਮੈਨੂੰ ਟਿਕਟ ਦਿੱਤੀ ਆ ਉਹ ਤੋਂ ਮਲੂਕਾ ਸਾਹਿਬ ਪਹਿਲਾਂ ਹੀ ਦਾਅਵਾ ਕਰੀ ਬੈਠੇ ਵੀ ਕੋਈ ਨਹੀਂ ਫਿਰ ਠੀਕ ਆ, ਫਿਰ ਆਹੋ ਫਿਰ ਇਦਾਂ ਹੀ ਫਿਰ ਹੈ ਨਾ, ਲੈ ਟਿਕਟ ਦੇ ਦਿਓ ਬਾਕੀ ਦੇਖਦੇ ਹਾਂ। ਮਤਲਬ ਆਪਾਂ ਨਾਂ ਨਹੀਂ ਲੈਂਦੇ, ਸਰਦਾਰ ਹੋਣਾ ਦਾ ਪਤਾ ਲੱਗ ਹੀ ਗਿਆ ਨਾ ਵੈਸੇ, ਹੈ ਨਾ। ਦੇਖੋ ਸਮਾਂ ਕਿੱਦਾਂ ਬਦਲਦਾ ਨਾ। ਨਹੀਂ ਸਮਾਂ ਬਦਲ ਜਾਂਦਾ, ਸਮਾਂ ਤੇ ਇੰਨਾ ਬਦਲਿਆ ਕਿ 11 ਮਹੀਨਿਆਂ ਦੇ ਬਾਅਦ ਟਿੱਕਰੀ ਬਾਰਡਰ ਖੋਲ ਦਿੱਤਾ ਗਿਆ। ਸੰਧਾਲੀਆ ਸਾਹਿਬ ਦੇਖੋ, ਆਪਾਂ ਕੱਲ ਹੀ ਗੱਲ ਕੀਤੀ ਸੀ ਕਿ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਗੱਲ ਚੱਲਦੀ ਆ। ਕਿਸਾਨ ਕਹਿੰਦੇ ਸੀ ਅਸੀਂ ਰਾਹ ਨਹੀਂ ਰੋਕਿਆ, ਪ੍ਰਸ਼ਾਸਨ ਕਹਿੰਦਾ ਸੀ ਕਿ ਭਾਈ ਅਸੀਂ ਨਹੀਂ ਰੋਕਿਆ। ਬਾਅਦ ਵਿੱਚ ਪਤਾ ਸਾਰਿਆਂ ਲੱਗ ਗਿਆ ਗਾਜ਼ੀਪੁਰ, ਸਿੰਘੂ, ਟਿੱਕਰੀ ਕਿ ਭਾਈ 7-7 ਪਰਤਾਂ ਦੀ ਉੱਥੇ ਬੈਰੀਕੇਡਿੰਗ ਸਰਕਾਰ ਨੇ ਕੀਤੀ ਹੈ। ਚਲੋ ਗੱਲ ਚੱਲੀ, ਹੁਣ ਫੈਸਲਾ ਹੋ ਗਿਆ ਕਿ 4 ਫੁੱਟ ਦੇ ਕਰੀਬ ਰਸਤਾ ਜਿਹੜਾ ਉੱਥੋਂ ਦਿੱਤਾ ਜਾਊਗਾ, ਤੇ ਉਹ ਰਸਤਾ ਖੋਲ ਦਿੱਤਾ ਗਿਆ ਕਿ ਤੁਰ ਕੇ ਜਾਣ ਵਾਲੇ ਨੂੰ, ਸਾਈਕਲ ਤੇ ਜਾਣ ਵਾਲੇ ਨੂੰ, ਸਕੂਟਰ ਤੇ ਜਾਣ ਵਾਲੇ ਨੂੰ, ਆਟੋ ਤੇ ਜਾਣ ਵਾਲੇ, ਕਿਉਂਕਿ ਆਮ ਬੰਦਾ ਇਹਨਾਂ 'ਚ ਸਫ਼ਰ ਕਰਦਾ ਹੈ। ਉਹ ਕਹਿੰਦੇ ਜੀ ਉਹਨਾਂ ਰਸਤਾ ਖੋਲਤਾ, ਉਹਨਾਂ ਨੇ ਬੈਰੀਕੇਡਿੰਗ ਹਟਾ ਲਈ, ਤੇ ਨਾਲ ਇਹ ਵੀ ਕਹਿ ਦਿੱਤਾ ਕਿ ਜੇ ਐਂਬੂਲੈਂਸ ਵਰਗੀ ਵੱਡੀ ਗੱਡੀ ਕੋ ਆਊਗੀ, ਐਂਬੂਲੈਂਸ ਵਰਗੀ, ਤੇ ਅਸੀਂ ਵੱਧ ਰਾਹ ਵੀ ਖੋਲ ਦਿਆਂਗੇ। ਕਿਸਾਨਾਂ ਨੇ ਕਹਿ ਦਿੱਤਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਤੇ ਐਂਬੂਲੈਂਸ ਪਹਿਲੇ ਦਿਨ ਲੰਘੀਆਂ ਨੇ ਉੱਥੋਂ, ਤੇ ਕਿਸਾਨ ਉਸੇ ਵੇਲੇ ਬੈਰੀਕੇਡ ਖੋਲਦੇ ਰਹੇ ਆ। ਹੁਣ ਇੱਥੇ ਸਭ ਤੋਂ ਵੱਡਾ ਸਵਾਲ ਕਿ ਭਾਈ ਕਿਸਾਨ ਤਾਂ ਕਹਿੰਦੇ ਸੀ ਕਿ ਅਸੀਂ ਰੋਕੀਆਂ ਹੀ ਨਹੀਂ ਸੜਕਾਂ, ਤੇ ਹੁਣ ਫਿਰ ਸਾਰੀਆਂ ਸੜਕਾਂ ਕਿਉਂ ਨਹੀਂ ਖੋਲੀਆਂ ਜਾ ਰਹੀਆਂ? ਪ੍ਰਸ਼ਾਸਨ ਕਹਿੰਦਾ ਖੋਲ ਦਿਓ। ਉਹਦੇ ਵਿੱਚ ਕਿਸਾਨ ਧਿਰਾਂ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ, ਉਹ ਕਹਿੰਦੇ ਕਿ ਸਿੰਘੂ ਬਾਰਡਰ ਹੈ, ਗਾਜ਼ੀਪੁਰ ਬਾਰਡਰ ਹੈ, ਉੱਥੇ ਨਾਲ ਸਰਵਿਸ ਲੇਨ ਹੈਗੀ ਹੈ, ਸਾਡੀਆਂ ਟਰਾਲੀਆਂ ਉੱਥੇ ਖੜੀਆਂ, ਉੱਥੇ ਸੜਕ ਖੋਲੀ ਜਾ ਸਕਦੀ ਹੈ। ਪਰ ਟਿੱਕਰੀ ਵਾਲਾ ਬਾਰਡਰ ਜਿਹੜਾ, ਉੱਥੇ ਸੜਕਾਂ ਭੀੜੀਆਂ, ਉੱਥੇ ਸਰਵਿਸ ਲੇਨ ਹੈ ਹੀ ਨਹੀਂ। ਇਸ ਕਰਕੇ ਘੱਟੋ ਘੱਟ ਸੜਕ ਦੇ ਇੱਕ ਪਾਸੇ ਦੇ ਉੱਤੇ, ਕਿਉਂਕਿ ਅਸੀਂ ਅੰਦੋਲਨ ਕਰ ਰਹੇ ਹਾਂ, ਸਾਨੂੰ ਟਰਾਲੀਆਂ ਆਪਣੀਆਂ ਲਾ ਕੇ ਰਹਿਣਾ ਪੈਣਾ, ਤੇ ਅਸੀਂ ਵੱਡੀਆਂ ਗੱਡੀਆਂ ਨੂੰ ਇਧਰੋਂ ਇਸ ਕਰਕੇ ਲੰਘਣ ਤੋਂ ਹਾਲ ਦੀ ਘੜੀ ਰੋਕ ਰਹੇ ਹਾਂ, ਕਿਉਂਕਿ ਸਾਨੂੰ ਐਂ ਲੱਗਦਾ ਕਿ ਭਾਈ ਇਸ ਚੱਕਰ ਦੇ ਵਿੱਚ ਲਖੀਮਪੁਰ ਖੀਰੀ ਵਰਗੀ ਘਟਨਾ ਕਿਤੇ ਤੁਸੀਂ ਟਿੱਕਰੀ ਬਾਰਡਰ ਦੇ ਉੱਤੇ ਹੋਰ ਨਾ ਦੇਖ ਲਓ ਕਿ ਸਾਜ਼ਿਸ਼ਨ ਸਾਡੇ ਉੱਤੇ ਹਮਲਾ ਕੀਤਾ ਜਾ ਸਕਦਾ। ਬਾਕੀ 6 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਉਹ ਕਹਿੰਦੇ ਮੀਟਿੰਗ ਹੈ, ਸਾਰੀ ਉਹ ਰਾਹ ਖੋਲਣਾ ਕਿ ਨਹੀਂ ਖੋਲਣਾ 6 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਉਸ ਮੀਟਿੰਗ ਦੇ ਵਿੱਚ ਤੈਅ ਕਰ ਦਾਂਗੇ। ਪਰ ਹਾਲ ਦੀ ਘੜੀ 11 ਮਹੀਨੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਟਿੱਕਰੀ ਬਾਰਡਰ ਖੁੱਲ ਗਿਆ। ਨਹੀਂ, ਨਾਲ ਉਹਨਾਂ ਇਹ ਵੀ ਤੇ ਕਿਹਾ ਨਾ ਵੀ ਸਰਕਾਰ ਸਾਡੇ ਨਾਲ ਗੱਲਬਾਤ ਕਰੇ, ਗੱਲਬਾਤ ਕਰਕੇ ਕਿਸੇ ਨਾ ਕਿਸੇ ਪਾਸੇ ਹੱਲ ਕਰੇ ਕੰਮ, ਤੇ ਸਾਨੂੰ ਮਤਲਬ ਬੰਦ ਕਰਨ ਦੀ ਲੋੜ ਵੀ ਕੀ ਹੈ, ਅਸੀਂ ਘਰੇ ਚੱਲਦੇ ਹਾਂ, ਹੈ ਨਾ। ਵੀ ਮੇਰੇ ਖਿਆਲ ਨਾਲ ਇਹ ਵੀ ਇੱਕ ਗੱਲ ਸੋਚਣ ਵਾਲੀ ਹੈ ਵੀ ਕਿੰਨੇ ਮਹੀਨੇ ਲੰਘ ਗਏ ਆ, ਉਸ ਤੋਂ ਬਾਅਦ ਸਿਰਫ ਤੇ ਸਿਰਫ ਬਿਆਨ ਆਇਆ ਉਧਰੋਂ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਆ, ਕਿਸਾਨ ਵੀ ਕਹੀ ਜਾਂਦੇ ਵੀ ਅਸੀਂ ਵੀ ਤਿਆਰ ਆ। ਉਹ ਇੰਨੀ ਲੰਮੀ ਚੌੜੀ ਤਿਆਰੀ ਜਿਹੜੀ ਸੀਗੀ ਉਹ ਹੁਣ ਮੱਠੀ ਪੈ ਗਈ ਹੋਣੀ। ਮੈਂ ਨਾ ਵੀ ਚਲੋ ਸਾਹ ਲੈ ਕੇ ਦੋਵੇਂ ਤਰ੍ਹਾਂ ਫੇਰ ਤਿਆਰ ਹੋ ਜਾਣ, ਪਰ ਇੱਕ ਨਾ ਗੱਲ ਕਰਨ ਜ਼ਰੂਰ ਨਹੀਂ, ਜੋ ਗੱਲ ਕੀਤੀ ਬਿਨਾਂ ਹੱਲ ਹੈ ਨਹੀਂ। ਨਹੀਂ ਹੱਲ ਹੈ ਨਹੀਂ, ਪਰ ਕਿਸ਼ ਟਕੈਤ ਹੋਰਾਂ ਦੇ ਬਿਆਨ ਤੇ ਵੀ ਜਾਣਾ। ਪਰ ਇਹਦੇ ਤੋਂ ਪਹਿਲਾਂ ਮੈਨੂੰ ਰਵਨੀਤ ਸਿੰਘ ਬਿੱਟੂ ਸਾਹਿਬ ਦਾ ਚੇਤਾ ਆ ਗਿਆ। ਬਿੱਟੂ ਸਾਹਿਬ ਕਹਿੰਦੇ ਹੁਣ ਖੁੱਲ ਗਿਆ ਬਾਰਡਰ ਟਿੱਕਰੀ ਵਾਲਾ, ਦੇ ਦਿਓ ਰੇਸਾਂ, ਕਰ ਦਿਓ ਕੂਚ, ਆ ਜਾਓ ਦਿੱਲੀ। ਤੇ ਮੋਹਰਿਓਂ ਕਿਸਾਨਾਂ ਦੇ ਆਗੂ ਨੇ ਬੂਟਾ ਸਿੰਘ ਬੁਰਜਗਿੱਲ, ਉਹ ਕਹਿੰਦੇ ਸਲਾਹ ਭਾਈ ਸਾਹਿਬ ਕੋਲ ਹੀ ਰੱਖ ਲਓ, ਕੋਈ ਗੱਲ ਨਹੀਂ, ਤੁਹਾਡੀ ਸਲਾਹ ਦੀ ਅਜੇ ਲੋੜ ਨਹੀਂ ਸਾਨੂੰ, ਅਸੀਂ ਆਪਸ ਦੇ ਵਿੱਚ ਵਿਚਾਰ ਕਰਕੇ ਤੁਰਦੇ ਹੁੰਦੇ, ਅਸੀਂ ਇਕੱਲੀ ਰੇਸ ਦੇ ਕੇ ਨਹੀਂ ਤੁਰਦੇ ਹੁੰਦੇ। ਤੇ ਨਾਲ ਬਿੱਟੂ ਸਾਹਿਬ ਨੇ ਵੀ ਕਿਹਾ ਅਸੀਂ ਬੈਠੇ ਆ ਜੰਤਰ ਮੰਤਰ ਤੇ, ਪਹਿਲਾਂ ਦੇ ਅੰਦੋਲਨ ਉੱਥੇ ਲਗਾਤਾਰ ਚੱਲ ਰਿਹਾ। ਉਹ ਵੱਖਰੀ ਗੱਲ ਹੈ ਕਿ ਪਿਛਲੇ ਦਿਨੀ 1-2 ਵੀਡੀਓ ਆਈਆਂ ਸੀ ਜਿਹਦੇ ਵਿੱਚ ਉੱਥੇ ਇੱਕ ਹੀ ਬੰਦਾ ਸੀ ਪੰਜਾਬ ਤੋਂ ਗਿਆ, ਉਹ ਪੁੱਛਿਆ ਜਦੋਂ ਜਾ ਕੇ ਪੱਤਰਕਾਰਾਂ ਨੇ, ਹੈ ਜੀ ਇੱਥੇ ਟੈਂਟ ਖਾਲੀ ਪਿਆ, ਉਹ ਕਹਿੰਦੇ ਗਏ ਆ ਜਾਂਦੇ ਹੁੰਦੇ ਕਦੋਂ, ਇਹ ਨਹੀਂ ਮੈਂ ਦੱਸ ਸਕਦਾ। ਫਿਰ ਉਹ ਤੇ ਬੜੇ ਚਿਰ ਤੋਂ ਹੀ ਮਤਲਬ ਬੰਦਾ ਉੱਥੇ ਕਹਿੰਦੇ ਵੀ ਹੁੰਦਾ ਜ਼ਰੂਰ, ਕਹਿੰਦੇ ਉਹ ਕਹਿੰਦੇ ਉਹ ਰਾਖੀ ਰਾਦਾ ਵੀ ਇਹਦੀਆਂ ਪੱਲੀਆਂ ਪੁੱਲੀਆਂ ਤਪੜ ਤੋਂ ਪੜਾਈ ਗਈ। ਬਾਕੀ ਰਕੇਸ਼ ਟਕੈਤ ਹੋਰਾਂ ਨੇ ਕਲੀਅਰ ਕੀਤਾ, ਸੰਬੋਧਨ ਕਰਦੇ ਸੀ ਕਿਸਾਨ ਮਜ਼ਦੂਰ ਮਹਾਪੰਚਾਇਤ ਨੂੰ, ਉਹ ਕਹਿੰਦੇ ਅਸੀਂ ਕੋਈ ਸੜਕ ਨਹੀਂ ਰੋਕੀ, ਸਰਕਾਰ ਨੇ ਰੋਕੀ ਆ, ਸੜਕ ਖੋਲ ਦਿਓ। ਤੇ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ 26 ਨਵੰਬਰ ਨੂੰ 1 ਸਾਲ ਮੁਕੰਮਲ ਹੋ ਜਾਣਾ ਇਸ ਧਰਨੇ ਪ੍ਰਦਰਸ਼ਨ ਨੂੰ ਚੱਲਦਿਆਂ, ਇਸ ਕਿਸਾਨ ਅੰਦੋਲਨ ਨੂੰ ਚੱਲਦਿਆਂ, ਤੇ 26 ਨਵੰਬਰ ਤੋਂ ਪਹਿਲਾਂ ਸਰਕਾਰ ਕਿਸਾਨ ਮਜ਼ਦੂਰ ਏਕਤਾ ਦਾ ਦਾਅਵਾ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਗੱਲ ਕਰ ਲਵੇ, ਮਸਲਾ ਹੱਲ ਕਰੇ, ਸਮਝੌਤਾ ਕਰੇ, MSP ਦੀ ਗਰੰਟੀ ਦੇਵੇ, ਤਿੰਨੋਂ ਖੇਤੀ ਕਾਨੂੰਨ ਰੱਦ ਕਰੇ।
ਨਹੀਂ ਤਾਂ ਅਸੀਂ 26 ਨਵੰਬਰ ਨੂੰ ਕੋਈ ਫੈਸਲਾ ਲੈ ਦਾਂਗੇ। ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਫਿਰ ਹਰ ਥਾਣੇ ਮੋਹਰੇ, ਹਰ ਐਸਡੀਐਮ ਦੇ ਦਫ਼ਤਰ ਮੋਹਰੇ, ਹਰ ਡੀਸੀ ਦਫ਼ਤਰ ਮੋਹਰੇ, ਵਿਧਾਨ ਸਭਾ ਦੇ ਮੋਹਰੇ ਅਸੀਂ ਅਨਾਜ ਦੀਆਂ ਬੋਰੀਆਂ ਲੈ ਕੇ ਪਹੁੰਚ ਜਾਣਾ। ਫੇਰ ਨਾ ਕਿਉਂਕਿ ਜਗ੍ਹਾ ਜਗ੍ਹਾ ਦੇ ਉੱਤੇ ਅਸੀਂ ਮੰਡੀ ਬਣਾਤੀ ਹੈ, ਅਸੀਂ ਫਿਰ ਦਿੱਲੀ ਵਾਲੇ ਪਾਸੇ ਨੂੰ ਵੀ ਜਾ ਸਕਦੇ ਹਾਂ। ਉਹਨਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇ ਸਾਡੇ ਨਾਲ ਗੱਲਬਾਤ ਸਰਕਾਰ ਕਰਦੀ ਹੈ, ਸਾਨੂੰ ਸੁਨੇਹਾ ਭੇਜਦੀ ਹੈ, ਤੇ ਅਸੀਂ ਜਾਵਾਂਗੇ ਜ਼ਰੂਰ। ਤੇ ਹੁਣ ਫਿਰ ਕੇਸ਼ ਟਕੈਤ ਹੋਰਾਂ ਦੇ ਇਸ ਬਿਆਨ ਤੋਂ ਬਾਅਦ, ਕਿਉਂਕਿ ਯੂਪੀ ਤੇ ਅਸਰ ਪੈਂਦਾ, ਸਰਕਾਰ ਕੀ ਕਹਿੰਦੀ ਹੈ ਦੇਖਦੇ ਹਾਂ। ਨਹੀਂ, ਸਰਕਾਰ ਦਾ ਅਸਰ ਤੇ ਚਲੋ ਕੱਲ ਜਿੱਥੇ ਹੋਣਾ ਸੀ ਕੰਮ ਹੋ ਗਿਆ। 80% ਵੋਟਾਂ ਪਈਆਂ ਹਰਿਆਣੇ 'ਚ। ਏਲਨਾਬਾਦ ਵਾਲੀ ਆਪਾਂ ਇਲੈਕਸ਼ਨ ਦੀ ਗੱਲ ਕਰ ਲਈ, ਹੁਣ ਵੋਟਾਂ ਤੇ ਬਹੁਤ ਸਾਰੀਆਂ ਥਾਵਾਂ ਤੇ ਪਈਆਂ, ਕਈ ਲੋਕ ਸਭਾ ਸੀਟਾਂ ਤੇ, ਕਈ ਵਿਧਾਨ ਸਭਾ ਸੀਟਾਂ ਤੇ। ਪਰ ਏਲਨਾਬਾਦ ਵਾਲੀ ਜਿਹੜੀ ਉਹ ਜ਼ਿਮਨੀ ਚੋਣ ਆ, ਉਹ ਇਸ ਕਰਕੇ ਇੰਪੋਰਟੈਂਟ ਸੀ ਕਿਉਂਕਿ ਇਸ ਮੁੱਦੇ ਤੇ ਲੜੀ ਗਈ ਕਿ ਜਿਹੜਾ ਉੱਥੋਂ MLA ਸੀ ਉਹ ਅਸਤੀਫਾ ਦੇ ਗਿਆ ਵੀ ਹਾਂ ਵੀ ਖੇਤੀ ਕਾਨੂੰਨ ਮਾੜੇ ਆ। ਉਦੋਂ ਬਾਅਦ ਜਦੋਂ ਹੁਣ ਦੁਬਾਰਾ ਅਨਾਊਂਸ ਹੋਈ ਤੇ ਕਿਹਾ ਗਿਆ ਵੀ ਇੱਥੋਂ ਫਿਰ BJP ਨਹੀਂ ਜਿੱਤਣੀ ਚਾਹੀਦੀ, ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ। ਤੇ ਫੈਸਲਾ ਇੱਥੇ ਆ ਕੇ ਨਿਬੜ ਗਿਆ ਵੀ ਜੇ BJP ਜਿੱਤ ਗਈ ਇਹਦਾ ਮਤਲਬ ਵੀ ਖੇਤੀ ਕਾਨੂੰਨ ਚੰਗੇ ਆ, ਜੇ BJP ਹਾਰ ਗਈ ਇਹਦਾ ਮਤਲਬ ਵੀ ਇਹ ਖੇਤੀ ਕਾਨੂੰਨ ਨਹੀਂ ਚੰਗੇ। ਹੁਣ ਕੱਲ 80% ਲੋਕ ਜਿਹੜੇ ਨੇ ਉੱਥੇ ਆਪਣੀ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਕੇ ਆਏ ਆ, ਤੇ ਨਤੀਜਾ ਜਦੋਂ ਆਇਆ ਫਿਰ ਉਦੋਂ ਤਾਂ ਮਤਲਬ ਕਲੀਅਰ ਹੋ ਜਾਊਗੀ ਵੀ ਚੰਗੇ ਆ ਕਿ ਨਹੀਂ ਚੰਗੇ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਸੰਭਾਵਨਾ ਇਹ ਹੈ ਕਿ ਕਾਂਗਰਸ ਤੇ ਭਾਜਪਾ ਦੇ ਵਿੱਚੋਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰ ਨੂੰ ਟੱਕਰ ਕੌਣ ਦਿੰਦਾ। ਬਸ ਰੌਲਾ ਸਿਰਫ ਇੰਨਾ ਕੁ ਲੱਗਦਾ, ਕਿਉਂਕਿ ਉੱਥੋਂ ਜੋ ਵੋਟਾਂ ਪੈਣ ਤੋਂ ਬਾਅਦ ਸਰਵੇਖਣ ਸਾਹਮਣੇ ਆਏ ਆ, ਐਗਜ਼ਿਟ ਪੋਲ ਜਿਹਨੂੰ ਆਪਾਂ ਕਹਿ ਦਈਦਾ, ਉਹਦੇ ਵਿੱਚੋਂ ਲੱਗਦਾ ਕਿ ਚਟਾਲਿਆਂ ਦਾ ਪੁੱਤ ਸੀਟ ਕੱਢ ਸਕਦਾ, ਗਰੰਟੀ ਕੋਈ ਨਹੀਂ। ਤੇ BJP ਤੇ ਕਾਂਗਰਸ ਦੇ ਵਿੱਚੋਂ ਦੂਸਰੇ ਨੰਬਰ ਤੇ ਆਉਣ ਵਾਲੀ ਗੇਮ ਦੇ ਵਿੱਚ ਹੋ ਸਕਦਾ ਕਿ BJP ਅੱਗੇ ਰਹੇ। ਪਰ ਉੱਥੇ ਕਿਉਂਕਿ 80% ਦੀ ਵੋਟਾਂ ਤੋਂ ਪੈਣ ਤੋਂ ਭਾਵ ਇਹ ਆ ਕਿ ਜਦੋਂ ਬਹੁਤ ਸਾਰੇ ਪਿੰਡਾਂ 'ਚ ਭਾਜਪਾ ਦੇ ਉਮੀਦਵਾਰ ਦਾ ਵਿਰੋਧ ਹੋਇਆ ਤੇ ਜੇ 80% ਦੀ ਵੋਟਾਂ ਪੈਂਦੀਆਂ ਤਾਂ ਫਿਰ ਹੱਕ ਵਾਲੇ ਤਾਂ ਬਹੁਤੇ ਨਹੀਂ ਨਿਕਲੇ ਹੋਣੇ। ਹਾਂ, ਸ਼ਹਿਰ ਦੇ ਵਿੱਚੋਂ ਭਾਜਪਾ ਦੀ ਲੀਡ ਜਿਹੜੀ ਹੈ 3500 ਵੋਟਾਂ ਦੇ ਨਾਲ ਪਿਛਲੀ ਵਾਰੀ ਵੀ ਸੀਗੀ, ਉਹ ਲੀਡ ਹੋ ਸਕਦਾ ਕਿ ਭੋਰਾ ਖੋਰ ਵੱਧ ਜਾਵੇ। ਪਰ ਪਿੰਡਾਂ ਦੇ ਵਿੱਚੋਂ ਜਿਸ ਤਰੀਕੇ ਲੋਕਾਂ ਨੇ ਸਵੇਰੇ ਕਤਾਰਾਂ ਲਾ ਕੇ ਵੋਟਾਂ ਪਾਈਆਂ, ਉਹ ਕਿਤੇ ਨਾ ਕਿਤੇ ਸੱਤਾਧਾਰੀ ਧਿਰ ਦੇ ਲਈ ਖਤਰੇ ਦੀ ਘੰਟੀ ਜ਼ਰੂਰ ਆ। ਬਾਕੀ 2-3 ਦਿਨ ਨੇ, ਆਪਾਂ ਇੰਤਜ਼ਾਰ ਕਰ ਲੈਂਦੇ ਆ ਕਹਾਣੀ ਕਿੱਧਰ ਨੂੰ ਜਾਂਦੀ ਹੈ। ਪਰ ਇੱਕ ਗੱਲ ਆਪਾਂ ਜ਼ਰੂਰ ਇੱਥੇ ਸਾਂਝੀ ਕਰ ਲਈਏ, ਕਿਤੇ ਰਹਿ ਨਾ ਜਾਵੇ, ਵਿਸਰ ਨਾ ਜਾਵੇ। ਮੈਂ ਪਤਾ ਕਈ ਵਾਰੀ ਤੁਸੀਂ ਜਦੋਂ ਮੈਨੂੰ ਤੱਤਾ ਬੋਲਦੇ ਹੁੰਦੇ ਆ, ਕਦੇ ਟੀਵੀ ਤੇ ਵੀ ਕਦੇ ਪਰੇ, ਫਿਰ ਮੈਂ ਚੁੱਪ ਕਰ ਜਾਣਾ ਹੁੰਨਾ। ਮੈਨੂੰ ਹੁੰਦਾ ਕਿ ਭਾਈ ਇਹਨਾਂ ਨੂੰ ਤਾਂ ਇਹਨਾਂ ਦਾ ਕੀ ਹੈ, ਇਹ ਬੰਦੇ ਤਾਂ ਇਦਾਂ ਹੀ ਬੋਲਦੇ, ਗਰਮ ਸੁਭਾਅ ਦੇ ਹੁੰਦੇ ਆ ਲੀਡਰ। ਹੁਣ ਇੱਕ ਹੋਰ ਆਡੀਓ ਰਿਕਾਰਡਿੰਗ ਜਿਹੜੀ ਵਾਇਰਲ ਹੋਈ ਹੈ ਮਾਝੇ ਵਾਲੇ ਪਾਸੇ, ਉਹ MLA ਸਾਹਿਬ ਜਿਹੜੇ ਪਹਿਲਾਂ ਵੀ ਕਹਿੰਦੇ ਸੀ ਕਿ ਮੇਰੇ ਬੰਦਿਆਂ ਦੀਆਂ ਗੱਡੀਆਂ ਥਾਣੇ ਜਾਣਗੀਆਂ, ਅੰਦਰ ਉਹਨਾਂ ਦੇ ਕੰਮ ਕਰਨੇ ਆਉਣਗੇ, ਨਹੀਂ ਤਾਂ ਮੈਨੂੰ ਪਤਾ ਹੈ। ਹੁਣ ਇੱਕ ਪਾਵਰਕਾਮ ਦੇ ਅਧਿਕਾਰੀ ਸਾਹਿਬ ਨੂੰ ਮਾਝੇ ਦੇ ਇੱਕ ਕਾਂਗਰਸੀ ਵਿਧਾਇਕ ਦੇ ਬਾਰੇ ਮੰਨਿਆ ਜਾਂਦਾ ਕਿ ਉਹਨਾਂ ਨੇ ਆਡੀਓ ਆਈ ਹੈ, ਉਹ 'ਚ ਟੈਲੀਫੋਨ ਕੀਤਾ, ਆ ਮੇਰੇ ਬੰਦਿਆਂ ਦੇ ਇੱਥੇ ਕਨੈਕਸ਼ਨ ਕੱਟਿਆ। ਉਹ ਕਹਿੰਦੇ ਜੀ ਇਹ 15-20 ਦਿਨ ਪਹਿਲਾਂ ਦੀ ਗੱਲ ਹੈ, ਉਦੋਂ ਆ ਕਾਨੂੰਨ ਤੁਹਾਡਾ ਜਿਹੜਾ ਲਾਗੂ ਨਹੀਂ ਸੀ ਹੋਇਆ, ਆਹ ਕਹਾਣੀ ਸੀ। ਉਹ ਗਾਲਾਂ ਕੁੱਤਿਆ ਬਿੱਲਿਆ ਤਾਂ ਫਿਰ ਕਰ ਹੀ ਦਿੰਦੇ ਹੁੰਦੇ ਲੀਡਰ। ਯਾਨੀ ਮੈਂ ਇਹ ਸੋਚਦਾ ਸੀ ਕਿ ਇੰਨਾ ਜ਼ੁਬਾਨ ਦਾ ਰਸ, ਇੰਨੀ ਮਿਠਾਸ, ਕਿਤੇ ਉਹ ਬੰਦਾ ਮੂਹਰੇ ਬੋਲਿਆ ਨਹੀਂ ਕੁਛ ਵੀ, ਉਹ ਬੰਦੇ ਨੇ ਸੀ ਨਹੀਂ ਕੀਤੀ। ਉੱਥੇ ਬਦਲੀ ਕਰਾਊਂਗਾ ਜਿੱਥੇ ਪਾਣੀ ਨਾ ਮਿਲੂ। ਕੀ ਪੰਜਾਬ 'ਚ ਕੋਈ ਐਸਾ ਥਾਂ, ਕੋਈ ਐਸਾ ਸਰਕਾਰੀ ਦਫ਼ਤਰ ਹੈਗਾ ਜਿੱਥੇ ਸਰਕਾਰੀ ਅਧਿਕਾਰੀ ਜਿਹੜੇ ਆ ਪਾਣੀ ਨੂੰ ਵੀ ਤਰਸਦੇ ਆ? ਦੂਸਰੀ ਗੱਲ, ਬਾਰ-ਬਾਰ ਤੈਨੂੰ ਮੈਂ ਬੰਦੇ ਦਾ ਪੁੱਤ ਬਣਾਉਂ, ਤੈਨੂੰ ਮੈਂ ਬੰਦੇ ਦਾ ਪੁੱਤ ਬਣਾਉਂ। ਅਸੀਂ ਨਹੀਂ ਕਹਿੰਦੇ ਕਸੂਰ ਕਿਹਦਾ ਕਿ ਨਹੀਂ ਕਿਹਦਾ, ਪਰ ਇੱਕ ਗੱਲ ਪੱਕੀ ਹੈ ਕਿ ਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਰਕਾਰ ਦੇ ਕਰਮਚਾਰੀਆਂ ਨੂੰ, ਸਰਕਾਰ ਦੇ ਅਫਸਰਾਂ ਨੂੰ, ਜਿਹੜੇ ਸਰਕਾਰੀ ਬੰਦੇ ਨੇ, ਉਹਨਾਂ ਨਾਲ ਇਦਾਂ ਹੀ ਬੋਲਦੇ, ਹਾਂ ਹੋ ਸਕਦਾ ਉਸ ਅਧਿਕਾਰੀ ਨੇ ਗਲਤ ਕੀਤਾ ਹੋਵੇ, ਕਿਸੇ ਦੇ ਘਰ ਦਾ ਕਨੈਕਸ਼ਨ ਗਲਤ ਕੱਟਿਆ ਹੋਵੇ, ਪਰ ਤੁਸੀਂ ਟੈਲੀਫੋਨ ਲਾ ਕੇ ਕਿਸੇ ਨੂੰ ਗਾਲਾਂ ਕੱਢੋ, ਭੱਦੀ ਸ਼ਬਦਾਵਲੀ ਬੋਲੋ, ਉਹਦੇ ਪਿਓ ਤੱਕ ਜਾਓ, ਉਹਦੀ ਮਾਂ ਤੱਕ ਜਾਓ, ਤੁਸੀਂ ਅਰਜ਼ੀ ਲਿਖ ਕੇ ਉਹਦੀ ਕੰਪਲੇਂਟ ਕਰੋ, ਤੁਸੀਂ ਬਿਜਲੀ ਮੰਤਰੀ ਨੂੰ ਕਰੋ, ਤੁਸੀਂ ਮਹਿਕਮੇ ਦੇ ਅਫਸਰ ਨੂੰ ਕਰੋ, ਤੁਸੀਂ ਉਹਨੂੰ ਸਸਪੈਂਡ ਕਰਾਓ, ਉਹਨੂੰ ਬਰਖਾਸਤ ਕਰਾਓ ਜੇ ਉਹਨੇ ਕੋਈ ਬਹੁਤੀ ਖਤਾ ਕੀਤੀ। ਉੱਤੇ ਪਰ ਇਹ ਵੀ ਕਿਹਾ ਤੇਰੇ ਤੇ ਪਰਚੇ ਹੁਣ ਮੈਂ ਕਰਾਉਣਾ। ਇਹਦਾ ਮਤਲਬ ਹੈ ਕਿ ਪਰਚੇ MLA ਦੇ ਕਹਿੰਦੇ ਹੁੰਦੇ, ਹਾਂ ਇਦਾਂ ਦਾ ਕਹਿ ਦਿੰਦੇ ਕਿ ਤੇਰੇ ਖਿਲਾਫ ਭਾਈ ਕਾਨੂੰਨੀ ਕਾਰਵਾਈ ਕਰਨ ਦੇ ਲਈ ਮੈਨੂੰ ਲੱਗਦਾ ਕਿ ਗਲਤ ਹੋਇਆ। ਪਰ ਜੇ ਆਹ ਕੁਛ ਹੀ ਹੋਣਾ ਤਾਂ ਸੰਧਾਲੀਆ ਸਾਹਿਬ ਫਿਰ ਵੀਰ ਮੇਰੇ ਕੋਈ ਨਹੀਂ, ਬਾਅਦ ਘਾਟ ਜੇ ਕੋ ਕਹੇ ਹੋ ਗਈ ਮਾਫੀ। ਇਹ ਤੁਸੀਂ ਤਾਂ ਕਹਿ ਰਹੇ ਮੈਂ ਵੀ ਮਾਝੇ ਤਾਂ ਨਹੀਂ ਮਾਝੇ ਦਾ ਨਹੀਂ, ਮੈਂ ਤਾਂ ਇਸ ਕਰਕੇ ਲੀਡਰ ਹਾਂ ਤੁਸੀਂ। ਮੈਂ ਕਿਹਾ ਵੀ ਸਾਡੀ ਕਿਤੇ ਬੋਲੀ ਥੋੜੀ ਮਤਲਬ ਹੁੰਦੀ ਨਾ ਤੇ ਰੁੱਖੀ ਜੀ, ਤਾਂ ਕਰਕੇ ਜੇ ਤੁਸੀਂ ਆਡੀਓ ਸੁਣਨਾ ਤਾਂ ਬੋਲੀ ਰੁੱਖੀ ਨਹੀਂ ਹੈ। ਮੈਂ ਸੁਣੀ ਨਹੀਂ, ਇਸ ਕਰਕੇ ਆਪਾਂ ਉਹਦੇ ਤੇ ਟਿੱਪਣੀ ਕਰਦੇ ਨਹੀਂ। ਪਰ ਉਹ ਇੱਕ ਖਬਰ ਜਿਹੜੀ ਘੁੰਮਦੀ ਵਧੀਆ ਕੀਤਾ ਤੁਸੀਂ ਗੱਲ ਦੁਬਾਰਾ ਛੇੜ ਲਈ। ਇਹਦੇ 'ਚ ਮੈਂ ਜਿਹੜੀ ਉਹ ਕਾਲੀ ਦੀ ਗੱਲ ਕਰਦਾ ਸੀ ਜੀ, ਹੁਣ ਉਹ ਪਤਾ ਨਹੀਂ ਸੱਚੀ ਹੈ ਝੂਠੀ, ਕਿਉਂਕਿ ਗਿੱਲ ਸਾਹਿਬ ਤੇ ਆਪ ਨਹੀਂ ਮੰਨੇ। ਉਹ ਕਹਿੰਦੇ ਵੀ ਪੌਣੇ 20 ਲੱਖ ਰੁਪਈਆ ਬਿੱਲ ਸੀਗਾ ਖੜਾ ਵਾਹਵਾ ਸਾਲਾਂ ਦਾ, ਉਹਨਾਂ ਦਾ ਵੀ ਮਾਫ ਹੋ ਗਿਆ। ਹੁਣ ਐਡੇ ਵੱਡੇ ਲੀਡਰ ਨੇ ਤੇ ਉਹਨਾਂ ਦੀ ਕੋਠੀ ਦਾ ਕਹਿੰਦੇ ਵੀ 1 ਕਿਲੋਵਾਟ ਦਾ ਹੀ ਕਨੈਕਸ਼ਨ ਸੀਗਾ। ਹੁਣ ਉਹ ਕਹਿੰਦੇ ਵੀ ਮੈਂ ਤਾਂ ਅਰਜ਼ੀ ਦਿੱਤੀ ਸੀ, ਉਹ ਤੋਂ ਬਾਅਦ 11 ਕਿਲੋਵਾਟ ਕਰਨਾ ਸੀ, ਅਜੇ ਤੱਕ ਹੋਇਆ ਨਹੀਂ। ਕੀ ਹੋਇਆ ਕੀ ਨਹੀਂ ਹੋਇਆ ਤੇ ਬਿਜਲੀ ਮਹਿਕਮਾ ਜਾਣੇ। ਪਰ ਇਹ ਇੱਕ ਤੇ ਇਹ ਹੋ ਗਿਆ ਵੀ ਜਿਹੜੇ ਇਸ ਤਰੀਕੇ ਨਾਲ ਮਾਫੀਆਂ ਨੇ,
ਜੇ ਇਹਨਾਂ ਦਾ ਹੋਇਆ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਹੋਏ ਹੋਣਗੇ। ਤੇ ਪਿਛਲੇ ਦਿਨਾਂ 'ਚ ਇੱਕ ਇਹ ਰੌਲਾ ਸੀ ਨਾ ਵੀ ਹਾਂਜੀ ਉਹ ਜਿਹੜੀ 200 ਯੂਨਿਟ ਬੱਤੀ ਮਾਫ ਵਾਲਾ ਭਾਈ ਸਾਹਿਬ ਉਹਨੂੰ ਬੈਨੀਫਿਟ ਮਿਲਣਾ ਜਿਹੜਾ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰਦਾ, ਜਿਹੜਾ ਕਰਦਾ ਉਹਨੂੰ ਉਹਦੇ ਉੱਤੇ ਨਹੀਂ ਆਊਗਾ। ਹੁਣ ਸਵਾਲ ਇਹ ਆ ਵੀ ਇਹ ਗੱਲਾਂ ਅਫਸਰਾਂ ਨੇ ਹੋ ਸਕਦਾ ਹੁਣ ਵੀ ਕਹੀਆਂ ਹੋਣ ਵੀ ਚੰਨੀ ਸਾਹਿਬ ਆਹ ਦੇਖੋ ਜੀ ਆਹ ਕਾਨੂੰਨ ਇਦਾਂ ਸੀ ਆ ਇਦਾਂ ਸੀ, ਤੇ ਜਦੋਂ ਮੈਂ ਸਟਾਰਟਿੰਗ ਦੀ ਗੱਲ ਕਹੀ ਨਾ ਉਹ ਯਾਰ ਤੂੰ ਦਫਾ ਕਰ ਇਹਨੂੰ ਸਾਈਡ ਤੇ ਕਰ ਬੰਦ ਕਰਨ ਲੀਕ ਮਾਰੋ, ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਣਾ। ਜੇ ਤਾਂ ਇਸ ਹਿਸਾਬ ਨਾਲ ਹੀ ਆ ਸਾਰਾ ਕੁਝ ਹੁਣ ਕੀਤਾ ਜਾ ਰਿਹਾ ਵੀ ਇੰਨੇ 100 ਕਰੋੜ ਇੱਧਰ ਮਾਫ ਕਰ ਦਿਓ, ਇੰਨੇ 100 ਕਰੋੜ ਉਹਦਾ ਮਾਫ ਕਰ ਦਿਓ, ਇਹ ਨਾ ਹੋਵੇ ਕਿ ਜਦੋਂ ਹੁਣ ਤਾਂ ਇੱਕ ਨਾ ਮੰਨ ਲਓ ਵੀ ਆਪਾਂ ਇੱਕ ਨਾ ਉਹ ਇੱਦਾਂ ਹੁੰਦਾ ਨਾ ਵੀ ਇੱਧਰੋਂ ਵੀ ਵੈਲਕਮ ਲਿਖ ਕੇ ਨਾ ਕਲੀ ਪਾ ਦਿਓ ਤੇ ਰੂੜੀ ਵਾਲੇ ਪਾਸੇ ਕਨਾਤ ਲਾ ਦਿਓ। ਜੇ ਤੇ ਉਦਾਂ ਹੀ ਕਰਨਾ ਤੇ ਬਾਅਦ ਜਦੋਂ ਕਨਾਤ ਲੱਥੀ ਰੂੜੀ ਉੱਥੇ ਦੀ ਉੱਥੇ ਹੋਵੇ, ਉਹ ਗੱਲ ਮਾੜੀ। ਮਤਲਬ ਇਦਾਂ ਨਹੀਂ ਕਰਨਾ ਚਾਹੀਦਾ। ਨਹੀਂ, ਇਦਾਂ ਨਹੀਂ ਕਰਨਾ ਚਾਹੀਦਾ ਬਿਲਕੁਲ। ਹੁਣ ਤੱਕ ਦੀ ਜਿਹੜੀ ਕਹਾਣੀ ਇਹੀ ਹੈ ਕਿ 2010 ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਆ ਜਿਹੜੀ ਮੇਰੇ ਵਾਲੀ ਕੋਠੀ ਹੈ ਇਹਦਾ ਮੀਟਰ ਕਿਸੇ ਹੋਰ ਦੇ ਨਾਂ ਤੇ ਲੋਡ 1 ਕਿਲੋਵਾਟ। ਉਹ ਕਹਿੰਦੇ 2010 ਦਾ ਹੀ ਕਿਹਾ ਹੈ ਕਿ ਲੋਡ 1 ਕਿਲੋਵਾਟ ਤੋਂ 11 ਕਿਲੋਵਾਟ ਕਰ ਦਿਓ। ਅੱਜ ਤੱਕ ਉਹਨਾਂ ਨੇ ਮੀਟਰ ਮੇਰੇ ਨਾਲ ਕੀਤਾ ਹੀ ਨਹੀਂ, ਕਿਉਂਕਿ ਉਹਦੇ ਪਹਿਲੇ ਬਕਾਏ ਖੜੇ ਸੀ। ਹੁਣ ਸਵਾਲ ਇੱਥੇ ਬਹੁਤ ਵੱਡੀ ਪੱਧਰ ਤੇ ਪੈਦਾ ਹੁੰਦਾ ਕਿ 11 ਸਾਲ ਕੀ ਉੱਥੇ ਬਿਜਲੀ ਦੇ ਪੁਆਇੰਟ, ਕਿਉਂਕਿ ਲੋਡ ਜਿਹੜਾ ਕਿਲੋਵਾਟ ਦਾ ਮਸਲਾ ਹੈ ਕਿ ਜੇ ਤੁਹਾਡੇ ਇੱਕ ਪੱਖਾ ਤੇ ਇੱਕ ਬੱਤੀ ਹੈ ਫਿਰ ਲੋਡ ਥੋੜਾ ਹੈ। ਜੇ ਤੁਹਾਡੇ 11 ਪੱਖੇ ਨੇ 7 ਏਸੀ ਨੇ ਜੇ ਹੈਗੇ ਆ ਤਾਂ ਜਿੰਨੇ ਵੀ ਨੇ ਫਿਰ ਤੁਹਾਨੂੰ ਲੋਡ ਵਧਾਉਣਾ ਪਊਗਾ। ਕੀ ਕਿਸੇ ਬਿਜਲੀ ਬੋਰਡ ਦੇ ਅਧਿਕਾਰੀ ਨੇ, ਪਾਵਰਕਾਮ ਦੇ ਅਧਿਕਾਰੀ ਨੇ ਉਹਦੇ ਤੋਂ ਬਾਅਦ ਆ ਕੇ ਲੋਡ ਹੀ ਨਹੀਂ ਚੈੱਕ ਕੀਤਾ? ਜੇ 19 ਲੱਖ ਦਾ ਬਕਾਇਆ ਸੀ, ਜੇ ਬਾਕੀ ਛੋਟਿਆਂ ਦੇ ਕਨੈਕਸ਼ਨ ਕੱਟੇ ਜਾ ਸਕਦੇ ਤਾਂ ਇੱਧਰ ਕਿਉਂ ਨਹੀਂ ਕੱਟੇ ਗਿਆ? ਵੈਸੇ ਇਹ ਵੀ ਗੱਲ ਹੈ ਭਾਈ, MLA ਸਾਹਿਬ ਦਾ ਘਰ ਹੋਵੇ ਉੱਥੇ ਫਿਰ ਬਕਾਇਆ ਜੇ ਖੜਾ ਵੀ ਹੋਵੇ ਫਿਰ ਭਾਜ ਕਨੈਕਸ਼ਨ ਕੱਟਣ ਤੋਂ ਫਿਰ ਗੁਰਪ੍ਰੀਤ ਸੰਧਾ ਵਾਲੀਏ ਜਾਊ। ਨਹੀਂ ਅਸੀਂ ਵੀ ਕਿਉਂ ਜਾਣਾ? ਨਹੀਂ ਇੱਧਰ ਠੀਕ ਆ ਸਭ, ਅੱਗੇ ਚਲੋ ਵੀ ਅੱਗੇ, ਇੱਧਰ ਨਹੀਂ ਮੁੜਨਾ, ਖੰਭੇ ਤੋਂ ਬਚਾ ਕੇ ਓਏ, ਖੰਭੇ ਤੋਂ ਬਚਾ ਕੇ। ਅੱਛਾ ਨਹੀਂ, ਇੱਕ ਚੀਜ਼ ਹੋਰ ਜਿਹੜੀ ਹੁਣ ਪਤਾ ਨਹੀਂ ਮਹਿਕਮਾ ਤੇ ਇਹੋ ਕਹਿੰਦਾ ਪਾਵਰਕਾਮ ਮਹਿਕਮਾ ਵੀ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਤੇ 30% ਬੱਤੀ ਚੋਰੀ ਹੈ, ਕਿਤੇ 50% ਬੱਤੀ ਚੋਰੀ ਹੈ, ਕਿਤੇ 75% ਬੱਤੀ। ਹੁਣ ਕੋਈ ਪੱਟੀ ਦੀ ਗੱਲ ਨਾ ਕਰਿਓ। ਨਹੀਂ ਮੈਂ ਨਹੀਂ ਕਹਿੰਦਾ, ਆਪਾਂ ਇੱਕ ਹਲਕੇ ਦੀ ਗੱਲ ਹੈ ਜੇ ਕਰਦੇ, ਇੱਕ ਏਰੀਏ ਦੀ ਗੱਲ ਕਰਦੇ। ਹੁਣ ਇਦਾਂ ਦੀਆਂ ਪੌਕਟਾਂ ਪੰਜਾਬ 'ਚ ਕਈ ਥਾਈਂ ਹੋਣਗੀਆਂ। ਜਦੋਂ ਪਿਛਲੀ ਸਰਕਾਰ ਸੀ ਉਦੋਂ ਮਾਲਵੇ ਵਾਲੇ ਪਾਸੇ ਵੀ ਆਉਂਦੀਆਂ ਹੁੰਦੀਆਂ ਸੀ ਵੀ ਭਾਈ ਸਾਹਿਬ ਉੱਥੇ ਬਹੁਤ ਵੱਡੇ ਵੱਡੇ ਕਿਲੇ ਨੇ ਤੇ ਕਹਿੰਦੇ ਉੱਥੇ ਵੀ ਉਹ ਕਹਿੰਦਾ ਵੀ ਖੰਭੇ ਤੋਂ ਬਚਾ ਕੇ, ਖੰਭੇ ਤੋਂ ਬਚਾ ਕੇ ਨਾ। ਮਤਲਬ ਇਹ ਇਦਾਂ ਕਿਉਂ ਆ ਕਿ ਜਦੋਂ ਜਿੱਥੇ ਵੀ ਪਾਵਰ ਸੈਂਟਰ ਹੁੰਦਾ, ਜਿਨ੍ਹਾਂ ਦੀ ਸਰਕਾਰ ਹੁੰਦੀ ਆ, ਉਹਨਾਂ ਦੇ ਖੰਭੇ ਤੋਂ ਬਚ ਕੇ ਵਿਚਾਰੇ ਲੰਘਦੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਅਗਲਾ ਤੇ ਠੀਕ ਆ, ਅਗਲਾ ਕਿ ਵੀ ਮੈਂ ਮਾਤੜ ਆ ਵੀਰ, ਨਿਆਣੇ ਪਾਲਣੇ, ਮੈਂ ਕਿਸੇ ਨਾਲ ਕਿਉਂ ਪੰਗਾ ਲੈਣਾ। ਪਰ ਸਵਾਲ ਇਹ ਆ ਵੀ ਜੇ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਹੀ ਹੁੰਦੀਆਂ ਵੀ ਕੋਈ ਇੱਥੋਂ ਚੋਰੀ ਕੋਈ ਉੱਥੋਂ ਚੋਰੀ, ਤੇ ਕੋਈ ਗੱਲ ਨਹੀਂ ਭਾਈ ਸਾਹਿਬ ਸੀਨਾ ਚੋਰੀ ਵੀ ਨਾਲ ਚੱਲੂਗੀ, ਤੇ ਫਿਰ ਪੰਜਾਬ ਵਿਚਾਰਾ ਕਿੱਥੇ ਆ? ਪੰਜਾਬ ਤਾਂ ਪਤਾ ਕਿੱਥੇ ਆ? ਉਹ ਕਹਿੰਦੇ ਦੱਸੋ ਸਹੀ, ਤੁਸੀਂ ਲਿਖ ਕੇ ਭੇਜੋ, ਉਹੀ ਪਾਸ ਕਰ ਦਿਆਂਗੇ ਭਾਵੇਂ ਸਰਕਾਰ ਟੁੱਟ ਜਾਏ। ਮੈਂ ਡਰਦਾ ਨਹੀਂ, ਪਰਵਾਹ ਨਹੀਂ ਕਰਦਾ। ਆਪਾਂ ਨਹੀਂ, ਮੈਨੂੰ ਲੱਗਦੀ ਗੱਲ, ਮੈਨੂੰ ਇਹ ਯਾਦ ਆ ਵੀ ਜਿਹੜਾ ਪੰਜਾਬ ਸੀ ਪਹਿਲਾਂ ਉਹ ਮਾਰਤਾ ਲੀਡਰਾਂ ਜੀ। ਇਸੇ ਕਰਕੇ ਹੁਣ ਜਿਹੜਾ ਵੀ ਬੋਲਦਾ ਕਹਿੰਦਾ ਨਵਾਂ ਪੰਜਾਬ ਬਣਾਉਣਾ, ਨਵਾਂ ਪੰਜਾਬ। ਵੀ ਪੁਰਾਣਾ ਸੱਟੋ ਯਾਰ ਪਰੇਟੇ ਹੋ ਗਿਆ, ਇਹ ਤਾਂ ਹੁਣ ਮਿੱਟੀ ਹੋ ਗਿਆ, ਸਮਾਂ ਵੀ ਖਤਮ ਹੋ ਗਿਆ। ਅੱਛਾ ਚਲਿਏ, ਸਤਿ ਸ੍ਰੀ ਅਕਾਲ। ਬਹੁਤ ਜੀ ਮਾਫੀ ਚਾਹੁੰਦੇ, ਅੱਜ ਮੈਂ ਘੜੀ ਨਹੀਂ ਵੇਖ ਸਕਿਆ। ਤੇ ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ। ਇੱਕ ਲਾਈਕ ਵਾਲਾ ਬਟਨ ਤੁਸੀਂ ਦੱਬ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ ਅਸੀਂ ਤੁਹਾਡੇ। ਆਪਣਾ ਪ੍ਰੋਗਰਾਮ ਅੱਗੇ ਸ਼ੇਅਰ ਵੀ ਕਰ ਦਿੰਦੇ ਹੋ, ਉਹਦੇ ਲਈ ਬੜਾ ਸ਼ੁਕਰੀਆ। ਸੋ ਦੇਖਦੇ ਰਹਿਣਾ ਜੀ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।